वाहिगुरु जी। श्लोक फिरत फिरत प्रभ आया, परया तो सरनाए। नानक की प्रभ बेनती, अपनी भगति लाए। श्लोक ज्ञान अंजन घुर दिया, अज्ञान अंधेर विनाश। हर कृपा ते संत भेटिया, नानक मन परगास। वाहिगुरु जी का खालसा, वाहिगुरु जी की फतेह। करो कृपा। सतनाम श्री वाहिगुरु जी। ਉੱਚੀ बोल के 500। पाताला पाताल लख, आगासा आगास। ਸੋ ਜੀ ਲੱਖ ਤੇ ਵਿਸ਼ਰਾਮ ਕਰਨਾ ਹੈ, ਇਹਨਾਂ ਨੇ ਠੀਕ ਕੀਤਾ ਹੈ। ਨਾਲੇ ਪੱਪਿਆਂ ਨੂੰ ਕੰਨੇ ਉਚਾਰਨੇ ਦੇ ਨਾਲ ਐੜੇ ਨੂੰ ਵੀ ਕੰਨਾ ਉਚਾਰਨਾ, ਪਤਾਲਾ ਨਹੀਂ ਕਹਿਣਾ। ਤੇ ਕੰਨਾਂ ਤੇ ਰਹਿ ਗਿਆ ਪੱਪੇ ਨੂੰ, ਫਿਰ ਪੱਪੇ ਨੂੰ ਕੰਨਾ ਲਾ ਕੇ ਪਾਤਾਲਾ ਪਾਤਾਲ ਲਖ, पाताला पाताल लख, ਆਗਾਸਾ ਆਗਾਸ। आगासा आगास। ਮਹਾਰਾਜ ਜੀ ਸਿੱਧਾ ਨੇ ਆਖਿਆ ਜੀ, ਮੁਸਲਮਾਨ ਮਤ ਵਾਲੇ, ਇਸਲਾਮਕ ਮਤ ਵਾਲੇ ਕਹਿੰਦੇ ਨੇ ਬਈ 14 ਹੀ ਲੋਕ ਨੇ, 7 ਪਤਾਲ ਨੇ, 7 ਆਕਾਸ਼ ਨੇ। ਆਪ ਜੀ ਮਹਾਰਾਜ ਦੱਸੋ ਇਹ ਇੰਨੇ ਹੀ ਨੇ ਜਾਂ ਕੁਝ ਵੱਧ ਘੱਟ ਨੇ? ਆਪ ਕਿਰਪਾ ਕਰਕੇ ਮਹਾਰਾਜ ਜੀ ਦੱਸੋ। ਸਤਿਗੁਰੂ ਉੱਤਰ 'ਚ ਕਹਿੰਦੇ ਨੇ ਸਿੱਧੋ 14 ਹੀ ਨਹੀਂ, ਇਹ ਤਾਂ ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਆਕਾਸ਼ ਨੇ। ਸੋ ਲੱਖ ਸ਼ਬਦ ਦੋਵੇਂ ਪਾਸੇ ਲੱਗ ਗਿਆ ਨਾ जी ਕਿਹਦੇ ਨਾਲ ਲੱਗ ਗਿਆ? ਇੱਕ पताल ਵੀ ਲੱਖਾਂ ਹੀ ਪਤਾਲ ਨੇ, ਤੇ ਨਾਲ ਹੀ ਹੋਰ ਕਿੱਧਰ ਲੱਗ ਗਿਆ? अरगासा ਲੱਖਾਂ ਹੀ ਆਕਾਸ਼ ਨੇ। ਸੋ ਜਿਹੜਾ ਸ਼ਬਦ ਦੋਵੇਂ ਪਾਸੇ ਅਰਥ ਦੇ ਜਾਵੇ ਉਹਨੂੰ ਕਹਿੰਦੇ ਨੇ ਦੇਹਲੀ ਦੀਪਕ ਸ਼ਬਦ। ਜਿਵੇਂ ਦੇਹਲੀ 'ਤੇ ਆਪਾਂ ਦੀਵਾ ਰੱਖ ਦਈਏ, ਪਿੰਡਾਂ 'ਚੋਂ ਆਇਆ, ਕਮਰੇ ਦੇ ਅੰਦਰ ਵੀ ਚਾਨਣ ਕਰ ਦਿੰਦਾ ਹੈ, ਕਮਰੇ ਦੇ ਬਾਹਰ ਵੀ ਚਾਨਣ ਕਰ ਦਿੰਦਾ ਹੈ, ਦੋਵੇਂ ਪਾਸੇ ਚਾਨਣ ਕਰਦਾ ਹੈ। ਸੋ ਜਿਹੜਾ ਸ਼ਬਦ ਦੋਵੇਂ ਪਾਸੇ ਅਰਥ ਦਾ ਚਾਨਣ ਕਰੇ, ਦੋਵੇਂ ਪਾਸੇ ਅਰਥ ਦੇ ਜਾਵੇ, ਉਸ ਨੂੰ ਕੀ ਕਹਿੰਦੇ ਨੇ? दिल्ली दीपक ਸੋ ਇੱਥੇ ਸ਼ਬਦ ਕਿਹੜਾ ਦੇਹਲੀ ਦੀਪਕ ਹੈ? लख। ਹਾਂ, ਤੇ ਇਸ ਕਰਕੇ ਇਹ ਦੇਹਲੀ ਦੀਪਕ ਰਚਨਾ ਹੈ। ਹਾਂਜੀ, ਉਹ ਵੀ ਇੰਨੇ ਮੰਨਦੇ ਉਹਨਾਂ ਮੁਤਾਬਕ। ਹਾਂ, 14 ਹੀ ਉਹਨਾਂ ਨੇ ਮੰਨੇ। ਸੋ ਇਸ ਲਈ ਫਿਰ ਉਹ ਕਹਿੰਦੇ ਜੀ ਇਹ ਜਿਹੜੇ 14 ਨੇ ਨਾਂ ਕੀ ਨੇ ਇਹਨਾਂ ਦੇ? 7 ਪਤਾਲਾਂ ਦੇ ਕੀ ਨਾਂ ਨੇ? 7 ਆਕਾਸ਼ਾਂ ਦੇ ਕੀ ਨਾਂ ਨੇ? ਲਿਖ ਲਓਗੇ ਤਾਂ ਛੇਤੀ ਲਿਖ ਲਓ। हाँ जी दस ਪਹਿਲਾਂ ਪਤਾਲ ਲਿਖ ਲਓ। 7 ਪਤਾਲ ਕਿਹੜੇ ਨੇ? ठीक। ਅਤਲ, अतल ਬਿਤਲ, ਸੁਤਲ, ਤਲਾਤਲ, ਰਸਾਤਲ ਤੇ ਮਹਾਤਲ। 7 ਹੋ ਗਏ। सतमा ਰਸਾਤਲ, ਅਤਲ, ਬਿਤਲ, ਸੁਤਲ, ਤਲਾਤਲ, ਰਸਾਤਲ, ਮਹਾਤਲ। 7ਵਾਂ ਮਹਾਤਲ ਹੋ ਗਿਆ। ठीक। ਲਿਖੇ ਗਏ। ਹਾਂ, ਇਹ 7 ਪਤਾਲ ਨੇ। 6 हुए बाबा ਲਿਖ ਗਏ। 6 हुए। ਕਿਹੜਾ ਹੈ? ਅਤਲ, हाँ जी ਬਿਤਲ, हाँ जी ਸੁਤਲ, हाँ जी ਤਲਾਤਲ, ठीक है। ਰਸਾਤਲ, हाँ जी ਮਹਾਤਲ, ਪਤਾਲ। पताल। अच्छा लास्ट पताल। ਸੋ 7 ਹੋ ਗਏ। ਹੁਣ ਅੱਗੇ 7 ਆਕਾਸ਼ ਨੇ। ਭੂਰ, ਭੂਰ ਪਬਨ ਕਿਹੜਾ? ਭੂਰ, ਭੂਰ, ਭਵਰ, ਮਹਿਰ, ਜਨ, ਤਪ जानता ਤੇ ਗੋ ਤੇ ਬ੍ਰਹਮ ਲੋਕ। ਹੋ ਗਏ 7। ब्रह्मलोक। ਬ੍ਰਹਮ ਲੋਕ, हाँ जी ਭੂਰ, ਭਵਰ, ਮਹਿਰ, ਜਨ, ਤਪ, ਗੋ ਤੇ ਬ੍ਰਹਮ ਲੋਕ। 7 ਹੋ ਗਏ। हाँ जी 7 ਤੇ 7 ਕਿੰਨੇ ਹੁੰਦੇ ਨੇ? 14। ਸੋ 14 ਲੋਕ ਇਹਨਾਂ ਨੇ ਇਸਲਾਮ ਵਾਲਿਆਂ ਤੇ ਹਿੰਦੂ ਮਤ ਵਾਲਿਆਂ ਨੇ ਮੰਨੇ ਨੇ। ਸੋ ਮਹਾਰਾਜ ਜੀ ਕਹਿੰਦੇ ਨਹੀਂ, ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਆਕਾਸ਼ ਨੇ। ਫਿਰ ਕਹਿਣ ਲੱਗੇ ਸਤਿਗੁਰੂ ਇੱਕ ਵਾਰੀ ਫਿਰ ਇਸ ਗੱਲ ਨੂੰ ਸਿੱਧ ਕਰਨ ਵਾਸਤੇ ਬਗਦਾਦ ਗਏ ਨੇ। ਬਗਦਾਦ ਜਿੱਥੇ ਲੜਾਈ ਲੱਗੀ ਹੈ, ਤੇ ਉਸ ਦੇਸ਼ ਵਿੱਚ ਮਹਾਰਾਜ ਜੀ ਗਏ ਨੇ, ਬਗਦਾਦ ਸ਼ਹਿਰ 'ਚ ਗਏ ਨੇ।
ਤੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਬੈਠੇ ਨੇ, ਸ਼ਹਿਰ ਤੋਂ ਬਾਹਰ। ਆਮ ਜ਼ਿਆਦਾਤਰ ਬਾਹਰ ਸ਼ਹਿਰ ਤੋਂ ਬਾਹਰ ਜਦੋਂ ਵੀ ਜਾਣਾ, ਸ਼ਹਿਰ ਤੋਂ ਬਾਹਰ, ਪਿੰਡਾਂ ਤੋਂ ਬਾਹਰ ਬਹਿੰਦੇ ਬੈਠੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਬੜੀ ਮਿੱਠੀ ਸੁਰ ਵਿੱਚ। ਗੁਰੂ ਨਾਨਕ ਸਾਹਿਬ ਜੀ ਨੇ ਪਾਠ ਸਰਵਣ ਕਰਨ ਕੀਤਾ ਤਾਂ ਕਿਹਨੇ ਸਰਵਣ ਕੀਤਾ? ਇੱਕ ਦਸਤਗੀਰ ਪੀਰ ਸੀ ਉੱਥੋਂ ਦਾ, ਜਿਹਦਾ ਨਾਂ ਸੀ ਦਸਤਗੀਰ। ਉਹਦਾ ਇੱਕ ਚੇਲਾ ਬਾਹਰ ਆਇਆ, ਉਸਨੇ ਸਾਰਾ ਜਪਜੀ ਸਾਹਿਬ ਸੁਣਿਆ। ਜਪਜੀ ਸਾਹਿਬ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਰਸਨਾ ਤੋਂ ਉਚਾਰਿਆ ਗਿਆ ਹੋਵੇ, ਮਨ ਨੂੰ ਸ਼ਾਂਤੀ ਕਿਉਂ ਨਾ ਆਵੇ। ਚੇਲੇ ਨੂੰ ਮਨ ਨੂੰ ਬੜੀ ਇਕਾਗਰਤਾ ਬਣੀ, ਬਹੁਤ ਸ਼ਾਂਤੀ ਆਈ ਹੈ। ਅਤੇ ਨਾਲ ਨਾਲ ਜਦੋਂ ਸਤਿਗੁਰਾਂ ਨੇ ਆਹ ਤੁਕਾਂ ਪੜ੍ਹੀਆਂ ਜਪਜੀ ਸਾਹਿਬ ਵਿੱਚ, ਪਾਤਾਲਾਂ ਪਾਤਾਲ ਲੱਖ, ਆਗਾਸਾ ਆਗਾਸ ਪੜ੍ਹਿਆ, ਜਦੇ ਸ਼ੰਕੇ ਵਿੱਚ ਚੱਲ ਗਿਆ। ਆਖਣ ਲੱਗਾ ਇਸਲਾਮ ਨੇ ਤਾਂ ਕੁਰਾਨ ਵਿੱਚ ਤਾਂ 14 ਹੀ ਲੋਕ ਕਹੇ ਨੇ, 14 ਹੀ ਤਬਕ ਕਹੇ ਨੇ। ਆਪਣੀ ਬੋਲੀ ਜੋ ਲੋਕਾਂ ਨੂੰ ਤਬਕ ਕਹਿੰਦੇ ਨੇ, 14 ਹੀ ਤਬਕ ਆਖੇ ਨੇ। ਇਹ ਕੌਣ ਆ ਜਿਸ ਨੇ ਇੱਥੇ ਆ ਕਰਕੇ ਲੱਖਾਂ ਹੀ ਪਤਾਲ, ਲੱਖਾਂ ਆਗਾਸ ਆਖ ਦਿੱਤੇ ਨੇ? ਕੁਰਾਨ ਦੀ ਗੱਲ ਨੂੰ ਝੂਠਾ ਕੀਤਾ ਇਹਨਾਂ ਨੇ। ਇੱਕਦਮ ਮਨ ਸ਼ਾਂਤੀ ਜਿਹੜੀ ਸੀ ਕ੍ਰੋਧ ਵਿੱਚ ਬਦਲ ਗਈ। ਨਾਲ ਹੀ ਉਸ ਤੋਂ ਬਾਅਦ ਜੋ ਜਪਜੀ ਸਾਹਿਬ ਦਾ ਭੋਗ ਪਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਮਰਦਾਨੇ ਨੂੰ, ਮਰਦਾਨਿਆਂ ਬਾਣੀਆ ਜਾਂ ਕੀਰਤਨ ਬਜਾ ਰਬਾਬ। ਸੋ ਮਰਦਾਨਾ ਜੀ ਨੇ ਫਿਰ ਰਬਾਬ ਬਜਾਈ ਹੈ। ਸਤਿਗੁਰਾਂ ਨੇ ਤੁਰਕੀ ਬਾਣੀ ਦਾ ਕੀਤਾ ਕੀਰਤਨ। ਐਸਾ ਕੀਰਤਨ ਹੋਇਆ ਦਰਖਤਾਂ ਵਿੱਚੋਂ ਰਸ ਚੋ ਆਇਆ। ਇਤਨਾ ਕੀਰਤਨ ਮਹਾਨ ਸੀ। ਅਤੇ ਜਿਹੜੇ ਖੂੰਖਾਰ ਜਾਨਵਰ ਸੀ, ਇੱਕ ਦੂਜੇ ਦੇ ਵਿਰੋਧੀ ਸੀ, ਉਹ ਵੀ ਸਾਸੇ ਵਿਰੋਧ ਛੱਡ ਕੇ ਇੱਕ ਥਾਂ ਜੜ ਹੋ ਕੇ ਕੀਰਤਨ ਸੁਣਨ ਵਿੱਚ ਮਗਨ ਹੋ ਗਏ। ਪੰਛੀ ਜਿਹੜੇ ਸੀ ਉੜਦੇ ਹੋਏ ਆਕਾਸ਼ ਵਿੱਚੋਂ ਸਾਧ ਸੰਗਤ ਜੀ ਆ ਕਰਕੇ ਲਾਗੇ ਟਿਕ ਕੇ ਬੈਠ ਗਏ ਨੇ ਕੀਰਤਨ ਸੁਣ ਲਈ। ਐਸਾ ਉਹ ਕੀਰਤਨ ਹੋਇਆ। ਅਤੇ ਇਹ ਗੱਲ ਵੀ ਉਸ ਨੂੰ ਚੰਗੀ ਨਹੀਂ ਲੱਗੀ। ਕਿਉਂ? ਉਸ ਚੇਲੇ ਨੂੰ, ਕਿਉਂਕਿ ਇਸਲਾਮ ਦੇ ਵਿੱਚ ਰਾਗ ਗਾਉਣਾ ਮਨ੍ਹਾ ਹੈ। ਇਸਲਾਮ ਵਾਲੇ ਕੁਰਾਨ ਵਿੱਚ ਲਿਖਿਆ ਹੈ ਕਿ ਉਹ ਗਾ ਨਹੀਂ ਸਕਦੇ। ਇਸਲਾਮ ਵਿੱਚ ਰਾਗ ਗਾਉਣਾ ਵਰਜਿਤ ਹੈ। ਸੋ ਇਹ ਦੋ ਗੱਲਾਂ ਉਹਨਾਂ ਦੇ ਇਸਲਾਮ ਦੇ ਵਰਜਿਤ ਹੋਣ ਕਰਕੇ, ਵਿਰੋਧੀ ਹੋਣ ਕਰਕੇ ਗੁੱਸੇ ਸਹਿਤ ਆਇਆ ਹੋਇਆ ਆਪਣੇ ਪੀਰ ਨੂੰ ਕਹਿਣ ਲੱਗਾ, ਪੀਰ ਸਾਹਿਬ ਅੱਜ ਤੇ ਤੋਬਾ ਹੋ ਗਈ ਹੈ। ਕਹਿਣ ਲੱਗਾ ਆਪਣੇ ਹੀ ਦੇਸ਼ ਵਿੱਚ ਜਿੱਥੇ ਇਸਲਾਮ ਦਾ ਗੜ੍ਹ ਹੋਵੇ ਬਗਦਾਦ, ਉੱਥੇ ਕੋਈ ਫਕੀਰ ਆ ਕਰਕੇ ਕੁਰਾਨ ਦੇ ਇਹਨਾਂ ਗੱਲਾਂ ਨੂੰ ਝੂਠੀ ਕਰ ਰਿਹਾ ਹੈ। ਕੁਰਾਨ ਵਿੱਚ ਤਾਂ ਤੁਸੀਂ ਆਖਿਆ ਕਿ 7 ਹੀ ਪਤਾਲ ਨੇ, 7 ਹੀ ਆਕਾਸ਼ ਨੇ, 14 ਹੀ ਹਨ। ਅਤੇ ਉਹ ਜਿਹੜਾ ਹੈ ਉੱਚੀ ਸੁਰ ਵਿੱਚ ਉਸਨੇ ਗਾ ਕੇ ਆਖਿਆ ਹੈ ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਆਕਾਸ਼ ਨੇ। ਇਸਲਾਮ ਦੇ ਮਤ ਨੂੰ ਖੰਡਨ ਕੀਤਾ ਹੈ। ਅਤੇ ਦੂਜਾ ਕਹਿਣ ਲੱਗਾ ਉਹਨੇ, ਤੁਸੀਂ ਆਖਿਆ ਕਿ ਇਸਲਾਮ ਵਿੱਚ ਰਾਗ ਗਾਉਣਾ ਵਰਜਿਤ ਹੈ, ਨਹੀਂ ਗਾ ਸਕਦੇ। ਉਸਨੇ ਇੱਥੇ ਇਸਲਾਮ ਦੇ ਗੜ੍ਹ ਬਗਦਾਦ ਵਿੱਚ ਆ ਕਰਕੇ ਰਾਗ ਵੀ ਗਾਇਨ ਕੀਤਾ। ਇਹ ਗੱਲ ਸੁਣਦਿਆਂ ਸਾਰ ਦਸਤਗੀਰ ਪੀਰ ਨੇ ਆਖਿਆ ਉਹਨਾਂ ਨੂੰ ਸਜ਼ਾ ਸਜਾਏ ਮੌਤ ਕੀ ਹੈ, ਪੱਥਰ ਮਾਰ ਮਾਰ ਕੇ ਮਾਰ ਦਿਓ। ਇਹ ਇਸਲਾਮ ਵਿੱਚ ਇੱਕ ਸਜ਼ਾ ਸੀ, ਪੱਥਰ ਮਾਰ ਕੇ ਮਾਰ ਦੇਣ ਦੀ। ਇਹੋ ਜਿਹਾ ਕਿਉਂਕਿ ਇਹਨਾਂ ਦਾ ਜ਼ਾਲਮ ਮਤ ਹੈ। ਇੱਦਾਂ ਦੀਆਂ ਅੱਡ ਅੱਡ ਸਜ਼ਾਵਾਂ ਨੇ ਰੱਖੀਆਂ ਹੋਈਆਂ ਨੇ। ਜਾਂ ਹੁੰਦਾ ਵੀ ਕਿਸੇ ਨੂੰ ਜਿਹੜਾ ਹੈ ਉਹ ਸਜ਼ਾ ਦੇਣੀ, ਖੂਨ ਨਾ ਨਿਕਲ ਪਰ ਮੌਤ ਕਰ ਦੇਣੀ ਹੈ। ਗਾਂ ਦੇ ਚਮੜੇ ਵਿੱਚ ਲਪੇਟ ਕੇ ਉਹਨੂੰ ਬੰਦ ਕਰ ਦਿਓ, ਛੀਂ ਦਿਓ ਉਹਨੂੰ ਬੰਦੇ ਨੂੰ। ਗੁਰੂ ਅਰਜਨ ਸਾਹਿਬ ਜੀ ਨੇ ਐਸਾ ਹੀ ਕੀਤਾ ਸੀ ਤਤੀ ਤਵੀ ਤੋਂ ਬੈਠਣ ਤੋਂ ਬਾਅਦ। ਜਿਸ ਤਰ੍ਹਾਂ ਸਾਧ ਸੰਗਤ ਇਹਨਾਂ ਦੀਆਂ ਕੁਝ ਸਜ਼ਾਵਾਂ ਨੇ ਇੱਦਾਂ ਦੀਆਂ, ਇਹ ਸਜ਼ਾ ਦੇ ਦਿੱਤੀ ਕਿ ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ। ਸਾਰਾ ਬਗਦਾਦ ਸਾਧ ਸੰਗਤ ਪੀਰ ਦਾ ਹੁਕਮ ਮੰਨ ਕੇ ਸਤਿਗੁਰਾਂ ਨੂੰ ਮਾਰਨ ਵਾਸਤੇ ਪੱਥਰ ਲੈ ਕਰਕੇ ਜਿਹੜੇ ਨੇ ਮਾਰਨ ਵਾਸਤੇ ਤਿਆਰ ਹੋਏ ਨੇ। ਇਹ ਗੱਲ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਬਾਰਾਂ ਵਿੱਚ ਲਿਖੀ ਹੈ। ਤੋ ਮਹਾਰਾਜ ਇੱਥੇ ਕਹਿੰਦੇ ਨੇ ਗੁਰਦਾਸ ਜੀ ਦੇ ਬਾਰੇ, ਗੁਰਦਾਸ ਜੀ ਮਹਾਰਾਜ ਬਾਰੇ ਕਹਿ ਰਹੇ ਨੇ, ਫਿਰ ਗਿਆ ਬਾਬਾ, ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ, ਫਿਰ ਗਿਆ ਬਾਬਾ ਬਗਦਾਦ ਨੂੰ ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਵਾਜ ਕਰ ਸੁਨ ਸਮਾਨ ਹੋਆ ਜਹਾਨਾ। ਐਸੀ ਬਾਂਗ ਦਿੱਤੀ। ਫਿਰ ਉਸ ਵੇਲੇ ਮਾਰੇ ਇੱਟਾਂ ਮਾਰਨ ਲੱਗੇ ਨਾ ਪੱਥਰ। ਬਾਂਗ ਕੀ ਦਿੱਤੀ? ਜਕਾਰਾ ਹੀ ਛੱਡਿਆ। ਬਾਂਗ ਕੀ ਦੇਣੀ ਸੀ? ਉਹ ਕੀ ਸੀ? ਸਤਿ ਸ੍ਰੀ ਅਕਾਲ ਗੁਰਬਰ ਅਕਾਲ। ਇਹ ਜਕਾਰਾ ਮਾਨੇ ਛੱਡਿਆ। ਜਿਹਦੀਆਂ ਬਾਹਾਂ ਪਰ ਮਾਰਨ ਵਾਸਤੇ ਖੜੀਆਂ ਹੋਈਆਂ ਸੀ ਉੱਪਰ ਉਹ ਖੜੀਆਂ ਹੀ ਰਹਿ ਗਈਆਂ ਨੇ। ਜਿਹੜਾ ਚੱਕਣ ਵਾਸਤੇ ਪੱਥਰ ਹੇਠਾਂ ਝੁਕਿਆ ਸੀ ਝੁਕੇ ਹੀ ਰਹਿ ਗਿਆ। ਐਸੇ ਮਾਰਸੇ ਪਾਤਸ਼ਾਹ ਨੇ ਆਪਣੀ ਕਲਾ ਸ਼ਕਤੀ ਜਿਹੜੀ ਸੀ ਰੱਬੀ ਉਹ ਵਰਤਾਈ ਹੈ। ਫਿਰ ਜਿਹੜਾ ਸੀ ਦਸਤਗੀਰ ਜਿਹੜਾ ਸੀ ਧਿਆਨ ਲਾ ਕੇ ਵੇਖਿਆ ਵੀ ਕੌਣ ਨੇ। ਵੇਖਿਆ ਧਿਆਨ ਲਗਾਏ ਸੁਨ ਮਨ ਹੋਈ ਨਗਰੀ,
ਵੇਖ ਪੀਰ ਭਿਆ ਹੈਰਾਨਾ। ਪੀਰ ਇਹ ਗੱਲ ਵੇਖ ਕੇ ਹੈਰਾਨ ਹੋ ਗਿਆ। ਉਹਨੇ ਫਿਰ ਆਪਣੀਆਂ ਸ਼ਕਤੀਆਂ ਵਿਖਾਈਆਂ ਪੀਰ ਨੇ, ਦਸਤਗੀਰ ਨੇ, ਵੀ ਮੈਂ ਇਹ ਬਾਹਾਂ ਇਹਨਾਂ ਦੇ ਨੀਵੀਆਂ ਕਰ ਦੇਵਾਂ, ਪੱਥਰ ਮਾਰਨ ਦੇ ਯੋਗ ਹੋ ਜਾਣ। ਸੋ ਕਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਕਤੀ ਸਰਬ ਕਲਾ ਸੰਪੰਨ ਨੇ, ਅਕਾਲ ਦਾ ਰੂਪ ਨੇ, ਅਤੇ ਉਹਦੇ ਇੱਥੇ ਕੋਈ ਜ਼ੋਰ ਨਾ ਚੱਲਿਆ। ਫਿਰ ਕਹਿੰਦਾ ਇਹ ਜੀ ਵੱਡੀ ਸ਼ਕਤੀ ਵਾਲਾ ਕੌਣ ਪੀਰ ਆ ਗਿਆ। ਵੇਖਿਆ ਧਿਆਨ ਲਗਾਏ ਕਰ, ਵੱਡਾ ਪੀਰ ਜਿਹੜਾ ਵੀ ਮੇਰੇ ਨਾਲੋਂ ਵੱਡਾ ਪੀਰ ਹੈ। ਅਤੇ ਇਹ ਵੇਖ ਕਰਕੇ ਫਿਰ ਸਾਧ ਸੰਗਤ ਸ਼ਰਨ ਵਿੱਚ ਆ ਗਿਆ। ਸ਼ਰਨ 'ਚ ਆ ਕਰਕੇ ਕਹਿਣ ਲੱਗਾ ਇਤਨੀ ਸ਼ਕਤੀ ਦੇ ਮਾਲਕ, ਅਤੇ ਇਹ ਜਿਹੜਾ ਹੈ, ਪਰ ਮੈਨੂੰ ਇਹ ਗੱਲ ਦੱਸੋ, ਸ਼ਕਤੀ ਤਾਂ ਬਹੁਤ ਆਪ ਵਿੱਚ ਹੈ, ਤੁਸੀਂ ਕੁਰਾਨ ਦੇ ਇਹਨਾਂ ਗੱਲਾਂ ਦਾ ਖੰਡਨ ਕਿਉਂ ਕੀਤਾ ਹੈ। ਕੁਰਾਨ ਵਿੱਚ ਤਾਂ ਕਿਹਾ ਕਿ 7 ਪਤਾਲ 7 ਹੀ ਆਕਾਸ਼ ਨੇ, ਅਤੇ ਤੁਸੀਂ ਅੱਜ ਜਿਹੜਾ ਸੀ ਇੱਥੇ ਸਾਡੇ ਬਗਦਾਦ ਚੱਕ ਕੇ ਸਾਡੀ ਕੁਰਾਨ ਦਾ ਖੰਡਨ ਕੀਤਾ ਹੈ। ਮਹਾਰਾਜ ਕਹਿਣ ਲੱਗੇ ਖੰਡਨ ਨਹੀਂ ਕੀਤਾ, ਤੁਹਾਡੇ ਮੁਹੰਮਦ ਸਾਹਿਬ ਦੀ ਪਹੁੰਚ ਇੰਨੀ ਕਿ ਸੀ, ਉਹਦੀ ਸ਼ਕਤੀ ਇੰਨੀ ਕਿ ਸੀ, ਇੰਨੀ ਕਿ ਦੇਖ ਸਕਿਆ ਉਹ, ਜਿੰਨੀ ਕਿਸੇ ਨੂੰ ਅਕਾਲਪਨਿਕ ਸ਼ਕਤੀ ਦਿੱਤੀ ਹੈ, ਅਤੇ ਉਹਦੇ ਮੁਤਾਬਕ ਅਸੀਂ ਦੱਸ ਦਿੱਤਾ ਹੈ ਵੀ ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਆਕਾਸ਼ ਨੇ। ਕਹਿਣ ਲੱਗਾ ਮੈਂ ਨਹੀਂ ਮੰਨਦਾ, ਮੈਨੂੰ ਵਿਖਾਇਆ ਜਾਵੇ। ਐਂ ਗੱਲ ਨਾਲ ਨਹੀਂ ਸੀ ਮੰਨਣ ਵਾਲੇ। ਮਹਾਰਾਜ ਕਹਿੰਦੇ ਆਓ ਫਿਰ ਵਿਖਾ ਦਿੰਦੇ ਹਾਂ, ਹੋ ਤਿਆਰ। ਫਿਰ ਕਹਿੰਦੇ ਤਿਆਰੀ ਦੀ ਗੱਲ ਵੀ ਲੱਖਾਂ ਪਤਾਲ ਵੇਖਣ ਦਾ ਬਹੁਤ ਟਾਈਮ ਲੱਗੂਗਾ, ਆਕਾਸ਼ ਦੇਖਣ ਨੂੰ ਬੜਾ ਟਾਈਮ ਲੱਗੂਗਾ। ਕਹਿੰਗਾ ਮੈਂ ਬੁੱਢੜਾ ਵਾਂ, ਕਿਤੇ ਰਾਹ 'ਚ ਨਾ ਮਰ ਜਾ, ਮਰਨ ਦਾ ਫਿਕਰ ਪੈ ਗਿਆ, ਮੈਂ ਆਪਣੇ ਪੁੱਤਰ ਨੂੰ ਭੇਜ ਦਿੰਦਾ, ਇਹਨੂੰ ਵਿਖਾ ਦਿਓ। ਮੈਂ ਕਿਹਾ ਚਲੋ ਇਹ ਵੀ ਠੀਕ ਹੈ, ਪੁੱਤਰ ਨੂੰ ਲਿਆ ਨਾਲ। ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਜਿਹੜਾ ਸੀ ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਕਰ ਦਿਖਲਾਈ। ਅੱਖ ਦੇ ਫੋੜੇ ਵਿੱਚ ਹੀ ਉਹਦੇ ਪੁੱਤਰ ਨੂੰ ਨਾਲ ਲਿਆ, ਪਹਿਲਾਂ ਆਕਾਸ਼ ਵਿਖਾਏ, ਫਿਰ ਜਿਹੜਾ ਸੀ ਪਤਾਲ ਲੱਖਾਂ ਹੀ ਅੱਖ ਦੇ ਫੋੜੇ ਵਿੱਚ ਵਿਖਾ ਦਿੱਤੇ। ਫਿਰ ਕਹਿਣ ਲੱਗਿਆ ਤੇਰੇ ਪਿਓ ਨੂੰ ਜਿਹੜੀ ਤਸੱਲੀ ਕਿਵੇਂ ਆਵੇ। ਸਤਿਗੁਰੂ ਜੀ ਕਹਿਣ ਲੱਗੇ ਵੇਖਤਾ ਲੈ ਨਾ ਹੁਣ ਤੂੰ, ਪਰ ਜਿਹੜਾ ਹੈ ਕੋਈ ਨਿਸ਼ਾਨੀ ਲੈ ਚੱਲ। ਇੱਥੇ ਜਦੋਂ ਪਤਾਲਾਂ 'ਚ ਹੇਠਾਂ ਜਾ ਰਹੇ ਨੇ, ਜਿੱਥੇ ਹੇਠਾਂ ਨੂੰ ਜਾਈ ਜਾਂਦੇ ਨੇ, ਉੱਥੇ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ, ਉੱਥੇ ਕੀਰਤਨ ਹੋ ਰਿਹਾ ਹੈ। ਜਿੱਥੇ ਹੇਠਾਂ ਉਹ ਸਾਰਾ ਵਿਖੀ ਜਾਣ ਵੀ ਹਾਂ ਇਹ ਤਾਂ ਬਾਕੀ ਇੱਦਾਂ ਇਹਦੇ ਮਰ ਗਿਆ, ਨਿਸ਼ਾਨੀ ਲੈ ਲੈ। ਪ੍ਰਸਾਦ ਥੋੜ੍ਹਾ ਕਿਣਕਾ ਲਈ ਜਾਂਦਾ, ਉੱਥੋਂ ਜਿੰਨੇ ਪਤਾਲ 'ਚ ਜਾਂਦਾ ਕਿਣਕਾ ਉੱਥੋਂ ਲੈ ਲਿਆ, ਅੱਗੇ ਗਿਆ ਹੋਰ ਕਿਣਕਾ ਲੈ ਲਿਆ। ਉੱਥੇ ਭਾਈ ਗੁਰਦਾਸ ਸਾਹਿਬ ਜੀ ਫਿਰ ਕਹਿੰਦੇ ਨੇ ਭਾਰਕ 'ਚ ਕੌਲ ਪ੍ਰਸਾਦ ਦਾ ਤੁਰੋਂ ਪਤਾਲੋਂ ਲਈ ਕੜਾਹੀ। ਪਤਾਲਾਂ ਦੇ ਤੁਰੋਂ ਜਿਹੜੀ ਸੀ ਕੌਲ ਜਿਹੜਾ ਸੀ ਪ੍ਰਸਾਦ ਦਾ ਭਰ ਕੇ ਲੈ ਕੇ ਆਇਆ ਬਾਹਰ ਦਿਖਾਉਣ ਵਾਸਤੇ ਆਪਣੇ ਪਿਤਾ ਨੂੰ, ਦਸਤਗੀਰ ਨੂੰ। ਇਉਂ ਆ ਕਰਕੇ ਕਿਹਾ ਪਿਤਾ ਜੀ ਸੱਚ ਕਹਿ ਰਹੇ ਨੇ, ਮੈਂ ਅੱਖੀਂ ਵੇਖ ਆਇਆ। ਅਤੇ ਫਿਰ ਕਹਿਣ ਲੱਗੇ ਜੀ ਤੁਸੀਂ ਫਿਰ ਰਾਗ ਕਿਉਂ ਗਾਇਆ ਇੱਥੇ, ਸਾਡੇ ਤਾਂ ਮਤਲਬ 'ਚ ਗਾਉਣਾ ਮਨਾ ਹੈ। ਸਤਿਗੁਰੂ ਕਹਿਣ ਲੱਗੇ ਮਨਾਹੀ ਇਸ ਗੱਲ ਦੀ ਤੁਹਾਡੇ ਵੱਡਿਆਂ ਨੇ ਕੀਤੀ ਸੀ ਕਿ ਜਿਹੜੇ ਰਾਗ ਵਿੱਚ ਪਾ ਕੇ ਗਜ਼ਲਾਂ ਵਗੈਰਾ ਗੀਤ ਗੂਤ ਹੋ ਰਹੇ ਜੇ ਗਾਈ ਜਾਂਦੇ ਨੇ ਸੰਸਾਰੀ ਰੱਬ ਦੀ ਬੰਦਗੀ ਤੋਂ ਬਿਨਾਂ ਜਿਹੜੇ ਨੇ, ਉਹਦੇ ਨਾਲ ਮਨ ਵਿਕਾਰੀ ਹੁੰਦਾ ਹੈ। ਇਸ ਕਰਕੇ ਉਹਨਾਂ ਨੇ ਬੰਦ ਕਰ ਦਿੱਤੇ ਤੁਹਾਡੇ। ਬੜਾ ਸੋਹਣਾ ਪ੍ਰਮਾਣ ਮਾਰੇ ਨੇ ਦਿੱਤਾ ਹੈ। ਕਹਿਣ ਲੱਗੇ ਦੇਖੋ ਭਾਂਡਾ ਮਿੱਟੀ ਦਾ ਹੋਵੇ, ਭਾਂਡੇ ਦੇ ਮਿੱਟੀ ਦੇ ਭਾਂਡੇ ਵਿੱਚ ਪਾ ਦਿੱਤੀ ਜਾਵੇ ਜ਼ਹਿਰ, ਕੋਈ ਪੀ ਲਵੇ ਮਰੇਗਾ ਹੀ ਨਾ। ਜੇ ਭਾਂਡਾ ਹੋਵੇ ਸਿਉਨੇ ਦਾ ਪਾਇਆ ਹੋਵੇ 'ਚ ਅੰਮ੍ਰਿਤ ਅਤੇ ਪੀ ਲਵੇ ਕੋਈ, ਅਤੇ ਉਹ ਅਮਰ ਹੋ ਜਾਏਗਾ ਅਤੇ ਸ਼ੋਭਾ ਦੁਗਣੀ ਹੋਵੇਗੀ। ਇਵੇਂ ਕਹਿੰਦੇ ਰਾਗ ਇੱਕ ਭਾਂਡਾ ਹੈ, ਜੇ ਇਹਦੇ ਵਿੱਚ ਗੰਦੇ ਗੀਤ ਪਾ ਕੇ ਗਾਏ ਜਾਣਗੇ ਅਤੇ ਜ਼ਹਿਰ ਦੀ ਨਿਆਈ ਜਿਹੜਾ ਹੈ ਮ੍ਰਿਤੂ ਕਰਨ ਵਾਲਾ ਹੈ ਜੀਵਨ ਦੀ। ਇਹੀ ਰਾਗ ਦੇ ਵਿੱਚ ਪਾ ਕੇ ਰੱਬ ਦੀ ਬੰਦਗੀ, ਰੱਬ ਦਾ ਜਸ, ਦਾ ਕੀਰਤਨ ਗਾਇਆ ਅਸੀਂ, ਜਿਸ ਕਰਕੇ ਇਹ ਸੋਨੇ ਦੇ ਭਾਂਡਾ, ਜਿਸ ਕਰਕੇ ਸੁਣਨ ਵਾਲੇ ਵੀ ਅੰਮ੍ਰਿਤ ਰੂਪ ਹੋ ਜਾਂਦੇ ਨੇ, ਸ਼ੋਭਾ ਹੋ ਜਾਂਦੀ ਹੈ, ਕਰਨ ਵਾਲਾ ਵੀ ਜਿਹੜਾ ਭਾਈ ਕੀਰਤਨੀਆਂ ਮਹਾਨ ਹੋ ਜਾਂਦਾ ਹੈ। ਤਦੇ ਕਹਿ ਦਿੱਤਾ ਭਲੋ ਰੇ ਕੀਰਤਨੀਆਂ। ਸੋ ਇਉਂ ਮਹਾਰਾਜ ਜੀ ਕਹਿੰਦੇ ਨੇ ਇਹ ਰਾਗ ਜਿਹੜਾ ਇਸ ਕਰਕੇ ਗਾਇਆ ਸਫਲ ਹੈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਨਿਰੁੱਤਰ ਕੀਤਾ ਹੈ। ਉੱਥੇ ਬਗਦਾਦ ਦੇ ਵਿੱਚ ਮਹਾਰਾਜ ਦਾ ਸਥਾਨ ਵੀ ਬਣਿਆ ਹੋਇਆ ਹੈ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਉੱਥੇ ਗਏ ਨੇ ਉਹ ਇੱਕ ਵਾਰੀ, ਉੱਥੇ ਸਤਿਗੁਰੂ ਜਿੱਥੇ ਇਹਦੀ ਸਮਾਧ ਬਣੀ ਹੈ ਦਸਤਗੀਰ ਦੀ, ਉੱਥੇ ਇੱਕ ਪਾਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਥਾਨ ਵੀ ਮੌਜੂਦ ਹੈ। ਫਾਰਸੀ ਬੋਲੀ ਵਿੱਚ ਉੱਥੇ ਸਾਰਾ ਉਹਨਾਂ ਦੇ ਮਾਰੇ ਬਾਰੇ ਇਹ ਹਾਲ ਉੱਥੇ ਲਿਖਿਆ ਹੋਇਆ ਹੈ। ਇਉਂ ਮਹਾਰਾਜ ਜੀ ਨੇ ਦੱਸ ਦਿੱਤਾ ਹੈ ਲੱਖਾਂ ਹੀ ਪਤਾਲ ਨੇ ਅਤੇ ਲੱਖਾਂ ਹੀ ਆਕਾਸ਼ ਨੇ। ਚਲੋ ਓੜਕ ਭਾਲ ਥਕੇ, ਇਹਨਾਂ ਨੇ ਤਾਂ ਠੀਕ ਪੜ੍ਹ ਲਿਆ ਓੜਕ, ਪਰ ਕਈ ਪੜ੍ਹ ਜਾਂਦੇ ਔੜਕ, ਐਸਾ ਵੀ ਪਾਠ ਹੋ ਜਾਂਦਾ ਹੈ। ਪਰ ਦੇਖੋ ਊੜੇ ਨੂੰ ਤਾਂ ਕਦੇ ਕਨੌੜਾ ਲੱਗਿਆ ਹੀ ਨਹੀਂ ਨਾ, ਹੋੜਾ ਤਾਂ ਲੱਗਦਾ ਨਾ, ਕਿੱਥੇ ਲੱਗਿਆ ਊੜੇ ਨੂੰ ਹੋੜਾ, ਮੂੰਹ ਖੁੱਲ੍ਹਾ ਹੁੰਦਾ, ਉੱਤੇ ਨਹੀਂ ਲੱਗਦਾ। ਕਿੱਥੇ ਲੱਗੂ ਸਿਰਜੇ ਦੇ ਉੱਤੇ, ਹੋਰ ਤਰ੍ਹਾਂ ਦਾ ਰੂਪ ਬਣ ਜਾਂਦਾ ਹੈ, ਮੂੰਹ ਖੋਲ੍ਹ ਦਿੰਦੇ ਨੇ।
ਇਹ ਊੜੇ ਦਾ ਊੜਾ ਬਣ ਜਾਂਦਾ ਹੈ। ਤੇ ਇਸ ਕਰਕੇ ਓੜਕ ਨਾਮ ਹੈ ਸਿਰੇ ਦਾ, ਇੱਕ ਸਿਰਾ। ਪਰ ਕਹਿੰਦੇ ਇਹ ਪਤਾਲਾਂ ਦਾ, ਇਹਨਾਂ ਆਕਾਸ਼ਾਂ ਦਾ, ਫਿਰ ਵੀ ਇੱਕ ਸਿਰਾ ਜਿਹੜਾ ਸੀ, ਸਿਰਾ ਲੱਭਣ ਵਾਸਤੇ ਭਾਲ ਥੱਕੇ ਨੇ ਲੱਭਣ ਵਾਲੇ, ਪਰ ਓੜਕ ਸਿਰਾ, ਓੜਕ ਅੰਤ ਨਹੀਂ ਆ ਸਕਿਆ। ਫਿਰ ਸਦ ਕਹਿਣ ਲੱਗੇ ਇਹ ਗੱਲ ਤੁਸੀਂ ਕਹਿੰਦੇ ਹੋ ਕਿ ਹੋਰ ਵੀ ਕੋਈ ਕਹਿੰਦਾ ਹੈ? ਵੇਦ ਕਹਿਨ ਇੱਕ ਬਾਤ। ਹਮਾਰੀ ਕਹਿੰਦੇ ਵੇਦ ਕਹਿਣ ਇੱਕ ਬਾਤ। ਇਸ ਬਾਤ ਨੂੰ ਵੇਦ ਵੀ ਜਿਹੜੇ ਨੇ ਕੋਈ ਗੱਲ ਕਹਿੰਦੇ ਨੇ, ਉਹ ਵੀ ਉਹੀ ਆਖਦੇ ਨੇ ਕਿ ਹਾਂ ਜੀ ਇਹ ਸਿਰਾ ਉਰਲਾ ਪਰਲਾ ਕਿਨਾਰਾ ਨਹੀਂ ਲੱਭ ਸਕਿਆ। ਕਹਿੰਦੇ ਜਿਵੇਂ ਮੁਹੰਮਦ ਸਾਹਿਬ ਨੇ ਤਾਂ ਲੱਭ ਲਿਆ ਹੋਣਾ। ਮਾਰੀ ਕਹਿੰਦੇ ਨਹੀਂ, ਮੁਹੰਮਦ ਬਾਰੇ ਵੀ ਸੁਣ ਲਓ। ਕਹਿੰਦੇ ਉਹਨੂੰ ਇੱਕ ਵਾਰੀ ਜਿਹੜਾ ਸੀ, ਜਿਵੇਂ ਬਰਮਾ ਨੂੰ ਹੰਕਾਰ ਹੋ ਗਿਆ ਸੀ ਨਾ ਕਿ ਮੈਂ ਸ੍ਰਿਸ਼ਟੀ ਰਚਦਾ ਅਤੇ ਮੈਂ ਹੀ ਰਚਣ ਵਾਲਾ, ਇਹ ਜਿਹੜਾ ਮੇਰੇ ਬਾਰੇ ਕਿਹਾ ਗਿਆ ਕਿ ਮੈਂ ਨਾਲੀ ਤੋਂ ਪੈਦਾ ਹਾਂ ਕਮਲ ਦੀ ਤੋਂ, ਸਾਰਾ ਝੂਠ ਹੈ। ਮੈਂ ਸ੍ਰਿਸ਼ਟੀ ਰਚਣ ਵਾਲਾ ਹੋਵਾਂ ਕਿ ਇੱਕ ਕਮਲ ਦੀ ਨਾਲੀ ਤੋਂ ਮੈਂ ਪੈਦਾ ਹੋਇਆ? ਉਸ ਕਮਲ ਦੇ ਫੁੱਲ ਦੀ ਨਾਲੀ ਨੂੰ ਲੱਤ ਮਾਰ ਦਿੱਤੀ ਬ੍ਰਹਮਾ ਨੇ ਹੰਕਾਰ ਚਾ ਕੇ। ਉਸ ਕਮਲ ਦੀ ਨਾਲੀ ਵਿੱਚ 36 ਯੁੱਗ ਹੀ ਘੁੰਮਦਾ ਫਿਰਦਾ ਰਿਹਾ, ਨਾ ਉਰਲਾ ਕਿਨਾਰਾ ਨਾ ਨਾਲੀ ਦਾ ਪਰਲਾ ਕਿਨਾਰਾ ਲੱਭੇ, ਵਿੱਚੇ ਜਿਹੜੇ ਸੀ ਚੱਕਰ ਲਾਉਂਦਾ ਰਿਹਾ। 36 ਯੁੱਗ ਸਮਾਂ ਨਿਕਲ ਨਹੀਂ ਸਕਿਆ। ਫਿਰ ਰੱਬ ਦੀ ਬੰਦਗੀ ਕੀਤੀ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਮੈਂ ਹੰਕਾਰ ਕਰ ਬੈਠਾ, ਮੈਂ ਤਾਂ ਨਾਲੀ ਦਾ ਹੀ ਅੰਤ ਨਹੀਂ ਪਾ ਸਕ ਰਿਹਾ, ਇਹ ਵਿੱਚੋਂ ਮੈਨੂੰ ਕੱਢੋ। ਫਿਰ ਬੰਦਗੀ ਹੋਈ ਤੇ ਫਿਰ ਜਿਹੜਾ ਸੀ ਬਾਹਰ, ਫਿਰ ਸ੍ਰਿਸ਼ਟੀ ਰਚਨ ਦੇ ਯੋਗ ਹੋਇਆ ਸੀ। ਐਵੇਂ ਬਰਮਾ ਨੂੰ ਹੰਕਾਰ ਹੋ ਗਿਆ ਸੀ। ਐਵੇਂ ਹੀ ਜਿਹੜਾ ਸੀ ਹੰਕਾਰ ਮੁਹੰਮਦ ਸਾਹਿਬ ਨੂੰ ਹੋਇਆ। ਕਹਿਣ ਲੱਗਾ ਜਾਂ ਇੱਕ ਮੈਂ ਹਾਂ ਜਾਂ 14 ਲੋਕ ਨੇ, ਹੋਰ ਕੁਝ ਨਹੀਂ ਹੈਗਾ, ਕੇਵਲ ਮੈਂ ਹੀ ਇੱਕ ਹਾਂ ਅਤੇ ਜਾਂ 14 ਲੋਕ ਨੇ। ਉਹਦਾ ਹੰਕਾਰ ਨਿਮਰਤ ਕਰਨ ਵਾਸਤੇ ਇਕੱਲਾ ਅੱਲਾ ਨੇ, ਖੁਦਾ ਨੇ ਇੱਕ ਕੌਤਕ ਰਚਿਆ। ਇਹ ਤੁਰਿਆ ਜਾ ਰਿਹਾ ਬਾਹਰ ਜਿਹੜਾ ਸੀ, ਤਾਂ ਅਕਾਲ ਪੁਰਖ ਨੇ ਕੀ ਕੀਤਾ ਵੀ ਇੱਕ ਊਠਾਂ ਦੀ ਲਾਈਨ ਬਣਾ ਦਿੱਤੀ ਅੱਲਾ ਨੇ। ਊਠ ਲੰਘਣੇ ਸ਼ੁਰੂ ਹੋ ਗਿਆ, ਜਿੱਥੋਂ ਦੀ ਉਹਨੇ ਪਾਰ ਕਰਨਾ ਸੀ ਰਸਤਾ, ਅਤੇ ਰਸਤੇ 'ਚ ਖੜਾ ਡੀਕਦਾ ਵੀ ਇਹ ਜਿਹੜੀ ਊਠਾਂ ਦੀ ਲਾਈਨ ਚੱਲ ਰਹੀ ਹੈ ਕਦੋਂ ਮੁੱਕੂਗੀ, ਮੈਂ ਅੱਗੇ ਲੰਘਾਂ। ਊਠ ਮੁੱਕੇ ਨਹੀਂ ਰਹੇ, ਚੱਲੀ ਜਾ ਰਹੇ ਨੇ, ਚੱਲੀ ਜਾ ਰਹੇ ਨੇ। ਉਸ ਵੇਲੇ ਫਿਰ ਜਿਹੜਾ ਸੀ ਜਬਰਾਈਲ ਜਿਹੜਾ ਫਰਿਸ਼ਤਾ ਸੀ, ਇਹਨਾਂ ਦੇ 4 ਫਰਿਸ਼ਤੇ ਨੇ ਮੁਸਲਮਾਨਾਂ ਦੇ, ਉਹ ਲਿਖਣੇ 'ਤੇ ਲਿਖ ਲਓ। ਇੱਕ ਫਰਿਸ਼ਤਾ ਹੈ ਜਬਰਾਈਲ, ਸੋ ਜਬਰਾਈਲ। ਦੂਜਾ ਹੈ ਸਤਸੰਗ ਜੀ ਅਜ਼ਰਾਈਲ। ਜਬਰਾਈਲ ਤੇ ਇਹ ਤਾਂ ਨਾਂ ਵੀ ਆਇਆ ਤਾਂ ਅਜ਼ਰਾਈਲ ਫਰਿਸ਼ਤਾ ਤੇ ਭੀੜੇ ਖਾਣੀ ਕਹਾਣੀ। ਅਜ਼ਰਾਈਲ ਨਹੀਂ ਪੜ੍ਹਨਾ ਉੱਥੇ, ਅਜ਼ਰਾਈਲ। ਦੂਜਾ ਹੈ ਜਬਰਾਈਲ, ਜਬਰਾਈਲ ਨਹੀਂ ਕਹਿਣਾ, ਜਬਰਾਈਲ। ਰਾਰੇ ਦੀ ਵਿਚਾਲੇ ਡੈਸ ਲਾ ਕੇ ਲਿਖਣਾ ਇਕੱਠਾ ਹੀ ਹੈ। ਅਤੇ ਤੀਜਾ ਹੈਗਾ ਜੀ ਮੈਕਾਈਲ, ਅਤੇ ਚੌਥਾ ਹੈਗਾ ਇਸਰਾਫੀਲ। ਇਹ 4 ਫਰਿਸ਼ਤੇ ਨੇ, ਅੱਡ ਅੱਡ ਇਹਨਾਂ ਦੀਆਂ ਡਿਊਟੀਆਂ ਨੇ। ਜਿਵੇਂ ਆਪ ਹਿੰਦੂ ਮਾਤਾ ਮੰਨਦੇ ਨੇ ਵੀ ਬ੍ਰਹਮਾ ਸ੍ਰਿਸ਼ਟੀ ਬਣਾਉਂਦਾ ਹੈ ਅਤੇ ਵਿਸ਼ਨੂੰ ਪਾਲਦਾ ਹੈ ਅਤੇ ਸ਼ਿਵ ਜੀ ਮਾਰਦਾ ਹੈ। ਇਵੇਂ ਇਹ ਇਸਲਾਮ ਮਤ ਨੇ ਵੀ ਇਹ 4 ਫਰਿਸ਼ਤੇ ਇੱਦਾਂ ਹੀ ਉਹਨਾਂ ਦੀ ਡਿਊਟੀਆਂ ਮੰਦੀਆਂ ਨੇ। ਜਬਰਾਈਲ ਜਿਹੜਾ ਫਰਿਸ਼ਤਾ ਹੈ, ਰੱਬ ਦਾ ਮੈਸੇਜ ਉਹਨਾਂ ਦੇ ਪੈਗੰਬਰਾਂ ਨੂੰ ਪਹੁੰਚਾਉਂਦਾ ਹੈ। ਕਹਿੰਦੇ ਕੁਰਾਨ ਜਿਹੜੀ ਸੀ ਇੱਦਾਂ ਹੀ ਉਹਦੇ ਮੈਸੇਜ ਰਾਹੀਂ ਹੀ, ਜਬਰਾਈਲ ਫਰਿਸ਼ਤੇ ਦੇ ਰਾਹੀਂ ਇਕੱਤਰਤ ਹੋਈ ਸੀ। ਮੁਹੰਮਦ ਸਾਹਿਬ ਨੂੰ ਗੋਡ ਦਾ ਮੈਸੇਜ ਦੇਣ ਵਾਲਾ ਹੈ ਉਹਨਾਂ ਦੇ ਪੈਗੰਬਰਾਂ ਨੂੰ, ਉਹਦਾ ਨਾਂ ਹੈ ਜਬਰਾਈਲ। ਦੂਜਾ ਹੈ ਸਤਸੰਗ ਜੀ ਅਜ਼ਰਾਈਲ, ਇਹ ਮੌਤ ਦਾ ਫਰਿਸ਼ਤਾ ਹੈ, ਮੌਤ ਇਹ ਕਰਦਾ। ਜਿਵੇਂ ਆਪਾਂ ਜਮਦੂਤ ਆਉਂਦੇ ਹੈ ਅਤੇ ਮੰਨਦੇ ਨੇ ਅਜ਼ਰਾਈਲ ਫਰਿਸ਼ਤਾ ਜਿਹੜਾ ਮੌਤ ਕਰਦਾ ਹੈ। ਇਸੇ ਤਰ੍ਹਾਂ ਹੈ ਮੈਕਾਈਲ ਜਿਹੜਾ ਹੈ, ਉਹ ਕਹਿੰਦੇ ਰੋਜੀ ਦਿੰਦਾ ਹੈ, ਜਿਵੇਂ ਆਪਾਂ ਵਿਸ਼ਨੂੰ ਦਾ ਮੰਨਦੇ ਨੇ, ਪਾਲਦਾ ਹੈ। ਇਵੇਂ ਇਸਰਾਫੀਲ ਜਿਹੜਾ ਹੈ, ਉਹਦੇ ਕੋਲ ਕਹਿੰਦੇ ਇੱਕ ਤੁਰੀ ਹੈ। ਤੁਰੀ ਜਿੱਦਣ ਉਹਨੇ ਬੁਝਾ ਦਿੱਤੀ ਨਾ, ਸਾਰੇ ਸੰਸਾਰ ਦੀ ਪਰਲ ਹੋ ਜਾਣੀ ਹੈ। ਸ਼ਾਇਦ ਕਿਤੇ ਤੁਸੀਂ ਮੰਨਦੇ ਹੋਗੇ 12 'ਚ ਕਹਿੰਦੇ ਵੱਜ ਨਾ ਜਾਵੇ ਕਿਤੇ। ਉਹ ਜਿੱਦਣ ਉਹਨੇ ਬੁਝਾ ਦਿੱਤੀ ਅਤੇ ਕਹਿੰਦੇ ਨੇ ਵੀ ਇਹ ਇਸਲਾਮ ਮਤ ਦਾ ਮਤ ਹੈ ਵੀ ਸੰਸਾਰ ਖਤਮ ਹੋ ਜਾਏਗਾ। ਉਹਦੀ ਇਹ ਡਿਊਟੀ ਹੈ ਇਸਰਾਫੀਲ। ਹਾਂਜੀ ਹਾਂਜੀ, ਹਾਂ ਉਦੋਂ ਤੱਕ ਤਾਂ ਮੌਜ ਕਰੋ, ਬਸ ਤੁਰੀ ਵੱਜਣ ਨਾ ਦਿਓ ਤੁਸੀਂ। ਖੋ ਲਿਆਓ ਉਹਦੇ ਕੋਲ, ਪਰ ਉਹਨੇ ਬਚਾ ਦੇਣੀ ਅਗਦਾ। ਹਾਂ, ਸੋ ਇਸ ਕਰਕੇ ਉਹ ਇਹ ਜਿਹੜਾ ਮੈਕਾਈਲ ਜਿਹੜਾ ਹੈ ਉਹ ਰੋਜੀ ਦਿੰਦਾ ਹੈ। ਸੋ ਇਹ 4 ਫਰਿਸ਼ਤੇ ਨੇ। ਉਸ ਵੇਲੇ ਫਿਰ ਆਪਾਂ ਗੱਲ ਉੱਥੇ ਲਿਓ ਆਪਣੇ ਦਿਮਾਗ ਨੂੰ। ਊਠ ਲੰਘੀ ਜਾ ਰਹੇ ਨੇ, ਮੁੱਕ ਨਹੀਂ ਰਹੇ। ਉਹ ਬਾਰੀ ਡੀਕ ਰਿਹਾ ਹੈ ਮੁਹੰਮਦ ਸਾਹਿਬ ਕੇ ਊਠ ਕਦੋਂ ਮੁੱਕਣ ਅਤੇ ਮੈਂ ਅੱਗੇ ਲੰਘਾਂ। ਊਠ ਦੀ ਮਗਰ ਹੋਰ ਊਠ, ਉਹਦੀ ਮਗਰ ਊਠ। ਇਹ ਫਿਰ ਜਬਰਾਈਲ ਆ ਕੇ ਕਹਿੰਦਾ ਕੀ ਗੱਲ ਮੁਹੰਮਦ ਸਾਹਿਬ ਬੜੇ ਘਬਰਾਏ ਜੇ ਦੀ ਨੇ ਹੋ।
की प्रॉब्लम है, की चिंता है। कहन लगा भी मैं लंघना सी या ऊठे नहीं मुक रहे। तो वो कहन लगा इन्हें नहीं मुकना। कहन लगा जदों दा मैं जम्मिया, जबराइल कहन लगा जदों ने मेरी सुरत संभली है ये उदों दे चली जा रहे ने। सो कहन लगा एक इन्हां दे ऊठां दे उत्ते संदूक जा रखिया होया है। नियाणिਆਂ ਨੂੰ पता संदूक की हुंदा है, बड़ा बक्सा कह लो लकड़ का। वो एक संदूक उत्ते रखिया ऊठ की पुठ, हरेक दे पिठ ते एक संदूक है। तो जिंदा लग्या तो चाबी कहते नाल ही है। वो कहना कि ये इन्हां संदूकों में की है, इन्हां बक्सियां में की है। वो कहते कढ़ के वेख लो, तो मैं भी नहीं कदे वेख्या। एक ऊठ लाइन विचों बाहर कढ़िया, बक्सा उत्तों लाया, संदूक लाया, खोल के वेख्या तो अंडिया ना भरिया, आंडे ही आंडे ने। वो कहना भी आंडे ने। तो सारे मुहम्मद कहन लगे एक भन के वेख लै। एक आंडा भनिया तो 14 ही तबक आंडे विचों दिखे, तो एक मुहम्मद साहब निकलिया उस चों भी। दूजा भनिया 14 ही लोग, एक मुहम्मद साहब होर। तीजा भनिया ज्यों वो कहते ये तो सारिਆਂ ਵਿੱਚ ਕਹਿੰਦੇ कि मैं कहते मैं इकल्ला ही मुहम्मद हाँ। तो 14 ही तबक ने, किन्ने ऊठ अगे लंघे, एक संदूक विच किन्ने आंडे ने, तो किन्ने ही तबक हो गए, तो किन्ने ही मुहम्मद हो गए। मेरी तो तसल्ली हो गई, खुदा तोबा तोबा, मैं तो एवं भुल कर बैठा सी कि मैं इकल्ला ही एक मुहम्मद हाँ। तो 14 ही लोग ने, ये तेरा ये कोई अंत नहीं पाया जा सकता। इस करके ओढ़क ओढ़क भाल थके, ओढ़क ओढ़क भाल थके। ਉਹਦਾ ओढ़क सिरा ਜਿਹੜਾ ਸੀ ਭਾਲ ਕੇ ਬਾਈ ਥੱਕ ਗਏ ਨੇ। नहीं लभ्या ਉਹਦਾ सिरा की सी। इस गल ਨੂੰ वेद कहन एक बात, वेद कहन एक बात। वेद भी कोई गल ਨੂੰ ਕਹਿੰਦੇ ਨੇ। ਚਾਰੇ ਕੀ ਕਹਿੰਦੇ ਨੇ, नेत नेत कथंत वेदा। नहीं ਉਹਦਾ अंत, नहीं ਉਹਦਾ अंत, वेद भी यही कह रहा है। हाँ जी, एक कोई गल बात, मैंने गल एक बात, एक कोई बात कह रहे हैं, कोई गल कह रहे हैं। चलो अगे। सहस 18 कहन कतेबा असलू एक धात। हाँ, इत्थे 18 ही पढ़ जाते हैं कई, जो रोज़ सब जब से करते हैं। सहस 18 बस अपने को ला के। ते पाठ तो वेखो की है, 18 फिर पकाओ इनू। सहस 18 सहस 18 कहन कतेबा, कहन कतेबा असलू एक तात। असलू एक धात। तो कतेबा ते विश्राम है। पढ़ लो दोबारे फिर। सहस 18 कहन कतेबा असलू एक धात। सो ये सहस नाम 1000 का है। 18 नाम 18,000 इन्हों ने आलम फाजल मन्ने ने इस्लाम मत ने। इन्हों की मुनाजात एक किताब है, वो पहले अंग ते ही पहले पेज तो उन्होंने लिख दिया भी इन्ने आलम हुए ने। तो वो कहते भी 18,000 जोड़े आलम जोड़े विद्वान ने इन्हें मन्ने ने, उन्होंने अपने मत में इस्लाम ने। कहन कतेबा, मुसलमान धर्म दियाँ, इस्लाम धर्म दियाँ 4 कतेबा ने। वो केड़ियां ने देखो, तौरेत, तौरेत तत्ते नू कनौड़ा राले नू लान तत्ता तौरेत। वो किहदी लिखी है किताब? वो ग्रंथ किने लिखे है? मूसा, हजरत मूसा ने लिखे है। तौरेत जिहड़ा है उहदा करता, उहदा ऑथर जिहड़ा है हजरत मूसा। एक किताब तो यह हो गई। दूजा जंबूर। सो जंबूर किने लिखी है? उहदा हजरत दाऊद, हजरत दाऊद ने लिखी है। ते हजरत दाऊद, हसरत नहीं हजरत, हजरत दाऊद, दद्दे नूं कन्ना उड़े लेकर दद्दा दाऊद। हाँ जी। तीजी किताब उन्होंने है सत्संग जी अंजील। अंजील का करता हजरत ईसा जी होए ने, ईसा मसीह। ਉਹਦੇ ਵਿੱਚੋਂ ही फिर जी कुरान जी फिर बाइबल बनी है। अंजील का ही ਉਹਦੇ ਵਿੱਚ ਜਿਹੜੇ ਲੇਖ ਨੇ ਉਹਨੂੰ ਕੱਢ ਕੇ ਜਿਹੜੇ ਬਣਾਏ ਗਏ ਨੇ, ਉਹ ਬਾਈਬਲ ਬਾਅਦ 'ਚ ਬਣੀ ਹੈ। ਪਹਿਲਾਂ ਅੰਜੀਲ ਹੈ, ਉਹਦਾ ਕਰਤਾ ਹਜ਼ਰਤ ਈਸਾ ਹੋਇਆ। ਦੂਸਰਾ ਜੋ ਤਾਂ ਅੰਗਰੇਜ਼ ਨੇ, ਇਹ ਮੁਸਲਮਾਨਾਂ 'ਚੋਂ ਨਿਕਲਿਆ ਲਾਣਾ ਸਾਰਾ। ਹਾਂ, ਫਿਰ ਇਸੇ ਤਰ੍ਹਾਂ ਸਾਸੰਗ ਜਿਹੜਾ ਅਗਲੀ ਹੈ ਕੁਰਾਨ। ਕੁਰਾਨ ਦਾ ਕਰਤਾ ਹਜ਼ਰਤ ਮੁਹੰਮਦ ਸਾਹਿਬ। ਸੋ 4 ਕਿਤਾਬਾਂ ਨੇ। ਉਹ ਮਾਰ ਕਹਿ ਰਹੇ ਨੇ ਕਹਿਣ ਕਿਤਾਬਾਂ, वो 4 कतेब भी ते 18,000 आलम विद्वान भी वो कह रहे हैं। की कह रहे हैं? असलू एक तात। असलू बंदा होंदा असल विच। असल विच की है? मूल की है?
ਮੂਲ ਇੱਕ ਪਰਮਾਤਮਾ ਹੀ ਹੈ ਸਾਰਿਆਂ ਦਾ। ਅਸਲ ਵਿੱਚ ਇੱਕੋ ਹੀ ਹੈ ਪਰਮਾਤਮਾ। ਵਾਸਤਵ ਵਿੱਚ ਰਿਐਲਿਟੀ ਵਿੱਚ ਕੇਵਲ ਇੱਕ ਪਰਮੇਸ਼ਰ ਹੀ ਹੈ। ਬਾਕੀ ਧਾਤ ਇੱਕ ਤੇ ਜਮਕ ਲਾਇਓ, ਅਸਲੂ ਇੱਕ, ਅਸਲੂ ਇੱਕ, ਫਿਰ ਕਹਿਣਾ ਧਾਤ, ਧਾਤ ਇੱਕ ਧਾਤ ਨਹੀਂ ਕਹਿਣਾ। ਅਸਲ ਵਿੱਚ ਤਾਂ ਇੱਕੋ ਹੀ ਪਰਮੇਸ਼ਰ ਹੈ। ਧਾਤ ਦਾ ਨਾਮ ਮਾਇਆ ਦਾ, ਤੇ ਦੂਜੀ ਕੀ ਹੈ? ਮਾਇਆ ਹੈ। ਪਰ ਅਸਲ ਵਿੱਚ ਇੱਕ ਪਰਮੇਸ਼ਰ ਹੈ, ਬਾਕੀ ਉਹਦੀ ਮਾਇਆ ਹੀ ਹੈ। ਸੰਸਾਰ ਜਿਹੜਾ ਦੀਂਦਾ ਸਭ ਮਾਇਆ ਹੈ। ਇਕੱਲਾ ਧਨ ਦਾ ਨਾਮ ਮਾਇਆ ਨਹੀਂ ਹੈਗਾ, ਪੈਸਿਆਂ ਦਾ ਨਾਮ ਮਾਇਆ ਨਹੀਂ, ਜੋ ਦਿਸ ਰਿਹਾ ਸਭ ਮਾਇਆ ਹੈ। ਸੰਸਾਰ ਦੀ ਇੱਕ ਇੱਕ ਵਸਤੂ ਮਾਇਆ, ਪੁੱਤਰ ਮਾਇਆ, ਧੀ ਮਾਇਆ, ਪਤੀ ਮਾਇਆ, ਪਤਨੀ ਮਾਇਆ, ਭੈਣ ਭਰਾ ਸਭ ਜੰਨਾ ਟੋਲਾ ਹੈ, ਮਾਇਆ ਹੈ। ਜੋ ਦ੍ਰਿਸ਼ਟੀ ਆ ਰਿਹਾ ਹੈ ਉਹ ਮਾਇਆ ਹੈ। ਸੋ ਮਾਇਆ ਕਿਹਨੂੰ ਕਹਿੰਦੇ? ਜਿਹੜੀ ਸਥਿਰ ਚੀਜ਼ ਨਾ ਰਵੇ, ਬਦਲ ਜਾਣ ਵਾਲੀ ਹੋਵੇ, ਮੁੱਕ ਜਾਣ ਵਾਲੀ ਹੋਵੇ, ਸੋ ਉਹਨੂੰ ਮਾਇਆ ਕਹਿੰਦੇ ਨੇ। ਇਸ ਕਰਕੇ ਧਾਤ ਨਾਮ ਦੌੜ ਜਾਣ ਦਾ ਵੀ ਹੈ। ਜਿਹੜੀ ਮਾਇਆ ਹੈ ਇਹ ਦੌੜ ਜਾਣ ਵਾਲੀ ਹੈ, ਖਤਮ ਹੋ ਜਾਣ ਵਾਲੀ ਹੈ। ਬਾਕੀ ਅਸਲ ਵਿੱਚ ਇੱਕੋ ਹੀ ਪਰਮੇਸ਼ਰ ਹੀ ਹੈ। ਹਾਂਜੀ ਅੱਗੇ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਹਾਂ, ਇਹਨਾਂ ਨੇ ਦਲਾਮਾਂ ਦੇਖੋ ਠੀਕ ਲਾਈਆਂ ਨੇ। ਨਹੀਂ ਪੜ੍ਹਦਾ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼, ਇੱਦਾਂ ਹੀ ਸਾਰਦੇ ਨੇ। ਨਹੀਂ ਲੱਗਦੀਆਂ ਦਲਾਮਾਂ। ਤੁਸੀਂ ਬੋਲੇ ਹੋ ਲਾ ਕੇ, ਲਿਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਹੁਣ ਲੱਗੀਆਂ ਨੇ ਸਭ। ਸੋ ਸਿੱਧ ਕਹਿਣ ਲੱਗੇ ਜੀ, ਜੇ ਇੱਦਾਂ ਆਖਣ ਵਿੱਚ ਉਹਨਾਂ ਦਾ ਕੋਈ ਮੁੱਕਦੀ ਨਹੀਂ ਗੱਲ ਲਿਖੇ ਦੀ, ਲਿਖ ਕੇ ਤਾਂ ਪਤਾ ਲੱਗ ਜਾਂਦਾ ਹੋਵੇਗਾ। ਮਰ ਕਹਿੰਦੇ ਅਜਿਹਾ ਲੇਖਾ ਹੀ ਨਹੀਂ ਜਿਹੜਾ ਲਿਖਿਆ ਜਾਵੇ। ਕਿੰਨਾ ਕੁ ਲਿਖਾਂਗੇ ਉਹਦੇ ਬਾਰੇ? ਉਹ ਲਿਖਤ ਨਹੀਂ ਬਣੀ, ਅਜੇ ਲਿਖਿਆ ਹੀ ਨਹੀਂ ਜਾ ਸਕਦਾ। ਜੇ ਲੇਖਾ ਕੋਈ ਲਿਖਣ ਦਾ ਯਤਨ ਕਰਦਾ ਹੈ, ਮਹਾਰਾਜ ਕਹਿੰਦੇ ਵਿਨਾਸ਼। ਵਿਨਾਸ਼ ਨਾਮ ਹੈ ਨਾਸ਼ ਦਾ, ਲਿਖਣ ਵਾਲਾ ਹੀ ਨਾਸ਼ ਹੋ ਜਾਂਦਾ ਹੈ, ਲਿਖਿਆ ਹੀ ਨਹੀਂ ਜਾਂਦਾ। ਹਾਂਜੀ ਅੱਗੇ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਨਾਨਕ ਵੱਡਾ ਆਖੀਐ, ਨਾਨਕ ਵੱਡਾ ਆਖੀਐ। ਮਰ ਕਹਿੰਦੇ ਸਿੱਧ ਕਹਿੰਦੇ ਫਿਰ ਉਹਨੂੰ ਕੀ ਕਹੀਏ? ਲੇਖਾ ਉਹਦਾ ਨਹੀਂ ਲਿਖਿਆ ਜਾਂਦਾ, ਕਥਨ ਉਹਦਾ ਨਹੀਂ ਹੋ ਰਿਹਾ, ਫਿਰ ਉਹਨੂੰ ਕਹਿਣਾ ਕੀ ਚਾਹੀਦਾ ਹੈ? ਸਤਿਗੁਰੂ ਕਹਿੰਦੇ ਵੱਡਾ ਆਖੀ ਹੈ। ਬਸ ਉਹਨੂੰ ਵੱਡਾ ਕਹਿ ਕੇ ਵੱਡਾ ਹੀ ਕਹਿਣਾ ਪਵੇਗਾ। ਵੱਡਾ ਹੈ ਉਹ, ਵੱਡਾ ਮਹਾਨ ਹੈ ਉਹ, ਵੱਡਾ ਹੈ, ਇਹੀ ਆਖਣਾ ਪਵੇਗਾ। ਫਿਰ ਕਹਿੰਦੇ ਵੱਡੇ ਬਾਰੇ ਤਾਂ ਕੋਈ ਵੱਡੇ ਬਾਰੇ ਕੋਈ ਜਾਣਕਾਰੀ ਕਿੰਨਾ ਕੁ ਵੱਡਾ ਹੈ? ਮਰ ਕਹਿੰਦੇ ਇਹ ਗੱਲ ਵੀ ਆਪੇ ਜਾਣਾ ਹੈ ਆਪ। ਇਸ ਗੱਲ ਨੂੰ ਆਪਣੇ ਵਡੱਪਣ ਨੂੰ ਉਹ ਆਪੇ ਜਾਣ ਸਕਦਾ ਹੈ, ਉਹਦੇ ਵਡੱਪਣ ਨੂੰ ਜਾਣਨ ਵਾਲਾ ਵੀ ਨਹੀਂ ਕੋਈ। ਬਸ ਵੱਡਾ ਹੀ ਕਹਿ ਦਿਓ, ਵੱਡਾ ਹੈ ਤੂੰ ਮਹਾਰਾਜ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ। ਠੀਕ ਹੈ। ਸਾਲ ਥੋੜਾ ਕੰਨਾ ਹੋਰ ਲਾ ਕੇ ਸਾਲਾਹੀ ਸਾਲਾਹੇ ਹਾਂ ਏਤੀ ਸੁਰਤ ਨਾ ਪਾਈਆ। ਠੀਕ ਹੈ, ਠੀਕ ਪੜਿਆ, ਪੜੋ ਸਾਰੇ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ। ਅੱਗੇ ਪੜ੍ਹਦੇ ਸਲਾਹੀ ਸਲਾਹੇ, ਸੱਚੇ ਨੂੰ ਕੰਨੇ ਰਹਿ ਗਏ ਪੂਰੇ ਲਾ। ਸਾਲਾਹੀ ਸਾਲਾਹੇ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ। ਏਤੀ ਸੁਰਤ ਨਾ ਪਾਈਆ। ਈੜੀ ਨੂੰ ਕੀ ਲੱਗੀ ਹੋਈ ਹੈ? ਕਹਿਤਾ ਗਏ ਨੇ ਸਿਆਰੀ। ਅਜੇ ਇਹ ਹੀ ਨਿਰਣਾ ਨਹੀਂ ਹੋਇਆ ਵੀ ਈੜੀ ਦੇ ਸੱਜੇ ਪਾਸੇ ਕੀ ਲੱਗਦਾ, ਖੱਬੇ ਪਾਸੇ ਕੀ ਲੱਗਦਾ ਹੈ। ਉਹ ਸਿਹਾਰੀਆਂ ਵੈਲੀਆਂ ਜੇ ਬਿਹਾਰੀ ਹੈ। ਸੱਜੇ ਪਾਸੇ ਈੜੀ ਦੇ ਕਿ ਖੱਬੇ? ਹਾਂ, ਪਾਸਾ ਵੀ ਦੇਖਦਾ ਵੀ ਕਿਹੜਾ ਈੜੀ ਦਾ ਸੱਜਾ ਪਾਸਾ ਹੀ ਹੈ, ਇਸ ਪਾਸੇ ਲੱਗੀ ਹੈ। ਜਦੋਂ ਵੀ ਕਿਸੇ ਅੱਖਰ ਦੇ ਕੱਲੀ ਈੜੀ ਨੂੰ ਨਾ ਸਮਝ ਲਿਓ, ਜਿਹੜੇ ਵੀ ਅੱਖਰ ਦੇ ਸੱਜੇ ਪਾਸੇ ਇਹ ਲੱਗ ਜਾਵੇ ਕਰਸੀ ਜੀ, ਬਸ ਉਹਦਾ ਨਾਮ ਬਿਹਾਰੀ ਹੈ। ਜੇ ਅੱਖਰ ਦੇ ਲੈਫਟ ਹੈਂਡ ਲੱਗ ਜਾਵੇ ਫਿਰ ਉਹਦਾ ਨਾਮ ਹੈ ਸਿਹਾਰੀ। ਹੁਣ ਆਡਾ ਡੋਲੇ ਦੀਆਂ ਆਵਾਜ਼ਾਂ ਨੇ। ਹੁਣ ਇਹ ਈ ਦੀ ਬਿਹਾਰੀ ਹੈ। ਹਾਂ, ਸੋਚ ਕਰਕੇ ਪੜ੍ਹੋ ਇਹਨੂੰ। ਏਤੀ ਏਤੀ ਸੁਰਤ ਨਾ ਪਾਈਆ। ਸੁਰਤ ਨਾ ਪਾਈਆ। ਬਈ ਜੇ ਸਿਹਾਰੀ ਹੁੰਦੀ ਫਿਰ ਕੀ ਪੜ੍ਹਦੇ? ਪਾਇਆ। ਪਾਇਆ। ਕਿੰਨਾ ਫਰਕ ਹੈ ਸਿਹਾਰੀ ਦੇ ਬਿਹਾਰੀ ਦਾ, ਠੀਕ ਹੈ ਨਾ। ਸੋ ਇਸ ਲਈ ਮਹਾਰਾਜ ਜੀ ਕਹਿੰਦੇ ਨੇ ਸਾਲਾਹੀ ਪਰਮੇਸ਼ਰ ਸਲਾਹੁਣੇ ਯੋਗ ਹੈ। ਸਲਾਹੀ ਦਾ ਤੇ ਜੋ ਸਲਾਹਿਆ ਜਾਵੇ, ਜਿਹਦੀ ਸਿਫਤ ਹੋਵੇ, ਉਹਦਾ ਨਾਂ ਕੀ ਹੈ? ਸਾਲਾਹੀ। ਤੇ ਸਾਲਾਹੇ ਉਹ ਸਿਫਤੀ ਨੂੰ, ਉਹ ਸਲਾਹੁਣੇ ਯੋਗ ਨੂੰ ਜੇ ਸਲਾਹੀਏ, ਏਤੀ ਸੁਰਤ ਨਾ ਪਾਈਏ। ਏਤੀ ਮੈਨੇ ਇਤਨੀ, ਸੁਰਤ ਮੈਨੇ ਗਿਆਤ। ਤਾਂ ਇੰਨੀ ਵੀ ਗਿਆਤ ਨਹੀਂ ਜੇ ਪਾਈ ਵੀ ਸਲਾਹੁਣੇ ਜੇ ਲੋਕ ਨੂੰ ਸਲਾਹੁਣਾ ਹੈ। ਮਨੁੱਖਾ ਜਨਮ ਮਿਲਿਆ ਹੈ, ਮਨੁੱਖ ਨੇ ਇਹ ਵੀ ਨਹੀਂ ਸੋਝੀ ਪਾਈ ਮੈਂ ਸਲਾਹੁਣਾ ਕਿਹਨੂੰ ਹੈ। ਆਪਣੇ ਰੂਪ ਨੂੰ ਸਲਾਹੀ ਜਾਂਦਾ ਹੈ। ਸ਼ੀਸ਼ੇ ਮੂਹਰੇ ਖੜ੍ਹ ਜੂ, ਬੱਲਾ ਬੱਲਾ ਮੈਂ ਕਿੰਨਾ ਸੋਹਣਾ। ਅਤੇ ਜਿਹਨੇ ਬਣਾਇਆ ਉਹਨੂੰ ਨਹੀਂ ਸਲਾਹੁੰਦਾ।
ਇਹ ਸੁਰਤ ਪਾਈਓ ਨਹੀਂ। ਜਾਂ ਘਰ ਵਾਲੇ ਨੂੰ ਸਲਾਹੀ ਜਾਊ ਜਾਂ ਹੋਰ ਮਿੱਤਰਾਂ ਦੋਸਤਾਂ ਨੂੰ ਇੱਧਰ ਉੱਧਰ ਚਲੋ, ਬਥੇਰਾ ਜੁਗਾੜ ਪਿਆ ਹੈ। ਹਾਂ ਮਰ ਕਹਿੰਦੇ ਇਹ ਸੁਰਤ ਪਾਈਓ ਨਹੀਂ ਵੀ ਜਿਹਨੇ ਪਰਮੇਸ਼ਰ ਨੇ ਮੈਨੂੰ ਪੈਦਾ ਕੀਤਾ ਮੈਂ ਉਹਨੂੰ ਸਲਾਹਾਂ। ਨਾ ਉੱਥੇ ਬੜਾ ਸੋਹਣਾ ਲਿਖਿਆ ਹੈ, ਕਹਿੰਦੇ ਜੀ ਨਾਮ ਜਪਣ ਕੋ ਜਿਹਬਾ ਦੀਨੀ, ਹਰ ਦਰਸ਼ਨ ਕੋ ਅੱਖੀਂ, ਇੱਕ ਸਵਾਸ ਅਮੋਲਕ ਜਾਵੈ, ਹੱਥ ਨਾ ਆਵੈ ਲੱਖੀਂ। 24,000 ਸਵਾਸ ਬੰਦੇ ਦੇ, ਆਮਦ ਮੂਲ ਨਾ ਥੀਵੈ, ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੈ। ਸੋ ਨਾਮ ਜਪਣ ਕੋ, ਨਾਮ ਜਪਣ ਵਾਸਤੇ ਸਲਾਉਣ ਵਾਸਤੇ ਦਿੱਤੀ ਸੀ ਜੇਬਾਂ। ਹਰ ਦਰਸ਼ਨ ਕੋ ਅੱਖੀਂ, ਦਰਸ਼ਨ ਕਰਨ ਵਾਸਤੇ ਦਿੱਤੀਆਂ ਸੀ ਅੱਖਾਂ, ਉਹ ਵੀ ਨਹੀਂ ਕੀਤੀਆਂ। ਅੱਖਾਂ ਨਾਲ ਵੀ ਕੁਝ ਹੋਰ ਬਥੇਰਾ ਕੁਝ ਦੇਖਦਾ ਹੈ। ਅਤੇ ਇਸੇ ਤਰ੍ਹਾਂ ਨਾਮ ਜਪਣ ਕੋ ਜੇਬਾਂ ਦੇਣੀ, ਹਰ ਦਰਸ਼ਨ ਕੋ ਅੱਖੀਂ, ਇੱਕ ਇੱਕ ਸਵਾਸ ਅਮੋਲਕ ਜਾਵੈ। ਜਿਹੜਾ ਇੱਕ ਸਵਾਸ ਲੰਘ ਰਿਹਾ ਹੈ ਬੜਾ ਬੇਕੀਮਤਾ ਜਾ ਰਿਹਾ ਹੈ। ਹੱਥ ਨਾ ਆਵੈ ਲੱਖੀਂ, ਇੱਕ ਨਿਕਲ ਗਿਆ ਲੱਖਾਂ ਨੂੰ ਮਿਲਣਾ ਨਹੀਂ। ਫਿਰ ਕਿੰਨੇ ਕਿੰਨੇ ਰੋਜ਼ ਲੈਂਦਾ ਮਨੁੱਖ ਸਵਾਸ। 24,000 ਸਵਾਸ ਬੰਦੇ ਦੇ, 24,000 ਸਵਾਸ ਰੋਜ਼ ਲੈਂਦਾ। 8 ਪੈਰਾਂ ਵਿੱਚ ਇਹਨੇ ਨਿਕਲ ਜਾਂਦੇ ਨੇ। ਸੋ ਜਿਹੜੇ ਬੰਦੇ ਨੂੰ 24,000 ਦਾ ਘਾਟਾ ਹੈ ਰੋਜ਼, ਇੰਨਾ ਅੰਦਰੋਂ ਨਿਕਲ ਗਿਆ ਸਮਾਨ, ਸੋ ਬੰਦਾ ਕਿਉਂ ਜੀਵੈ। ਹਾਂਜੀ ਨਾਮ ਜਪਣ ਕੋ ਜਿਹਬਾ ਦੀਨੀ, ਹਰ ਦਰਸ਼ਨ ਕੋ ਅੱਖੀਂ, ਇੱਕ ਸਵਾਸ ਅਮੋਲਕ ਜਾਵੈ, ਹੱਥ ਨਾ ਆਵੈ ਲੱਖੀਂ। 24,000 ਸਵਾਸ ਬੰਦੇ ਦੇ, ਆਮਦ ਮੂਲ ਨਾ ਥੀਵੈ। ਨਿਕਲਦੇ ਨੇ, ਪੈਂਦੇ ਤਾਂ ਨਹੀਂ ਰੋਜ਼ ਇੰਨੇ। 24,000 ਅੰਦਰ ਨਿਕਲ ਰਹੇ ਨੇ, ਆਮਦ ਕੋਈ ਨਹੀਂ ਨਿਕਲ ਰਿਹਾ, ਘਾਟਾ ਪੈ ਰਿਹਾ। ਸੋ ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੈ। ਸੋ ਇਸ ਲਈ ਮਹਾਰਾਜ ਕਹਿੰਦੇ ਨੇ ਭਾਈ ਇਹ ਗਿਆਤ ਪਾਈਓ ਨਹੀਂ। ਗੁਰਬਾਣੀ ਦੇ ਵਾਕ ਨੇ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਇਆ, ਸੇ ਕਾਹੇ ਜਗ ਆਇਓ ਰਾਮ ਰਾਜੇ। ਹਰ ਰਾਵਣ ਵੇਰਾ ਰਾਮ, ਇਹ ਵੇਲਾ ਜਿਹੜਾ ਸੀ ਨਾਮ ਜਪਣ ਦਾ ਸੀ। ਹਾਂਜੀ ਪਰ ਇਹ ਜਿਹੜੀ ਸੋਝੀ ਇਹਨੇ ਸੁਰਤ ਜਿਹੜੀ ਸੀ, ਇਹ ਗਿਆਤ ਜਿਹੜੀ ਸੀ ਮਨੁੱਖ ਨੇ ਪਾਈ ਨਹੀਂ। ਪਦਾਰਥਾਂ ਵਿੱਚ, ਮਾਇਆ ਵਿੱਚ ਸਾਧ ਸੰਗਤ ਜੀ ਖਚ ਧੋ ਕੇ ਭੁੱਲ ਹੀ ਬੈਠਾ ਹੈ, ਨਹੀਂ ਜਪਿਆ। ਅੱਗੇ ਨਦੀਆਂ ਅਤੇ ਵਾਹ, ਅਤੇ ਨਹੀਂ ਦਲਾਵਾਂ ਤੱਤੇ ਨੂੰ ਦੇਖੋ, ਅਤੇ ਨਦੀਆਂ ਅਤੇ ਅਤਾ ਹੈ ਅਤੇ ਇੱਕ ਹੋਰ ਲਾਂ, ਅਤੇ ਇੱਕ ਹੋਰ ਤੱਤੇ ਦਲਾਵਾਂ ਤੈ। ਅਤੇ ਹੁਣ ਲੱਗੀ ਹੈ ਅੱਤਾ ਵੀ ਨਹੀਂ ਕਹਿਣਾ, ਫਿਰ ਐੜੇ ਤੇ ਹਲਕ ਲੱਗ ਗਈ। ਉਹ ਅੱਤ ਚੱਕੀ ਵਾਲੀ ਅਰਥ ਬਣ ਜੂ, ਬੜਾ ਅੱਤ ਚੱਕੀ ਹੈ ਇਹਨੇ। ਅਤਾ ਮੀਨਜ਼ ਐਂਡ, ਜਿਹੜਾ ਅੰਗਰੇਜ਼ੀ ਕਹਿ ਦਿੰਦੇ ਹੋ ਤੁਸੀਂ, ਅਤਾ ਹੈ। ਬੋਲੋ ਨਦੀਆਂ ਅਤੈ ਵਾਹ, ਨਦੀਆਂ ਅਤੇ ਵਾਹ, ਪਵ ਹੈ ਸਮੁੰਦ, ਪਵ ਹੈ ਸਮੁੰਦ, ਨਾ ਜਾਣੀਆ ਹੈ। ਨਾ ਜਾਣੀ ਦੇਖੋ ਇਹਨੇ ਵਿਸ਼ਰਾਮ ਗਲਤ ਦਿੱਤਾ ਹੈ, ਨਾ ਤੇ ਵਿਸ਼ਰਾਮ ਕਰਿਆ ਪਿਆ ਹੈ। ਰਾਗੀ ਵੀਰ ਇਹਨੂੰ ਪੜ੍ਹ ਕੇ ਫੋਲੋ ਕਰਦੇ ਨੇ, ਦੇਖ ਕੇ ਉੱਦਾਂ ਹੀ ਫਿਰ ਇਹਨਾਂ ਨੇ ਇਹਨੂੰ ਪੜ੍ਹ ਜਾਂਦੇ ਨੇ। ਇਸ ਕਰਕੇ ਉਹ ਨਾ ਤੇ ਵਿਸ਼ਰਾਮ ਨਹੀਂ ਹੈਗਾ। ਨਦੀਆਂ ਅਤੇ ਵਾਹ, ਨਦੀਆਂ ਅਤੇ ਵਾਹ, ਇੱਥੇ ਜਮਕ ਆ ਗਈ। ਪਵ ਹੈ ਸਮੁੰਦ, ਪਵ ਹੈ ਸਮੁੰਦ, ਇੱਥੇ ਵਿਸ਼ਰਾਮ ਹੈ। ਨਾ ਜਾਣੀ ਇਹ ਹੈ, ਨਾ ਜਾਣੀ ਇਹ, ਤੇ ਇਹਦਾ ਕਹਿੰਦਾ ਜਾਣੀ ਇਹ ਹੈ, ਕਹਿੰਦਾ ਜਾਣ ਲਿਆ ਸਾਰਾ ਕੁਛ। ਇਸ ਕਰਕੇ ਇਹ ਸਮੁੰਦਰ ਦੇ ਵਿਸ਼ਰਾਮ ਕਰੋ, ਨੰਨੇ ਨੂੰ ਹੇਠਾਂ ਲਿਆਓ। ਸੋ ਇਸ ਕਰਕੇ ਨਦੀਆਂ, ਵੱਡੇ ਵੱਡੇ ਦਰਿਆ, ਵਾਹ ਹੁੰਦੇ ਨੇ ਨਾਲੇ, ਛੋਟੀਆਂ ਨਦੀਆਂ, ਨਾਲੇ ਜਿਹੜੇ ਨੇ। ਪਵਾ ਹੈ ਸਮੁੰਦਰ, ਜਦੋਂ ਸਮੁੰਦਰ ਵਿੱਚ ਪੈ ਜਾਂਦੇ ਨੇ, ਜੋ ਵਿਸ਼ਰਾਮ ਮੁਤਾਬਕ ਅਰਥ ਦੇ ਸਪਸ਼ਟ ਹੋ ਜਾਂਦਾ ਹੈ। ਉੱਥੇ ਸੀ ਸਮੁੰਦਰ, ਨਾ ਸਮੁੰਦਰ ਹੈ ਹੀ ਨਹੀਂ ਕੋਈ, ਸਮੁੰਦਰ 'ਚ ਪੈਂਦੇ ਹੀ ਕੋਈ ਨਹੀਂ, ਨਾ ਤੇ ਜੇ ਵਿਸ਼ਰਾਮ ਕਰਦੇ ਹਾਂ ਅਰਥ ਕਿੰਨਾ ਉਲਟ ਪਾਸੇ ਜਾਂਦਾ ਹੈ। ਜਦੋਂ ਇਹ ਸਮੁੰਦਰ ਵਿੱਚ ਪੈ ਜਾਂਦੇ ਨੇ, ਨਾ ਜਾਣੀਆ ਹੈ, ਫਿਰ ਨਿਕਲਣਾ ਨਹੀਂ ਜਾਣਦੇ। ਕੋਈ ਦੱਸ ਸਕਦੇ ਵੀ ਮੈਂ ਨਦੀ ਨਿਕਲ ਕੇ, ਗੰਗਾ ਨਿਕਲ ਕੇ ਬਾਹਰ ਆ ਗਈਆਂ ਸਮੁੰਦਰ 'ਚੋਂ, ਅਤੇ ਜਮਨਾ ਦੱਸ ਸਕਦੇ ਮੈਂ ਬਾਹਰ ਆ ਗਈ ਹਾਂ। ਹੋਰ ਕਿੰਨੇ ਨਾਲੇ ਪੈ ਗਏ ਨੇ, ਦੱਸ ਸਕਦੇ ਕਿ ਮੈਂ ਬਾਹਰ ਆ ਗਿਆ। ਨਾ ਜਾਣੀਆ, ਨਿਕਲਣਾ ਨਹੀਂ ਜਾਣਦੇ, ਸਮੁੰਦਰ 'ਚ ਲੀਨ ਹੋ ਜਾਂਦੇ। ਇਸੇ ਤਰ੍ਹਾਂ ਅੰਤਰੀ ਅਰਥ ਫਿਰ ਇਹਦਾ, ਨਦੀਆਂ ਦੇ ਸਮਾਨ ਬੜੇ ਬੜੇ ਸ਼ਾਹੂਕਾਰ ਲੋਕ, ਸੇਠ ਲੋਕ ਜਿਹੜੇ ਨਦੀਆਂ ਵਾਂਗੂ ਨੇ, ਅਤੇ ਵਾਹ ਨਾਲਿਆਂ ਵਾਂਗੂ ਹੋਰ ਗਰੀਬ ਲੋਕ। ਪਵੈ ਸਮੁੰਦ, ਸੰਸਾਰ ਸਮੁੰਦਰ ਵਿੱਚ ਪਏ ਹੋਏ ਨੇ। ਨਾ ਜਾਣੀਆਂ, ਨਿਕਲਣਾ ਜਾਣਦੇ ਹੀ ਨਹੀਂ, ਕਿਵੇਂ ਨਿਕਲੀਏ ਸੰਸਾਰ 'ਚੋਂ। ਇੱਕ ਤਾਂ ਇਹ ਅਰਥ ਹੋਇਆ। ਅੱਗੇ ਚਲੋ ਫਿਰ ਅਰਥ ਹੋਣਗੇ ਦੁਬਾਰੇ ਮੁੜ ਕੇ, ਫਿਰ ਚਲੋ ਫਿਰ ਸਮੁੰਦ ਸਾਹ ਸੁਲਤਾਨ ਗਿਰ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ। ਠੀਕ ਹੈ।
ਉਹ ਵੀ ਮਾਲ ਦਾ ਉੱਥੇ ਉਹਨੇ ਲਾਇਆ ਪਿਆ ਵਿਸਰਾਮ। ਸੋ ਇਸ ਕਰਕੇ ਇਹਨੂੰ ਠੀਕ ਕਰ ਲਿਓ। ਛੇਤੀ ਤੇ ਵਿਸਰਾਮ ਹੈ। ਸਮੁੰਦ ਸ਼ਾਹ ਸੁਲਤਾਨ ਵਿਸਾਲ ਸੁਲਤਾਨ ਇੱਥੇ ਵਿਸਰਾਮ ਹੈ। ਗਿਰਹਾ ਸੇਤੀ ਮਾਲ ਧਨ। ਗਿਰਹਾ ਸੇਤੀ ਮਾਲ ਤਨ। ਹਾਂ, ਇਹ ਸੰਸਾਰ ਸਮੁੰਦਰ ਵਿੱਚ ਬੜੇ ਬੜੇ ਸ਼ਾਹ ਲੋਕ ਜਿਹੜੇ ਨੇ। ਸੁਲਤਾਨ ਕੌਣ? ਚੱਕਰਵਰਤੀ ਬਾਦਸ਼ਾਹ। ਗਿਰਹਾ ਗਿਰਨਾ ਬਾਣੀ ਦਾ ਹੁੰਦਾ ਹੈ। ਸੋ ਜਿਹੜੇ ਆਪਣੇ ਇੱਕ ਬਚਨ ਕਹਿ ਦੇਣ ਨਾ, ਬਾਣੀ ਬੋਲ ਦੇਣ ਮੁਖ ਤੋਂ, ਬਾਣੀ ਦੇ ਛੇਤੀ ਮੈਨੇ ਨਾਲ ਹੈ, ਬਾਣੀ ਦੇ ਕਹਿਣ ਵਾਲੇ ਬਚਨ ਕਹਿਣ ਦੇ ਨਾਲ ਜਿਹੜੇ ਅਮੀਰ ਲੋਕ ਨੇ ਜਾਂ ਚੱਕਰਵਰਤੀ ਬਾਦਸ਼ਾਹ ਨੇ, ਮਾਲ ਧਨ। ਮਾਲ ਹੁੰਦੇ ਹਾਥੀ ਘੋੜੇ ਆਦਿਕ, ਅਤੇ ਧਨ ਹੋ ਗਿਆ ਮਾਇਆ। ਉਹ ਜਦ ਇਕੱਠਾ ਕਰ ਲੈਂਦੇ ਨੇ, ਕਹਿਣ ਦੀ ਦੇਰ ਹੁੰਦੀ ਹੈ। ਭਰ ਕੇ ਨਹੀਂ ਉਹਨੇ ਫਟਾਫਟ ਟੈਕਸ ਕਹਿਣ ਦੀ ਲੋੜ ਹੈ ਉਹਨਾਂ ਦਾ। ਇੰਨੇ % ਟੈਕਸ ਲੈਣਾ ਤੁਹਾਡੇ ਤੋਂ। ਉਹਨਾਂ ਨੇ ਕਹਿ ਦਿੱਤਾ ਨਾ, ਬਾਗ ਕਹਿ ਦਿੱਤੇ ਨੇ ਕਾਨੂੰਨ ਨੇ, ਅਤੇ ਭਰ ਕੇ ਆਉਂਦੇ ਹੋ ਪਹਿਲਾਂ ਛੇਤੀ ਛੇਤੀ, ਕਿਤੇ ਮੈਂ ਤੋਂ ਮੈਂ ਪਛੜ ਨਾ ਜਾਵਾਂ, ਨਾ ਭਲਿਆ ਗਿਆ ਅਤੇ ਹੋਰ ਪਲੰਟੀ ਨਾ ਪੈ ਜਾ ਕਿਤੇ। ਇਸੇ ਤਰ੍ਹਾਂ ਜਿਹੜੇ ਬੜੇ ਬੜੇ ਸ਼ਾਹ ਨੇ, ਚੱਕਰਵਰਤੀ ਬਾਦਸ਼ਾਹ ਨੇ, ਗਿਰਹਾ ਇੱਕ ਹੀ ਬਚਨ ਮੂੰਹ 'ਚੋਂ ਕਹਿ ਦੇਣ ਤਾਂ ਉਹ ਕਹਿਣ ਦੇ ਨਾਲ ਹੀ ਮਾਲ ਧਨ ਪ੍ਰਾਪਤ ਹੋ ਜਾਂਦਾ ਹੈ। ਹਾਥੀ ਘੋੜੇ ਧਨ ਆਦਿਕ ਲੈ ਸਕਦੇ ਨੇ ਉਹ। ਅੱਗੇ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰਹਿ। 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 ਬਾਬੇ ਨੇ ਸੱਜੇ ਪਾਸੇ ਹੈ। ਵਿਸਰਹਿ। ਕੀ ਹੈ ਬਾਬੇ ਨੂੰ? ਬਿਹਾਰੀ। ਹਾਂ, ਵਿਸਰਹਿ। ਵਿਸਰਹਿ। ਅੱਗੇ ਪੜ੍ਹਦੇ ਵਿਸਰਹਿ। ਸੁੱਕ ਨਾ ਉਲਟ ਹੋ ਜਾਂਦਾ ਹੈ ਨਾ। ਪੜ੍ਹੋ, ਕੀੜੀ ਤੁਲ ਨਾ ਹੋਵਨੀ। ਕੀੜੀ ਤੁਲ ਨਾ ਹੋਵਨੀ। ਇੱਥੇ ਤਾਂ ਆ ਗਿਆ ਜਮਕ ਵਿਸਰਾਮ ਸੌਰੀ। ਜੇ ਤਿਸ ਮਨਹੁ ਨਾ ਵਿਸਰਹਿ। ਜੇ ਤਿਸ ਮਨਹੁ ਨਾ ਵਿਸਰਹਿ। ਐਡੇ ਐਡੇ ਜਿਹੜੇ ਬਾਦਸ਼ਾਹ ਨੇ, ਸੁਲਤਾਨ ਨੇ, ਸ਼ਾਹ ਜਿਹੜੇ ਨੇ, ਭਾਈ ਕੀੜੀ ਤੁਲ ਨਾ ਹੋਵਨੀ। ਤੁਲ ਮਨੇ ਬਰਾਬਰ। ਇਹ ਕੀੜੀ ਦੇ ਤੁਲ ਨਹੀਂ ਹੋ ਸਕਦੇ। ਜੇ ਤਿਸ ਮਨਹੁ ਨਾ ਵਿਸਰਹਿ, ਜੇ ਉਹਨਾਂ ਨੇ ਮਨ ਵਿੱਚੋਂ ਮਾਇਆ ਹੀ ਨਹੀਂ ਵਿਸਰਦੀ, ਵਕਾਰ ਹੀ ਨਹੀਂ ਭੁੱਲਦੇ ਉਹਨਾਂ ਨੂੰ, ਫਿਰ ਕੀੜੀ ਵਰਗੇ ਵੀ ਨਹੀਂ। ਹਾਂਜੀ, ਜੇ ਤਿਸ ਮਨਹੁ ਨਾ ਵਿਸਰਹਿ, ਜੇ ਉਹਨਾਂ ਨੂੰ ਮਾਇਆ ਨਹੀਂ ਭੁੱਲਦੀ, ਵਕਾਰ ਨਹੀਂ ਭੁੱਲਦੇ, ਕੀੜੀ ਦੇ ਤੁਲ ਵੀ ਨਹੀਂ ਹਨ। ਇਸ ਨੂੰ ਫਿਰ ਚਲੋ ਜੀ ਉੱਥੋਂ ਨਦੀਆਂ ਤੇ ਵਾਹ ਤੋਂ ਫਿਰ ਅਗਲਾ ਅਰਥ ਹੋਵੇਗਾ। ਬਸ ਇਹ ਨਦੀਆਂ ਸਾਬ ਨਦੀਆਂ ਅੰਤ ਵਾ ਅਤੈ ਵਾ ਪਵੈ ਸੰਬੰਧ ਨਾ ਜਾਣੀਐ। ਜਾਣੀਆ ਹੈ। ਜਾਣੀਐ। ਅੱਗੇ ਆਪਾਂ ਜਾਣੀਆ ਹੀ ਪੜ੍ਹਦੇ ਹਾਂ ਨਾ, ਅਤੇ ਹਾਹੇ ਨੂੰ ਸਿਆਰੀ ਕੌਣ ਲਾਏਗਾ? ਆਹ ਕੌਣ ਲਾਏਗਾ? ਜਾਣੀਆ ਹੈ। ਜਾਣੀਐ। ਨਦੀਆਂ ਵੀ ਨਦੀਆਂ ਸਮਾਨ ਜਿਹੜੇ ਅਸੀਂ ਭਾਈ, ਇਹ ਜਿਹੜੇ ਅਮੀਰ ਲੋਕ ਸੀ, ਵਾਹ ਨਾਲਿਆਂ ਦੀ ਸਮਾਨ ਜੋ ਸੀ, ਜਿਵੇਂ ਨਦੀਆਂ ਅਤੇ ਵਾਹ ਨਾਲੇ ਜਿਹੜੇ ਸਮੁੰਦਰ ਵਿੱਚ ਪੈ ਜਾਂਦੇ ਨੇ, ਜਾਣੇ ਨਹੀਂ ਜਾਂਦੇ, ਕਿ ਕੀ ਵੱਖਰੇ ਵੱਖਰੇ ਨਹੀਂ ਗਣੇ ਜਾਂਦੇ। ਇਸੇ ਤਰ੍ਹਾਂ ਉਹ ਵੀ ਜਿਹੜੇ ਨੇ ਅੱਗੇ ਸਮੁੰਦ ਸ਼ਾਹ ਸੁਲਤਾਨ। ਸਮੁੰਦ ਸ਼ਾਹ ਸੁਲਤਾਨ। ਇਹ ਜਿਹੜੇ ਸਮੁੰਦਰ ਦੀ ਨਿਆਈ, ਅੱਗੇ ਦੇ ਸੰਸਾਰ ਸਮੁੰਦਰ ਰਹਿਣ ਵਾਲੇ, ਪਰ ਸਮੁੰਦਰ ਦੀ ਨਿਆਈ ਵੱਡੇ, ਜਿਹੜਾ ਕਿੱਡਾ ਕਿੱਡਾ ਸਮੁੰਦਰ ਹੈ, ਐਡੇ ਐਡੇ ਕੋਈ ਸ਼ਾਹ ਬਣ ਗਏ ਸਮੁੰਦਰ 'ਚ, ਐਡ ਕੋਈ ਸੁਲਤਾਨ ਬਣ ਗਿਆ। ਗਿਰਹਾ ਨਾਮ ਪਹਾੜ ਦਾ ਵੀ ਹੁੰਦਾ ਹੈ। ਪਹਾੜਾਂ ਜਿੱਡਾ ਜਿੱਡਾ ਉਹਨਾਂ ਕੋਲ ਧਨ ਹੋਵੇ, ਗਿਰਹਾ ਨਾਮ ਪਹਾੜ ਦਾ। ਪਹਿਲਾਂ ਗਿਰਹਾ ਦਾ ਕੀ ਅਰਥ ਲਿਖਿਆ ਹੈ? ਬਚਨ। ਹੁਣ ਗਿਰਹਾ ਨਾਮ ਪਹਾੜ ਦਾ। ਪਹਾੜਾਂ ਜਿੱਡਾ ਉਹਨਾਂ ਕੋਲ ਮਾਲ ਧਨ ਹੋਵੇ, ਇੰਨਾ ਧਨ ਵਿਭੂਤੀ ਵਾਲੇ ਹੋਣ। ਅੱਗੇ ਕੀੜੀ। ਕੀੜੀ ਤੁਲ ਨਾ ਹੋਵਨੀ। ਉਹ ਕੀੜੀ ਦੇ ਤੁਲ ਵੀ ਨਹੀਂ ਹੋ ਸਕਦੇ। ਹਾਂਜੀ। ਜੇ ਤਿਸ ਮਨਹੁ ਨਾ ਮਨਹੁ, ਹਾਂ ਪੂਰਾ ਲਾ ਕੇ, ਜੇ ਤਿਸ ਮਨਹੁ ਸਿਮਰੋ ਨਾ ਵਿਸਰਹਿ। ਨਾ ਵਿਸਰਹਿ। ਜਿਹੜੀ ਕੀੜੀ ਨੂੰ ਮਨ ਵਿੱਚੋਂ ਨਾਮ ਨਹੀਂ ਭੁੱਲਦਾ, ਕੀੜੀ ਉਹ ਜਪੀ ਜਾਂਦੀ ਹੈ, ਤੇਰੇ ਨਾਲ ਕੀੜੀ ਚੰਗੀ ਆ, ਤੂੰ ਤਾਂ ਫਿਰ ਵੀ ਮਨੁੱਖ ਹੈ। ਜਿਹੜੀ ਕੀੜੀ ਨੂੰ ਨਾਮ ਵਿਸਰਦਾ ਹੀ ਨਹੀਂ, ਉਹ ਕੀੜੀ ਦੇ ਬਰਾਬਰ ਨਹੀਂ ਹੋ ਸਕਦੇ। ਜਾਂ ਕੀੜੀ ਤੁਲ, ਕੀੜੀਆਂ ਵੇਖੀਆਂ ਹੋਣੀਆਂ ਤੁਸੀਂ, ਸਾਰਾ ਦਿਨ ਉਹ ਦਾਣੇ ਜਿਹੇ ਇਕੱਠੇ ਕਰਦੀਆਂ ਰਹਿੰਦੀਆਂ ਨੇ, ਜੋ ਉਹਨਾਂ ਨੂੰ ਮਿਲ ਗਿਆ ਨਿੱਕੇ ਨਿੱਕੇ ਪੀਸ ਜਮ੍ਹਾਂ ਕਰੀ ਜਾਂਦੇ ਨੇ, ਇਕੱਠੇ ਕਰੀ ਜਾਂਦੀਆਂ, ਇਕੱਠੇ ਕਰੀ ਜਾਂਦੀਆਂ ਨੇ। ਕਹਿੰਦੇ ਵੀ ਤੂੰ ਵੀ ਕੀੜੀ ਵਰਗਾ ਹੀ ਹੈ, ਕੀੜੀ ਤੁੱਲੇ ਹੈ, ਫਿਰ ਤੁਲ 'ਤੇ ਜੰਮ ਕਰਾਉਣੀ ਪਊਗੀ। ਕੀੜੀ ਤੁਲ। ਫਿਰ ਐਡੇ ਐਡੇ ਸਾਹ ਵਾਰਸਾ ਵੀ ਜਿਹੜੇ ਕੀੜੀ ਤੁੱਲੇ ਨੇ, ਕੀੜੀ ਵਰਗੇ ਨੇ। ਕਿਉਂ? ਉਹ ਵੀ ਤਾਂ ਧਨ ਇਕੱਠਾ ਕਰੀ ਜਾਂਦੇ ਨੇ, ਮਾਇਆ ਇਕੱਠੀ ਕਰੀ ਜਾਂਦੇ ਨੇ। ਉਹ ਕੀੜੀ ਤੁੱਲੇ ਨੇ। ਨਾ ਹੋਵਨੀ, ਨਹੀਂ ਹੋਣੀ ਉਹਨਾਂ ਨੂੰ ਰੱਬ ਦੀ ਪ੍ਰਾਪਤੀ। ਨਾ ਹੋਵਨੀ, ਹੋਣੀ ਨਹੀਂ ਪ੍ਰਾਪਤੀ ਰੱਬ ਦੀ। ਜੇ ਤਿਸ ਮਨਹੁ ਨਾ ਵਿਸਰਹਿ। ਜੇ ਉਹਨਾਂ ਨੂੰ ਇਹ ਮਾਇਆ ਮਨ ਵਿੱਚੋਂ ਵਿਸਰਦੀ ਹੋ ਨਹੀਂ, ਵਿਸ਼ੇ ਵਿਕਾਰ ਨਹੀਂ ਵਿਸਰਦੇ, ਨਾ ਹੋਵਨੀ, ਨਹੀਂ ਹੋਣੀ ਪ੍ਰਾਪਤੀ ਰੱਬ ਦੀ। ਸੋ ਇਹ ਅਰਥ ਹੁਣ ਅੰਤਰੀ ਅਰਥ ਹੋ ਰਿਹਾ ਇਸੇ ਦਾ ਹੀ। ਅੱਗੇ ਚਲੋ ਨਦੀਆਂ ਤੇ ਵਾਹ।
नदी अंत वाह बोलो सारे जी, सारे बोलिਓ। अंत वाह ना जानिए। ਤੁਸੀਂ ਸਮੁੰਦਰ ਤੇ ਤਾਂ ਰੁਕੇ ਹੀ ਨਹੀਂ। ਬੋਲੋ ਫਿਰ ਬਸਰਾਮ ਠੀਕ ਪਕਾਓ ਇਹਨੂੰ। ਨਦੀਆਂ ਅਤੈ ਵਾਹ पावे समन ना जानिए। ਹੁਣ ਹੋਇਆ ਸੋ। ਹਾਂ, ਜਿਹੜੇ ਭਾਈ ਗੁਰਮੁਖ ਨੇ ਨਾਮ ਜਪਣ ਵਾਲੇ, ਨਦੀਆਂ ਦੀ ਨਿਆਈ ਵੱਡੇ ਤਤਵੇਤਾ ਮਹਾਤਮਾ ਬ੍ਰਹਮ ਗਿਆਨੀ, ਉਹ ਵਾਹ ਨਾਮ ਨਾਲਿਆਂ ਦੀ ਨਿਆਈ ਜਗਿਆਸੂ ਤੇ ਪਵੈ ਸਮੁੰਦ। ਹਾਂ, ਉਹ ਵੀ ਸੰਸਾਰ ਸਮੁੰਦਰ ਵਿੱਚ ਪਏ ਨੇ। ਤੇ ਜਾਂ ਪਵੈ ਸਮੁੰਦ, ਸਮੁੰਦਰ ਕੌਣ ਹੈ? ਪਰਮੇਸ਼ਰ। ਸਮੁੰਦਰ ਜਿਹੜਾ ਪਰਮੇਸ਼ਰ ਹੈ ਤੇ ਨਾ ਪਵ ਹੈ, ਉਹਦੇ ਵਿੱਚ ਲੀਨ ਹੋ ਗਏ ਨਾਮ ਜਪ ਕੇ। ਵਾਹਿਗੁਰੂ ਰੂਪੀ ਸਮੁੰਦਰ ਵਿੱਚ ਉਹ ਪੈ ਗਏ ਨੇ, ਲੀਨ ਹੋ ਗਏ ਨੇ, ਉਹਦੇ ਵਿੱਚ ਸਮਾ ਗਏ ਨੇ। ਨਾ ਜਾਣੀਆ ਹੈ, ਹੁਣ ਉਹ ਵੱਖਰੇ ਨਹੀਂ ਜਾਣੇ ਜਾਂਦੇ। ਜਿਹੜੇ ਰੱਬ ਵਿੱਚ ਇੱਕ ਵਾਰੀ ਮਿਲ ਗਏ, ਭੇਦ ਹੋ ਗਏ ਸਮੁੰਦਰ ਵਿੱਚ, ਸਾਹਿਬ ਪਰਮੇਸ਼ਰ ਦੇ ਵਿੱਚ ਵੱਖਰੇ ਨੇ। ਉਹਨਾਂ ਨੂੰ ਕਹਿ ਸਕਦੇ ਸੀ ਇਹ ਮਨੁੱਖ ਸੀ ਜਾਂ ਕੀ ਸੀ, ਕਿਉਂ? ਬ੍ਰਹਮ ਲੀਨ ਹੋ ਗਏ, ਬ੍ਰਹਮ ਰੂਪੇ ਹੋ ਗਏ। ਅੱਗੇ ਇਹ ਗੁਰਮੁਖਾਂ ਦੀ ਅਵਸਥਾ ਆ ਗਈ ਨੇ ਇਹਦੇ 'ਚ ਹੀ। ਸਮੁੰਦ ਸਾਹ ਸੁਲਤਾਨ, समुंद सासो ਉਹ ਫਿਰ ਐਸੇ ਤੱਤ ਵਿੱਚ ਸਮੁੰਦਰ ਦੀ ਨਿਆਈ ਜਿਹੜੇ ਵੱਡੇ ਵੱਡੇ ਬ੍ਰਹਮ ਵਿੱਚ ਸ਼ਾਹ ਸੁਲਤਾਨ ਸੀ, ਮਹਾਂਪੁਰਖ ਜਿਹੜੇ ਸੀ ਐਸੇ। ਤੇ ਸਾਹ ਦੀ ਨਿਆਈ ਜਿਹੜੇ ਜਗਿਆਸੂ। ਹਾਂਜੀ, ਗਿਰਹਾ ਸੇਤੀ ਮਾਲ ਧਨ, घेरे साथी माल धन। ਜਿਨ੍ਹਾਂ ਨੇ ਜਿਹੜਾ ਸੀ ਗਿਰਹਾ ਬਾਣੀ ਦੁਆਰਾ, ਬਾਣੀ ਨਾਲ ਮਾਲ ਧਨ ਜਿਹੜਾ ਨਾਮ ਰੂਪੀ ਧਨ ਨੂੰ, ਜਿਨ੍ਹਾਂ ਨੇ ਭਾਈ ਭੰਡਾਰੇ ਪੜੇ ਨੇ ਪਹਾੜਾਂ ਵਾਂਗੂ ਗਿਰਹਾ, ਇੰਨਾ ਧਨ ਇਕੱਠਾ, ਨਾਮ ਰੂਪੀ ਧਨ ਇੰਨਾ ਇਕੱਠਾ ਕਰ ਲਿਆ, ਜਮ੍ਹਾਂ ਕਰ ਲਿਆ। ਫਿਰ ਉਹ ਕੀ ਨੇ? ਅੱਗੇ ਬੋਲੋ ਸਾਰੇ। ना हो बनी जे देश मने ना विसरे। ਧੱਕਾ ਸਟਾਰ ਨੇ ਸਾਰੇ, ਧੱਕਾ ਲਾਈ ਸਟਾਰਟ ਹੁੰਦੇ। ਉਹ ਕੋਈ ਟਰੈਕਟਰ ਨਹੀਂ ਬਣਨਾ ਚਾਹੁੰਦੇ, ਕਈ ਕਾਰਾਂ ਬੰਦ ਹੋ ਜਾਂਦੇ, ਧੱਕਾ ਲਾਉਂਦੇ, ਫੇਰ ਸਟਾਰਟ ਹੁੰਦੀ। ਤੇ ਤੁਹਾਡਾ ਵੀ ਉਹੀ ਕੰਮ ਹੈ, ਧੱਕਾ ਸਟਾਰਟ। ਫਿਰ ਅੱਜ ਕਿਹੜੀ ਤੁਲਨਾ ਹੋਵਨੀ? कीड़ी तो ना हो बनी ਜੇ ਤਿਸ ਮਨ ਹੋ ਨਾ ਵੀਸਰ ਹੈ। जे देश मन हो ना विसरे। ਉਹ ਭਾਈ ਕੀੜੀ ਦੀ ਤੁਲ ਹੁੰਦੇ ਨੇ, ਉਹ ਨਿਮਰਤਾ ਵਾਲੇ ਹੁੰਦੇ ਨੇ, ਹੰਕਾਰ ਨਹੀਂ ਕਰਦੇ। ਨਾ ਹੋਵਨੀ, ਹੰਕਾਰ ਨਹੀਂ ਉਹਨਾਂ ਨੂੰ ਹੁੰਦਾ। ਉਹ ਕੀੜੀ ਤੁਲ ਆਪਣੇ ਆਪ ਨੂੰ ਨੀਵਾਂ ਸਮਝਦੇ ਨੇ, ਨਹੀਂ ਹੰਕਾਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ, ਆਪਣੇ ਜਪਣ ਦਾ, ਆਪਣੇ ਤਪ ਕਰਨ ਦਾ। ਸੋ ਨਿਮਰਤਾ ਵਿੱਚ ਰਹਿੰਦੇ ਨੇ। ਜੇ ਤਿਸ ਮਨ ਹੋ ਨਾ ਵੀਸਰ ਹੈ, जे देश मन हो ना ਜਿਹੜਾ ਨਾਮ विसरे। ਉਹਨਾਂ ਨੂੰ ਕਦੇ ਮਨ ਵਿੱਚੋਂ ਵਿਸਰਦਾ ਹੀ ਨਹੀਂ। ਉਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਸੋ ਇਹ ਉਹਨਾਂ ਦੀ ਅਵਸਥਾ ਦੱਸ ਦਿੱਤੀ ਸਾਰੀ ਪੌੜੀ 'ਚ। ਚੱਲੀਏ ਅੱਗੇ। ਆ ਤਾਂ ਸਾਰਾ ਕੁਝ ਯਾਦ ਹੀ ਆ ਹੁਣ ਤੁਹਾਨੂੰ। ਚਲੋ ਕੱਲ੍ਹ ਨੂੰ ਸੁਣਾਉਣਗੇ ਆ ਕੇ। अंत ना सिफती कहन ना अंत। ਹੁਣ ਮਾਰੇ ਉਹ ਜਿਹੜਾ ਸਿਫਤੀ ਪਰਮੇਸ਼ਰ ਹੈ, ਉਹਦੇ ਸਿਫਤਾਂ ਦਾ ਵੀ ਅੰਤ ਨਹੀਂ। ਸਿਫਤੀ ਕੌਣ ਹੈ? ਪਰਮੇਸ਼ਰ, ਜਿਹਦੀ ਸਿਫਤ ਹੁੰਦੀ ਹੈ। ਸਿਫਤੀ ਦਾ ਵੀ ਅੰਤ ਨਹੀਂ। ਸਿਫਤੀ ਸਿਫਤਾਂ ਕਰਨ ਵਾਲਿਆਂ ਦਾ ਵੀ ਅੰਤ ਨਹੀਂ। ਸਿਫਤੀ ਉਹਦੀਆਂ ਸਿਫਤਾਂ ਦਾ ਵੀ ਅੰਤ ਨਹੀਂ। ਇੱਥੇ ਹੁਣ ਤੱਤਿਆਂ ਨੂੰ ਔਂਕੜ ਨੇ ਜੀ ਸਾਰੇ। ਦੋ ਇਹਦੇ ਵਿੱਚ ਲੈਣਾ ਆਉਣੀਆਂ, ਉੱਥੇ ਤੱਤੇ ਨੂੰ ਔਂਕੜ ਹੋਣੇ ਨਹੀਂ। ਉਹਨਾਂ ਨੂੰ ਬਿਨਾਂ ਔਂਕੜ ਤੋਂ ਪੜ੍ਹਿਓ, ਪਰ ਇੱਥੇ ਔਂਕੜਾਂ ਸਹਿਤ ਹੈ, ਜਿੱਥੇ ਔਂਕੜ ਨਾ ਪੜ੍ਹੋ। ਅੰਤ ਤੱਤੇ ਨੂੰ ਭਾਰਾ ਕਰ ਦੋ, ਔਂਕੜ ਬੋਲ ਜਾਊਗਾ। ਅੰਤ ਨਹੀਂ ਲੱਗਿਆ ਹੁਣ। ਅੰਤ ਅੰਤ ਅੰਤੂ ਵੀ ਨਾ ਕਰ ਦਿਓ ਕਿਤੇ, ਉਹ ਫਿਰ ਦੁਲੇਕਣ ਲੱਗ ਜਾਣਗੇ। ਅੰਤ ਅੰਤ ਨਾ ਸਿਫਤੀ, अंत ना सिफती ਕਹਿਣ ਨਾ ਅੰਤ। कहन ना अंत। ਹੁਣ ਲੱਗਦੇ ਨੇ ਔਂਕੜ, ਅੱਗੇ ਛੇਤੀ ਮਾਰ ਜਾਂਦੇ ਟਪੂਸੀ। ਸੋ ਉਹਦੀਆਂ ਸਿਫਤਾਂ ਦਾ ਅੰਤ ਨਹੀਂ, ਸਿਫਤੀ ਦਾ ਅੰਤ ਨਹੀਂ, ਤੇ ਕਹਿਣ ਨਾ ਅੰਤ। ਕਹਿਣ ਵਾਲਿਆਂ ਦਾ ਵੀ ਅੰਤ ਨਹੀਂ। ਕਿੰਨੀਆਂ ਸਿਫਤਾਂ ਕਹਿਣ ਵਾਲੇ ਨੇ, ਉਹ ਵੀ ਅੰਤ ਨਹੀਂ। ਜਾਂ ਕਹਿਣ ਉਹਦੇ ਵਿਖਿਆਨ ਦਾ, ਉਹਦੇ ਕਥਨ ਦਾ ਵੀ, ਜਿਹੜੀਆਂ ਸਿਫਤਾਂ ਦਾ ਕਥਨ ਕਰਦਾ ਹੈ, ਕਥਨ ਦਾ ਵੀ ਅੰਤ ਨਹੀਂ। ਅੱਗੇ ਜਾਂ ਫਿਰ ਅੰਤ ਤੇ ਹੀ ਅੰਤ। ਕਿਹਨਾਂ ਦਾ ਅੰਤ ਹੈ? ਜਿਹੜੇ ਕਹਿੰਦੇ ਨੇ ਅਸੀਂ ਸਿਫਤਾਂ ਕਰ ਸਕਦੇ ਹਾਂ, ਅੰਤ ਲੈ ਲਿਆ, ਉਹਨਾਂ ਦਾ ਅੰਤ ਹੋ ਜਾਂਦਾ ਹੈ। ਹਾਂ, ਅੱਗੇ अंत ना करने देन ना अंत। ਠੀਕ ਹੈ, ਦੁਲਾਵਾਂ ਨੇ ਠੀਕ ਲਾਈਆਂ ਨੇ, ਔਂਕੜ ਵੀ ਠੀਕ ਲਾਤਾ। ਬੋਲੋ ਤੁਸੀਂ ਲਾ ਕੇ ਦੇਖਿਓ। अंत ना करना देन ना अंत। ਹਾਂ ਠੀਕ ਲੱਗੇ ਨੇ। ਕਰਨਾ ਉਹਦੇ ਕਰਤੱਬਾਂ ਦਾ ਅੰਤ ਨਹੀਂ। ਉਹਨੇ ਕਿਵੇਂ ਸੰਸਾਰ ਦੀ ਉਤਪਤੀ ਕੀਤੀ, ਉਹਦਾ ਕਰਤੱਵ ਹੈ। ਕਿਵੇਂ ਪੈਦਾ ਕਰਤਾ ਸੰਸਾਰ, ਫਿਰ ਪੈਦਾ ਕੀਤੇ ਨੂੰ ਪਾਲਦਾ ਕਿਵੇਂ ਹੈ, ਫਿਰ ਸਾਸੰਗ ਜੀ ਪਾਲਿਆ ਨੂੰ ਫਿਰ ਮਾਰਦਾ ਕਿਵੇਂ ਹੈ, ਇਹ ਉਹਦੇ ਕਰਤੱਵ ਨੇ, ਉਹਦੇ ਕਰਨੇ ਨੇ। ਇਹਦਾ ਵੀ ਉਹਦਾ ਅੰਤ ਨਹੀਂ ਕੋਈ ਲੈ ਸਕੇ।
ਦੇਣ ਨਾ ਅੰਤ। ਉਹਨੇ ਇੰਨੀਆਂ ਦਾਤਾਂ ਦਿੱਤੀਆਂ ਨੇ, ਉਹਦੀਆਂ ਜਿਹੜੀਆਂ ਦੇ ਦਿੱਤੀਆਂ ਉਹਦਾ ਵੀ ਅੰਤ ਨਹੀਂ। ਹਾਂਜੀ, ਕਿੱਡਾ ਵੱਡੀ ਉਹਦੀ ਦਾਤ ਦਿੱਤੀ, 84 ਲੱਖ ਮਾੜੀ ਜੂਨੀ ਚੋਂ ਕੱਢ ਕੇ ਮਨੁੱਖਾ ਜਨਮ ਦੇ ਦਿੱਤਾ। ਕਿੱਡੀ ਦਾਤ ਹੈ ਕੋਈ ਇਸ ਗੱਲ ਦਾ ਅੰਤ? ਕਿੱਡੀ ਵੱਡੀ ਦਾਤ ਹੈ। ਸੋ ਦਾਤਾਂ ਦਾ ਅੰਤ ਨਹੀਂ। ਸੋ ਇਸੇ ਤਰ੍ਹਾਂ ਹੋਰ ਮਾਤਾ ਦੇ ਘਰ ਵਿੱਚ ਪਾਲ ਕੇ ਸਾਧ ਸੰਗਤ ਜੀ ਪੂਰਾ ਜਿਹੜਾ ਸੀ ਅੰਗ ਪ੍ਰਤੰਗ ਪੂਰੇ ਦੇ ਦਿੱਤੇ। ਸੋ ਨਹੀਂ ਉਹਦਾ ਅੰਤ। ਹਾਂ, ਐਡੀ ਦਾਤਾਂ ਦਾ ਹੀ ਉਹਦਾ ਅੰਤ ਨਹੀਂ ਆਉਂਦਾ, ਉਹਦਾ ਕਿਵੇਂ ਅੰਤ ਲੈ ਲਾਂਗੇ? ਹਾਂ, ਅੰਤ ਨਾ ਵੇਖਣ, ਸੁਣੀ ਨਾ ਅੰਤ, ਸੁਣੇ ਨਾ ਅੰਤ। ਦੋ ਨਾਣੇ ਲਾਉਣੇ ਨੇ। ਅੰਤ ਨਾ, ਫਿਰ ਔਕਲ ਲਾ ਕੇ ਅੰਤ ਨਾ ਵੇਖਣ, ਅੰਤ ਨਾ ਵੇਖਣ, ਸੁਣਨ ਨਾ ਅੰਤ, ਸੁਣਨ ਨਾ ਅੰਤ। ਹਾਂ, ਵੇਖਣ ਉਹਦੀਆਂ ਅੱਖਾਂ ਇੰਨੀਆਂ ਦੇ ਦਿੱਤੀਆਂ, ਜਾਂ ਜੋ ਵੇਖਣ ਵਿੱਚ ਆ ਰਿਹਾ ਜੋ ਦੀਂਦਾ ਹੈ ਉਹਦਾ ਅੰਤ ਨਹੀਂ। ਕਿੰਨਾ ਕੁਛ ਦਿਸ ਰਿਹਾ ਬਈ ਆਪਾਂ ਵੇਖਦੇ ਹਾਂ, ਲੈ ਸਕਦੇ ਹਾਂ ਅੰਤ। ਸੰਸਾਰ ਦਾ ਕਿੰਨਾ ਕੁਛ ਦ੍ਰਿਸ਼ਟੀ ਆ ਰਿਹਾ ਹੈ, ਉਹਦਾ ਅੰਤ ਨਹੀਂ। ਜਾਂ ਜਿਹੜਾ ਵੇਖਣ ਵਾਲਾ ਆਪ ਹੈ ਪਰਮੇਸ਼ਰ, ਜਿਹੜਾ ਆਪ ਦ੍ਰਿਸ਼ਟਾ ਹੋ ਕੇ ਦੇਖ ਰਿਹਾ ਹੈ, ਸਾਡੇ ਇੱਕ ਇੱਕ ਕਰਮ ਨੂੰ ਦੇਖ ਰਿਹਾ ਹੋ, ਉਹਦਾ ਅੰਤ ਨਹੀਂ ਆ ਸਕਦਾ। ਸਾਨੂੰ ਵੇਖ ਰਿਹਾ ਹੋ, ਅਸੀਂ ਤਾਂ ਛਪਾ ਕੇ ਕੀ ਪਾਪ ਕਰ ਲੈਣੇ, ਕਿਹੜਾ ਕੋਈ ਵੇਖਦਾ ਹੈ? ਪਰ ਮਹਾਰਾਜ ਜੀ ਕਹਿੰਦੇ ਉਹ ਦ੍ਰਿਸ਼ਟਾ ਵੇਖਣ ਵਾਲਾ ਹੈ, ਦੇਖ ਰਿਹਾ ਸਾਡੇ ਹੇ ਕਰਮ ਨੂੰ, ਨਜ਼ਰਸਾਨੀ ਕਰ ਰਿਹਾ ਹੈ, ਉਹਦਾ ਅੰਤ ਨਹੀਂ। ਵੇਖਣ ਨਾਮ ਅੱਖਾਂ ਦਾ ਹੈ। ਕਿੰਨੀਆਂ ਅੱਖਾਂ ਦੇ ਦਿੱਤੀਆਂ, ਕਿੰਨੇ ਜੀਆਂ ਨੂੰ ਦੇ ਦਿੱਤੀਆਂ, ਕਿੰਨੇ ਜੀ ਨੇ, ਕਿੰਨੀਆਂ ਅੱਖਾਂ ਨੇ, ਕੋਈ ਗਿਣਤੀ ਹੋ ਜਾਊ ਵੀ ਕਿੰਨੀਆਂ ਅੱਖਾਂ ਨੇ? ਸੋ ਨਹੀਂ ਗਿਣਿਆ ਜਾਂਦਾ। ਫਿਰ ਜਿਹੜੀ ਉਹ ਅੱਖਾਂ ਵਿੱਚ ਜੋਤ ਦੇ ਦਿੱਤੀ, ਜਿਨ੍ਹਾਂ ਨਾਲ ਅੱਖਾਂ ਵੇਖਦੀਆਂ ਨੇ, ਉਸ ਗੱਲ ਦਾ ਵੀ ਅੰਤ ਨਹੀਂ। ਡਾਕਟਰ ਚਲੋ ਜਾਲਾ ਜੂਲੇ ਦਾ ਲਾ ਕੇ ਕਹਿੰਦੇ ਨੇ ਜੀ ਲਾ ਦਿੱਤਾ ਹੈ, ਹਾਂਜੀ, ਮੋਤੀਆ ਕਹਿ ਜੀ ਆ ਗਿਆ, ਕਾਲਾ ਆ ਗਿਆ, ਚਿੱਟਾ ਆ ਗਿਆ, ਅਤੇ ਉਹ ਲਾ ਕੇ ਤਾਂ ਕਹਿ ਦਿੰਦੇ ਨੇ। ਪਰ ਜਦੋਂ ਬਿਲਕੁਲ ਪਿੱਛੋਂ ਨਿਗਾਹ ਹੀ ਬੰਦ ਹੁੰਦੀ ਆ, ਫਿਰ ਕਹਿੰਦੇ ਜੀ ਪਿੱਛੋਂ ਜੋ ਹੀ ਬੰਦ ਹੋ ਗਈ ਆ, ਪਿੱਛੋਂ ਲਿਆ ਕੇ ਪਾਓ ਨਾ ਕਿਤੋਂ, ਉਹ ਪਿੱਛੋਂ ਹੀ ਬੰਦ ਹੋ ਗਈ ਬਸ। ਬਈ ਉਹ ਵੇਖਣ ਜਿਹੜੇ ਅੱਖਾਂ ਦੇ ਦਿੱਤੀਆਂ, ਸ਼ਕਤੀ ਹੈ ਦੇਖਣ ਦੀ, ਉਹਦਾ ਅੰਤ ਨਹੀਂ ਹੈ ਇਸ ਗੱਲ ਦਾ। ਅਤੇ ਸੁਣਨ ਨਾ ਅੰਤ। ਉਹ ਸਾਰੀਆਂ ਦੀਆਂ ਗੱਲਾਂ ਸੁਣਦਾ ਹੈ, ਸਦ ਸੁਣਦਾ, ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਸਾਡੇ ਹਰ ਕਰਮ ਨੂੰ ਵੇਖ ਰਿਹਾ, ਸਾਡੀਆਂ ਸਾਰੀਆਂ ਗੱਲਾਂ ਸੁਣ ਰਿਹਾ ਹੈ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਉਹਦੇ ਸੁਣਨ ਵਾਲੇ ਦਾ ਵੀ ਅੰਤ ਨਹੀਂ, ਜੋ ਸੁਣਦਾ ਹੈ ਸਭ ਕੁਛ। ਸੁਣ ਕੰਨ ਦੇ ਦਿੱਤੇ ਸਾਨੂੰ ਸੁਣਨ ਲਈ, ਸੋ ਇਹ ਵੀ ਅੰਤ ਨਹੀਂ। ਕਿੰਨੇ ਜੀ ਨੇ, ਕਿੰਨਿਆਂ ਨੂੰ ਸੁਣਨ ਵਾਸਤੇ ਲਾ ਦਿੱਤੇ ਕੰਨ, ਸੋ ਇਸ ਕਰਕੇ ਉਹਦਾ ਅੰਤ ਨਹੀਂ, ਉਹਦੇ ਕੰਨਾਂ ਦਾ ਵੀ ਅੰਤ ਨਹੀਂ। ਹਾਂਜੀ, ਅੰਤ ਨਾ ਜਾਪੇ, ਜਾਪੇ ਕਿਆ, ਪਹਿਲਾਂ ਠੀਕ ਸੀ, ਜਾਪੈ ਠੀਕ ਸੀ, ਜਾਪੇ ਕਿਆ ਮਨ ਮੰਤ। ਹਾਂ, ਜਾਪੈ ਦਾ ਅਰਥ ਜਾਣਿਆ ਜਾਣਾ, ਅੰਤ ਨਾ ਜਾਪੈ। ਅੰਤ ਨਾ ਜਾਪੇ, ਜਾਪੈ ਜਪਣ ਦਾ ਅਰਥ ਨਹੀਂ, ਇੱਥੇ ਜਾਣਨ ਦਾ ਅਰਥ ਹੈ। ਅੰਤ ਨਾ ਜਾਪੈ, ਅੰਤ ਨਾ ਜਾਪੇ, ਉਹਦਾ ਅੰਤ ਨਹੀਂ ਜਾਣਿਆ ਜਾਂਦਾ। ਕਿਸ ਗੱਲ ਦਾ? ਕਿਆ ਮਨ ਮੰਤ, ਕਿਆ ਮਨ ਮੰਤ। ਉਹਦੇ ਮਨ ਦੇ ਵਿੱਚ, ਨੰਨੇ ਨੂੰ ਸਿਆਰੀ ਲੱਗੀ ਹੈ ਨਾ, ਵਿੱਚ ਦਾ ਅਰਥ ਦੇ ਰਹੀ ਹੈ। ਉਹਦੇ ਮਨ ਦੇ ਵਿੱਚ ਮੰਤ ਕੀ ਸਲਾਹ ਹੈ, ਉਹਨੇ ਕੀ ਕਰ ਦੇਣਾ ਹੈ? ਸਿਨ ਮੈਂ ਰਾਉ ਰੰਗ ਕੋ ਕਰੀ, ਇੱਕ ਸਿਨ ਵਿੱਚ ਹੀ ਰਾਜਾ ਨੂੰ ਕੰਗਾਲ ਬਣਾ ਦਿੰਦਾ ਹੈ, ਰਾਜਾ ਨੂੰ ਕਾਹੀ ਬਣਾ ਦਿੰਦਾ ਹੈ। ਹਾਂਜੀ, ਇਸੇ ਤਰ੍ਹਾਂ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ। ਜਲਾਂ ਨੂੰ ਧਰਤੀ ਬਣਾ ਦਿੰਦਾ ਹੈ, ਸਮੁੰਦਰਾਂ ਨੂੰ, ਅਤੇ ਧਰਤੀ ਨੂੰ ਜਿਹੜਾ ਸਮੁੰਦਰ ਬਣਾ ਦਿੰਦਾ ਹੈ ਇੱਕ ਖਿਣ ਵਿੱਚ ਹੀ। ਇਸ ਕਰਕੇ ਉਹਦਾ ਉਹ ਮੰਤ ਨਾਮ ਸਲਾਹ ਦਾ ਹੈ। ਇਹ ਕੁਛ ਕਰਨ ਲੱਗਿਆ ਸਲਾਹ ਨਹੀਂ ਲੈਂਦਾ ਕਿਸੇ ਦੀ, ਮੰਤ ਮਸ਼ਵਰਾ ਨਹੀਂ ਲੈਂਦਾ ਵੀ ਮੈਂ ਆਹ ਕੰਮ ਕਰਾਂ। ਜੇ ਕਿਤੇ ਸਲਾਹ ਵਾਲੀ ਗੱਲ ਹੋ ਜਾਂਦੀ ਨਾ ਪੱਕੀ, ਵੀ ਸਲਾਹ ਦੇਣ ਵਾਲੇ ਆਪਾਂ ਹੋ ਜਾਂਦੇ, ਮਾਰ ਦਿੰਦੇ ਭੁੱਖੇ ਸੰਸਾਰ ਨੂੰ। ਰੱਬ ਨੇ ਕਹਿਣਾ ਸੀ ਅੱਜ ਨੂੰ ਮੈਂ ਦੇਣਾ ਬਈ ਪਦਾਰਥ ਦੇਣਾ, ਨਾ ਦਈ ਇਹਨੂੰ, ਰਹਿਣ ਦੇ ਦਈ। ਆਪਾਂ ਨੇ ਸਲਾਹ ਇਹੋ ਹੀ ਦੇਣੀ ਸੀ। ਜੇ ਉਹਨੇ ਕਹਿਣਾ ਮੈਂ ਤਾਂ ਇਹਨੂੰ ਜਿਹੜਾ ਹੈ ਬਈ ਬਾਦਸ਼ਾਹ ਬਣਾਉਣਾ, ਨਾ ਕਾਹਨੂੰ ਬਣਾਉਣਾ, ਰਹਿਣ ਦੇ ਕੰਗਾਲੇ, ਨਹੀਂ ਸੀ ਬਣ ਦੇਣਾ। ਜੇ ਕਿਤੇ ਸਾਡੀ ਸਲਾਹ ਪੁੱਛਦੇ ਹੁੰਦੇ, ਇਹਨੂੰ ਘਰ ਨਾ ਦੇ ਦੀ, ਕਿਤੇ ਬਾਹਰ ਝੁੱਗੀ 'ਚ ਬੈਠਾ ਠੀਕ ਹੈ, ਨਾ ਦੇ ਇਹਨੂੰ ਕੋਈ ਹੋਰ ਕੰਮ ਕਾਰ, ਮਰੇ ਭੁੱਖਾ। ਇਸ ਕਰਕੇ ਉਹ ਨਹੀਂ ਲੈਂਦਾ ਸਲਾਹ ਕਿਸੇ ਦੀ। ਪੁੱਛ ਨਾ ਸਾਜੇ, ਪੁੱਛ ਨਾ ਟਾਹੇ, ਆਪੇ ਦੇਵੈ ਲੈ। ਪੁੱਛ ਕੇ ਸੰਸਾਰ ਨੂੰ ਬਣਾਉਂਦਾ ਨਹੀਂ, ਪੁੱਛ ਕੇ ਮਾਰਦਾ ਨਹੀਂ। ਜੇ ਇਹਨਾਂ ਦੀ ਹੁਣੇ ਵਾਲੇ ਲਾਣੇ ਦੀ ਸਲਾਹ ਲਈ ਹੁੰਦੀ, ਮਾਰਦੇ ਮੁੱਕਣ ਦੇ ਕੰਮ ਨੂੰ ਮਰਵਾ ਦੇਣੇ ਸੀ ਸਾਰੇ। ਇਸ ਕਰਕੇ ਉਹ ਐਸਾ ਹੈ, ਸਲਾਹ ਨਹੀਂ ਲੈਂਦਾ ਕਿਸੇ। ਵੀ ਉਹ ਪੁੱਛਣਾ ਮਸਲਤ ਹੈ, ਵੀ ਉਹ ਦੂਜੇ ਨੂੰ ਪੁੱਛ ਕੇ ਸਲਾਹ ਨਹੀਂ ਕਰਦਾ।
सो इस करके भाई वो स्वतंत्र है। हाँ चलो। अंत ना जापै कीता आकार। ठीक, अरे करना नहीं लाया। आकार करो सारे जी। जापै कीता ना पार। औंकड़ बुला के नहीं लग्या तत्ते नूं। अंत अंत जावे ना जापै ਉਹਨੇ ਜਿਹੜਾ ਸੰਸਾਰ ਦਾ ਆਕਾਰ ਬਣਾਇਆ ਹੈ, ਸ਼ਕਲਾਂ ਸੂਰਤਾਂ ਬਣਾਈਆਂ ਨੇ, ਨਾ ਜਾਪੈ ਨਹੀਂ ਜਾਣਿਆ ਜਾਂਦਾ। ਕਿਵੇਂ ਬਣਾ ਦਿੱਤਾ? ਮੋਰ ਨੂੰ ਕਿੰਨਾ ਸੋਹਣਾ ਬਣਾ ਦਿੱਤਾ, ਅਤੇ ਹੋਰ ਜਾਨਵਰ ਕਿੰਨੇ ਵਧੀਆ, ਮਨੁੱਖ ਕਿੰਨੇ ਕਿਸਮ ਦੇ। ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨੇ ਜਿਹੜਾ ਆਕਾਰ ਬਣਾਇਆ, ਕੋਈ ਰਜੋ ਗੁਣੀ, ਕੋਈ ਤਮੋ ਗੁਣੀ, ਕੋਈ ਸਤੋ ਗੁਣੀ, ਐਸੇ ਆਕਾਰ ਬਣਾ ਦਿੱਤੇ। ਸੋ ਇਹ ਵੀ ਉਹਦਾ ਨਹੀਂ ਜਾਣਿਆ ਜਾਂਦਾ। ਹਾਂਜੀ, ਕਿੰਨੀ ਸੁੰਦਰਤਾ ਬਣਾ ਦਿੱਤੀ ਸਾਰਿਆਂ 'ਚ। ਹਾਂਜੀ, ਕਿਹੋ ਜਿਹੇ ਸੁਭਾਅ ਬਣਾ ਦਿੱਤੇ। ਇੱਕ ਦੂਜੇ ਨਾਲ ਸਾਧ ਸੰਗਤ ਜਿਹੜਾ ਬੋਲ ਨਹੀਂ ਰਲਦਾ, ਕੋਈ ਕਿਵੇਂ ਬੋਲਦਾ, ਕੋਈ ਮਿੱਠਾ ਬੋਲਦਾ, ਕੋਈ ਕੌੜਾ ਬੋਲਦਾ ਹੈ, ਕੋਈ ਫਿੱਕਾ ਹੀ ਬੋਲਦਾ ਹੈ, ਕੋਈ ਬੋਲਦਾ ਹੀ ਨਹੀਂ, ਗੂੰਗੇ ਨੇ ਵਿਚਾਰੇ। ਸੋ ਇੱਕ ਦੂਜੇ ਨਾਲ ਬੋਲ ਨਹੀਂ ਰਲਦਾ, ਚਾਲ ਨਹੀਂ ਰਲਦੀ। ਕੋਈ ਸਾਧ ਸੰਗਤ ਜੀ ਖੋਤੇ ਵਾਂਗੂ ਤੁਰਦਾ ਹੈ, ਕੋਈ ਹਾਥੀ ਵਾਂਗੂ ਤੁਰਦਾ ਹੈ, ਕੋਈ ਹੋਰ ਮਸਤਾਨੀ ਚਾਲ ਤੁਰਦਾ ਹੈ। ਇੱਕ ਦੂਜੇ ਨਾਲ ਚਾਲ ਨਹੀਂ ਰਲਦੀ। ਕੋਈ ਛੜੰਗਾ ਜਿਹਾ ਮਾਰੀ ਜਾਂਦਾ ਹੈ। ਹਾਂ, ਕਈ ਭਾਈ ਇੱਥੇ ਹੁਣ ਜਿਹੜਾ ਠੰਡ ਨੇ ਮਾਰ ਲਏ, ਸਾਡੇ ਵਰਗੇ ਬਜ਼ੁਰਗ ਗੋਡੇ ਵਿੰਗੇ ਟੇਢੇ ਰੋਡਵੇਜ਼ ਦੀ ਬੱਸ ਵਾਂਗੂ ਟੇਢੇ ਟੇਢੇ ਤੁਰਦੇ ਨੇ। 80% ਲੋਕ ਇੱਥੇ ਸੋ ਇਉਂ ਟੇਢੇ 'ਚ ਹੀ ਤੁਰਦੇ ਨੇ। ਦੇਖਿਆ ਨਹੀਂ ਰੋਡਵੇਜ਼ ਦੀ ਬੱਸ ਜਾਂ ਪੰਜਾਬ 'ਚ ਉਹ ਮਗਲਾ ਦਾ ਸੈਂਟਰ ਬੋਲ ਜਾਂ ਟੁੱਟਿਆ ਹੁੰਦਾ ਹੈ, ਮਗਲਾ ਪਾਸਾ ਹੋਰ ਪਾਸੇ ਨੂੰ ਜਾਂਦਾ ਹੁੰਦਾ ਹੈ, ਮੂਹਰਲਾ ਹੋਰ ਪਾਸੇ ਨੂੰ। ਇਸ ਕਰਕੇ ਚਾਲ ਨਹੀਂ ਰਲਦੀ, ਰਫਤਾਰ ਨਹੀਂ ਰਲਦੀ, ਇੱਥੋਂ ਤੱਕ ਦਸਤਾਰ ਨਹੀਂ ਰਲਦੀ। ਕੋਈ ਦਮਾਲੇ ਸਜਾਉਂਦਾ ਹੈ, ਕੋਈ ਚੁੰਝ ਵਾਲੀ ਸਜਾਉਂਦਾ, ਕੋਈ ਪਟਿਆਲਾ ਸਾਈਜ਼ ਸਜਾਉਂਦਾ ਹੈ, ਸੋ ਕੋਈ ਟੋਪੀ ਨਾਲੇ ਸਾਰਦਾ ਹੈ। ਸੋ ਇਹ ਦਸਤਾਰ ਨਹੀਂ ਰਲਦੀ। ਇੱਥੇ ਸਾਧ ਸੰਗਤ ਜੀ ਇਹ ਸਾਰਾ ਕੁਛ ਜਿਹੜਾ ਹੈ, ਇੱਕ ਇੱਕ ਫਿੰਗਰ ਪ੍ਰਿੰਟ ਲੈ ਲਓ, ਖਿਆਲ ਕਰ ਲਓ। ਅਰਬਾਂ ਲੋਕ ਨੇ ਮਹਾਰਾਜ ਦੇ ਪਾਤਸ਼ਾਹ ਨੇ, ਉਹਨਾਂ ਦੇ ਕਿਸੇ ਨਾਲ ਮਜਾਲ ਹੈ ਕੋਈ ਫਿੰਗਰ ਪ੍ਰਿੰਟ ਰਲ ਜਾਏ। ਕਿੰਨੀ ਭਿੰਨਤਾ ਰੱਖੀ ਹੈ। ਸੋ ਐਸਾ ਉਹਨੇ ਆਕਾਰ ਬਣਾਇਆ, ਨਾ ਜਾਪੈ ਜਾਣਿਆ ਨਹੀਂ ਜਾਂਦਾ। ਹਾਂ ਅਗਲੀ ਠੀਕ। ਹਾਂ, ਅੰਤ ਨਾ ਜਾਪੈ, अंत न जापै बोलोगे पारावार। पारावार था उरला किनारा परला किनारा। ਉਹਦਾ ਭਾਈ ਜਾਣਿਆ ਨਹੀਂ ਜਾਂਦਾ, ਉਹਦਾ ਉਰਲਾ ਪਾਸਾ ਕਿਹੜਾ, ਪਰਲਾ ਪਾਸਾ ਕਿਹੜਾ। ਜਿਵੇਂ ਨਦੀ ਦਾ ਕੁਰਲਾ ਕਿਨਾਰਾ ਹੁੰਦਾ ਹੈ, ਇੱਕ ਪਰਲਾ ਹੁੰਦਾ ਹੈ। ਇਹ ਸੰਸਾਰ ਸਮੁੰਦਰ ਐਸਾ ਉਹਨੇ ਬਣਾ ਦਿੱਤਾ ਹੈ, ਉਹਦਾ ਪਾਰਾਵਾਰ ਉਰਲਾ ਪਰਲਾ ਕਿਨਾਰਾ ਨਹੀਂ ਜਾਣਿਆ ਜਾਂਦਾ। ਹਾਂਜੀ ਅੱਗੇ। अंत कारण ਹੁਣ ਇੱਥੇ ਔਂਕੜ ਹੈ ਨਹੀਂ ਨਾ, ਦੇਖੋ ਇੱਥੇ ਨਹੀਂ ਔਂਕੜ ਹੈ, ਇਹਨੂੰ ਪੜ੍ਹ ਲਓ ਪੂਰਾ। ਅੰਤ ਕਾਰਨ अंत कारण ਕੇਤੇ ਬਿਲ ਲਾਹੇ, केते बल लाए। ਉਹਦਾ ਅੰਤ ਲੈਣ ਕਾਰਨ ਕਿਤਨੇ ਹੀ ਜਿਹੜੇ ਨੇ ਬਰਲਾਪ ਕਰ ਰਹੇ ਨੇ, ਵੀ ਲੈ ਲਈ ਅੰਤ ਬਿਲ ਲਾਹੇ। ਹਾਂਜੀ, ਕਿੰਨੇ ਸਾਇੰਸਦਾਨ ਲੱਗੇ ਪਏ ਨੇ ਅੰਤ ਲੈਣ ਵਾਸਤੇ, ਪਰ ਬਰਲਾਪ ਹੀ ਹੋ ਰਿਹਾ, ਨਹੀਂ ਲੈ ਸਕਦੇ। ਇੱਕ ਚੀਜ਼ ਨੂੰ ਲੱਭਦੇ ਨਵੀਂ ਹੋਰ ਪੈਦਾ ਕਰ ਦਿੰਦਾ ਹੈ। ਚਲੋ ਇੱਥੇ ਵੀ ਔਂਕੜ ਹੈ ਨਹੀਂ ਹੁਣ। ਤਾਂ ਕਿ ਅੰਤ ताके अंत ਨਾ ਪਾਏ ਜਾਹੇ। ਹਾਂ, ਪਾਇਆ ਹੀ ਨਹੀਂ ਜਾਂਦਾ ਉਹਦੇ ਅੰਤਾਂ ਦੇ ਤਾਂ ਹੀ। ਹਾਂ, ਇਹ ਹੋ ਗਿਆ ਹੁਣ, ਇਹ ਪਲੂਰਲ ਸ਼ਬਦ ਹੋ ਗਿਆ। ਉਹਦੇ ਉੱਪਰ ਕਿੰਨੇ ਕਹਿ ਦਿੱਤਾ ਸਾਰੀ ਚੀਜ਼ਾਂ, ਇੱਕ ਦਾ ਪਹਿਲਾਂ ਇੱਕ ਦਾ ਕਿਹਾ, ਔਂਕੜ ਲੱਗਦੇ ਆਏ ਉੱਥੇ, ਇੱਕ ਇੱਕ ਚੀਜ਼ ਦੀ ਗੱਲ ਆ ਰਹੀ ਸੀ। ਹੁਣ ਇੱਥੇ ਸਮੁੱਚਾ ਕਹਿ ਰਹੇ ਨੇ, ਜੋ ਉੱਪਰ ਕਹਿ ਦਿੱਤਾ ਸਾਰਾ ਕੁਛ, ਇਹ ਉਹ ਸਾਰੇ ਉਹਦੇ ਅੰਤਾਂ ਨੂੰ ਪਾਇਆ ਨਹੀਂ ਜਾ ਸਕਦਾ। ਇਸ ਕਰਕੇ ਔਂਕੜ ਇੱਥੇ ਨਹੀਂ ਲੱਗੇ। ਇਹ ਪਲੂਰਲ ਸ਼ਬਦ ਹੈ, ਬਹੁ ਵਚਨ ਹੈ। ਜੇ ਔਂਕੜ ਲੱਗ ਜਾਂਦਾ ਹੈ ਫਿਰ ਉਹ ਸ਼ਬਦ ਇੱਕ ਵਚਨ ਹੋ ਜਾਂਦਾ ਹੈ। ਚਲੋਗੇ ਸਿੰਗੂਲਰ ਨਾਉਨ ਹੁੰਦਾ ਹੈ। ਅੱਗੇ ए अंत ਆਹ ਨੂੰ ਔਂਕੜ ਨਹੀਂ ਲਾਇਆ। ए ਇਹੋ अंत अंत ना जाने कोय। ਨਹੀਂ ਜਾਣ ਸਕਦਾ ਉਸ ਵਾਹਿਗੁਰੂ ਦਾ ਕੋਈ ਅੰਤ। ਹੁਣ ਇੱਕ ਇਹਦਾ ਆ ਗਿਆ ਨਾ, ਇੱਕ ਪਰਮੇਸ਼ਰ ਦਾ ਅੰਤ ਆ ਗਿਆ। ਪਹਿਲਾਂ ਪਸਾਰੇ ਦਾ ਸੀ ਸਾਰੇ ਦਾ, ਹੁਣ ਇਸ ਕਰਕੇ ਔਂਕੜ ਫੇਰ ਆ ਗਿਆ। ਇਹ ਜਿਹੜਾ ਪਰਮੇਸ਼ਰ ਹੈ ਉਹਦਾ ਅੰਤ ਜਿਹੜਾ ਅਸੀਂ ਨਹੀਂ ਪਾਇਆ ਜਾ ਸਕਦਾ, ਔਂਕੜ ਫੇਰ ਆਇਆ। ਅੱਗੇ ਕਿੰਨਾ ਕਹਿ ਫਿਰੋ, ਬਹੁਤਾ ਨਹੀਂ ਕਹਿਣਾ, ਬਹੁਤਾ ਤਾਂ ਬਹੁਤਾ। ਹਾਂ ਪੂਰਾ ਲਾ ਕੇ ਔਂਕੜ ਲਾ ਕੇ ਹੈ, ਬਹੁਤਾ ਕਹੀ ਹੈ, ਬਹੁਤਾ ਹੋਏ, ਬਸ ਬਹੁਤਾ ਹੀ ਕਹਿਣਾ ਪਵੇਗਾ। ਬਹੁਤ ਹੈ ਜੀ, ਬਹੁਤ ਹੈ ਕਿ ਇਹ ਨਹੀਂ ਕਹੋਗੇ ਮੈਂ ਇੰਨਾ ਕਹੇ।
ਬਹੁਤ ਹੈ ਬਸ ਬਹੁਤ ਹੀ ਕਹਿਣਾ ਪਵੇਗਾ। ਬਹੁਤਾ ਕਹੀਏ ਜਿੰਨਾ ਬਹੁਤਾ ਕਵਾਂਗੇ ਹੋਰ ਬਹੁਤਾ ਹੋ ਜਾਂਦਾ ਹੈ। ਬਹੁਤਾ ਕਹਿ ਕੇ ਵੇਖ ਲਈਏ ਅੱਗੇ ਹੋਰ ਬਹੁਤਾ ਪਿਆ। ਸੋ ਬਹੁਤਾ ਕਹੀ ਜਾਂਦੇ ਆ, ਬਹੁਤਾ ਹੋਏ ਹੋਰ ਬਹੁਤਾ ਹੋ ਹੀ ਜਾਂਦਾ, ਨਹੀਂ ਮੁੱਕਦਾ। ਸੀਮਾ ਨਹੀਂ ਹੈ, ਉਹ ਅਸੀਮ ਹੈ। ਹਾਂ, ਵੱਡਾ ਸਾਹਿਬ ਸੱਸੇ ਨੂੰ ਕੰਨਾ ਵੀ ਹੈ, ਹਾਹੇ ਨੂੰ ਕੀ ਹੈ ਦੱਸਣਗੇ ਜੀ। ਹਾਹੇ ਨੂੰ ਕੀ ਹੈ? ਸ਼ੁਕਰ ਰੱਬ ਦਾ ਦੱਸੀ ਗਈ ਹੈ। ਕਿਹੜੇ ਪਾਸੇ ਲੱਗੀ ਹੈ? ਖੱਬੇ ਪਾਸੇ, ਇਸ ਕਰਕੇ ਸਿਆਰੀ ਹੈ। ਪੜ੍ਹ ਦਿਓ ਫਿਰ, ਬੋਲੋ ਫਿਰ। ਸਾਹਿਬ ਹਾਂ, ਜੇ ਹੁੰਦਾ ਹਾਹੇ ਨੂੰ ਬਿਆਰੀ ਸਾਹਿਬ, ਪਰ ਉਹ ਨਾ ਕਿਤੇ ਲਾ ਦਿਓ ਸਿਆਰੀ। ਸਾਹਿਬ ਉਹ ਵੱਡਾ ਸਾਹਿਬ ਹੈ। ਹੋਰ ਉੱਚਾ ਥਾਓ ਜਿੱਥੇ ਉਹ ਰਹਿ ਰਿਹਾ ਹੈ। ਜਿੰਨਾ ਵੱਡਾ ਆਇਆ ਨਾ ਉਹਦਾ ਥਾਂ ਵੀ ਬਹੁਤ ਵੱਡਾ ਹੈ, ਬਹੁਤ ਉੱਚਾ ਹੈ, ਬਹੁਤ ਮਹਾਨ ਹੈ। ਸੋ ਜਿੱਡਾ ਮਕਾਨ ਉੱਚਾ ਹੋਵੇ ਤੁਸੀਂ ਉਨੀ ਵੱਡੀ ਪੌੜੀ ਬਣਾਉਂਦੇ ਹੋ ਨਾ ਉੱਪਰ ਚੜ੍ਹਨ ਨੂੰ, ਉਹਦੀ ਪ੍ਰਾਪਤੀ। ਮਕਾਨ 'ਤੇ ਜਿੱਡਾ ਵੱਡਾ ਉੱਚਾ ਮਕਾਨ ਓਡੀ ਵੱਡੀ ਉੱਚੀ ਪੌੜੀ। ਸੋ ਇਹ ਵਾਹਿਗੁਰੂ ਵੀ ਵੱਡਾ ਸਾਹਿਬ, ਵੱਡਾ ਉੱਚਾ ਹੈ। ਉਹਨੂੰ ਮਿਲਣ ਵਾਸਤੇ ਜਿਹੜਾ ਉੱਚਾ ਥਾਂ ਕੀ ਹੈ? ਸੱਚਖੰਡ ਬੜਾ ਉੱਚਾ ਹੈ, ਓਡੀ ਉੱਚੀ ਪੌੜੀ ਲਾਉਣੀ ਪਊਗੀ। ਅਤੇ ਐਵੇਂ ਹੋਰ ਉੱਚਾ ਕੀ ਉਹਦਾ ਥਾਂ? ਜਿਹੜੀ ਭਾਈ ਤੁਰੀਆ ਪਦ ਹੈ, ਜਿਹੜੀ ਸੱਤਵੀਂ ਭੂਮਿਕਾ, ਵੱਡੀ ਅਵਸਥਾ ਜ਼ਿੰਦਗੀ ਦੀ ਸਭ ਤੋਂ ਵੱਡੀ ਤੁਰੀਆ ਪਦ ਹੈ। ਚੌਥੇ ਪਦ ਤੋਂ ਬਾਅਦ ਤੁਰੀਆ ਪਦ ਆਉਂਦਾ ਹੈ। ਅਤੇ 7 ਅਵਸਥਾ ਨੇ ਬ੍ਰਹਮ ਗਿਆਨ ਦੀਆਂ। ਜੇ ਲਿਖ ਸਕੋਗੇ ਤਾਂ ਛੇਤੀ ਲਿਖ ਲਓ। ਬ੍ਰਹਮ ਗਿਆਨ ਅਵਸਥਾ ਜਿਹੜੀਆਂ ਨੇ, ਬ੍ਰਹਮ ਗਿਆਨ ਵਾਸਤੇ ਪੌੜੀਆਂ ਕਿਵੇਂ, ਡੰਡੇ ਕਿੰਨੇ ਨੇ, ਸਟੈਪ ਬਾਈ ਸਟੈਪ ਕਿਵੇਂ ਚੱਲਣਾ ਹੈ। ਪਹਿਲਾ ਡੰਡਾ ਹੈ ਪੌੜੀ ਦਾ ਸ਼ੁਭ ਇੱਛਾ। ਇੱਛਾਵਾਂ ਸ਼ੁਭ ਹੋ ਜਾਣੀਆਂ। ਇਹ ਮਹਾਰਾਜ ਮੈਂ ਕਿਸੇ ਦਾ ਮਾੜਾ ਨਾ ਕਰਾਂ, ਮੇਰੇ ਤੋਂ ਭਲਾ ਹੀ ਹੋਵੇ, ਮੈਂ ਚੰਗੇ ਹੀ ਕੰਮ ਕਰਾਂ, ਇੱਛਾ ਸ਼ੁਭ ਹੋ ਜਾਣੀ। ਇਹ ਪਹਿਲਾ ਡੰਡਾ ਹੈ ਸ਼ੁਭ ਇੱਛਾ। ਦੂਜਾ ਹੈ ਸ਼ੁਭ ਵਿਚਾਰਨਾ। ਥਾਟਸ ਜਿਹੜੇ ਨੇ, ਵਿਚਾਰ ਜਿਹੜੇ ਨੇ ਸ਼ੁਭ ਹੋ ਜਾਣੇ। ਮਹਾਰਾਜ ਮੈਂ ਐਸੇ ਜਨਮ ਵਿੱਚ ਤੈਨੂੰ ਪਾ ਲਵਾਂ, ਮੈਨੂੰ ਹੋਰ ਜਨਮ ਨਾ ਮਿਲੇ, ਮੈਂ ਜੀਵਨ ਮੁਕਤੀ ਪਾ ਲਵਾਂ। ਹਾਂ, ਜਿਹੜਾ ਮੈਨੂੰ ਜਨਮ ਮਿਲਿਆ ਇਹਦੇ ਵਿੱਚ ਮੈਂ ਸੱਚੇ ਪਾਤਸ਼ਾਹ ਤੇਰੀ ਸਿਮਰਤੀ ਬੰਦਗੀ ਹੀ ਕਰਦਾ ਰਹਾਂ। ਵਿਚਾਰ ਸ਼ੁਭ ਹੋ ਜਾਣੇ, ਮਾੜਾ ਵਿਚਾਰ ਕਦੇ ਫੁਰਨਾ ਆਉਣਾ ਹੀ ਨਾ। ਇਹ ਦੂਜਾ ਡੰਡਾ ਹੈ ਗਿਆਨ ਦਾ, ਸ਼ੁਭ ਵਿਚਾਰਨਾ। ਤੀਜਾ ਸਾਧ ਸੰਗਤ ਜੀ ਤਨੂ ਮਾਨਸਾ। ਤਨੂ ਤੱਤਾ ਨੰਨਿਆਂ ਨੂੰ ਦਲੈਂਕੜੇ, ਤਨੂ ਮਾਨਸਾ। ਮਾਨਸਾ ਨਾਲ ਮਨ ਦੀਆਂ, ਤਨੂ ਮੈਨੇ ਸੂਖਸ਼ਮ ਹੋ ਜਾਣੀਆਂ। ਕੀ? ਵਾਸਨਾ। ਮਨ ਦੀਆਂ ਵਾਸਨਾ ਸੂਖਸ਼ਮ ਹੋ ਜਾਣੀਆਂ। ਹੁਣ ਤਾਂ ਕਿੰਨੀਆਂ, 1 ਸਕਿੰਟ ਵਿੱਚ ਲੱਖਾਂ ਬਣਾਉਂਦਾ ਮਨ ਵਾਸਨਾ। ਹੁਣ ਇਹ ਵਾਸਨਾ ਕਈ ਦੀ ਬਣ ਗਈ ਹੋਣੀ ਹੈ, ਇਹ ਪਤਾ ਨਹੀਂ ਕਦੋਂ 7:30 ਹੋਣਗੇ, ਜਾਈਏ ਹੇਠਾਂ ਨੂੰ, ਲੰਗਰ ਕਿਤੇ ਠੰਡਾ ਹੀ ਨਾ ਹੋ ਜਾਏ। ਹਾਂ, ਸੋ 1 ਸਕਿੰਟ ਵਿੱਚ ਕਿੰਨੀਆਂ ਵਾਸਨਾ ਉਠਾਉਂਦਾ ਹੈ, ਹਜ਼ਾਰਾਂ ਉਠਾ ਦਿੰਦਾ ਹੈ। ਹਾਂਜੀ, ਸੋ ਇਸ ਕਰਕੇ ਜਿਹੜਾ ਹੈ ਉਹ ਵਾਸਨਾ ਫਿਰ ਭਾਈ ਇੰਨੀਆਂ ਨਹੀਂ ਹੁੰਦੀਆਂ, ਘਟ ਜਾਂਦੀਆਂ ਨੇ, ਪਤਲੀਆਂ ਪੈ ਜਾਂਦੀਆਂ ਨੇ, ਮੁੱਕਣ ਲੱਗ ਜਾਂਦੀਆਂ ਨੇ ਵਾਸਨਾ। ਮਨ ਨਿਰਵਾਸ ਹੋਣ ਲੱਗ ਜਾਂਦਾ ਹੈ। ਤੀਜੀ ਅਵਸਥਾ, ਤੀਜਾ ਡੰਡਾ ਹੈ ਜਿਹਨੂੰ ਕਹਿੰਦੇ ਤਨੂ ਮਾਨਸਾ। ਚੌਥੀ ਹੈ ਸਾਧ ਸੰਗਤ ਜੀ ਸਤਵਾ ਪਥ। ਸਤਵਾ ਸੱਸਾ ਤੱਤਾ ਆ, ਪੈਰ 'ਚ ਬਾਵਾ ਲਾ ਦਿਓ ਤੱਤੇ ਦੇ, ਬਾਵਾ ਅੱਧਾ ਨਹੀਂ ਲਾਉਣਾ ਆਉਣਾ, ਤੱਤੇ ਦੇ ਪੈਰ 'ਚ ਅੱਧਾ ਬਾਵਾ, ਤੱਤੇ ਨੂੰ ਕੰਨਾ, ਅੱਗੇ ਪਥ, ਸਤਵਾ ਪਥ। ਸਤਨਾਮ, ਸਤ ਦੀ ਆ ਕੇ ਪ੍ਰਾਪਤੀ ਹੋ ਜਾਣੀ। ਚੌਥੀ ਅਵਸਥਾ ਹੈ, ਗਿਆਨ ਹੋ ਜਾਣਾ। ਹੁਣ ਇੱਥੇ ਪ੍ਰਾਪਤੀ ਹੋ ਜਾਂਦੀ ਹੈ, ਗਿਆਨ ਮਿਲ ਜਾਂਦਾ। ਚੌਥੀ ਅਵਸਥਾ ਹੈ ਜਿਹਨੂੰ ਕਹਿੰਦੇ ਚੌਥਾ ਪਦ, ਤਾਂ ਹੀ ਕਹਿੰਦੇ ਨੇ ਇਹ ਚੌਥਾ ਕਿ 3 ਤੋਂ ਅੱਗੇ ਚੱਲ ਜਾਣਾ, ਉਹਨੂੰ ਚੌਥਾ ਪਦ ਕਹਿੰਦੇ ਨੇ। ਅਤੇ ਆ ਕੇ ਗਿਆਨ ਦੀ ਪ੍ਰਾਪਤੀ ਹੋ ਜਾਣੀ। ਅੱਗੇ ਹੈ ਪੰਜਵਾਂ ਜੀ ਪਦਾਰਥ ਭਾਵਨੀ। ਪਦਾਰਥਾਂ ਦਾ ਭਾਵ ਹੋਣਾ, ਇੱਛਾ ਨਹੀਂ ਰਹਿਣੀ ਕਿਸੇ ਪਦਾਰਥ ਦੀ। ਫਿਰ ਮੈਂ ਕੀ ਮਕਾਨ ਨੇ ਬਹੁਤੇ ਬਣਾ ਕੇ ਕਰ ਲੈਣੇ। ਹਾਂਜੀ, ਜਿੰਨਾ ਕੁ ਦੇਤਾ ਰੱਬ ਨੇ ਬਥੇਰਾ, ਚਲੋ ਇੱਥੇ ਠੀਕ ਹੈ। ਹੋਰ ਪਦਾਰਥ ਕਿੰਨੇ ਨੇ? ਪਦਾਰਥਾਂ ਦਾ ਅਭਾਵ ਹੋ ਜਾਣਾ, ਮੁੱਕ ਜਾਣਾ, ਅੰਦਰੋਂ ਇੱਛਾ ਮੁੱਕ ਜਾਣੀ ਪਦਾਰਥਾਂ ਦੀ ਪ੍ਰਾਪਤੀ ਦੀ, ਨਿਸ਼ਚਿਤ ਹੋ ਜਾਂਦਾ। ਪੰਜਵੀਂ ਅਵਸਥਾ। ਇਸੇ ਕਰਕੇ ਸਾਧ ਸੰਗਤ ਜੀ ਅੱਗੇ ਹੈ ਅਸਨ ਸ਼ਕਤ। 6ਵੀਂ ਅਸਨ ਸ਼ਕਤ। ਅਸਨ ਨਾਮ ਮੋਹ ਹੈ। ਅਸਨ ਸ਼ਕਤ, ਆੜਾ ਸੱਸਾ ਨੰਨਾ, ਅਸਨ ਸ਼ਕਤ, ਸੱਸਾ ਕੱਕਾ ਤੱਤੇ ਨੂੰ ਸਿਆਰੀ, ਇੱਕੋ ਹੀ ਵਰਡ ਹੈ। ਅਸਨ ਸ਼ਕਤ ਤੋਂ ਭਾਵ ਹੈ ਫਿਰ ਮੋਹ ਨਹੀਂ ਕਿਸੇ ਚੀਜ਼ ਨਾਲ, ਕੋਈ ਅਟੈਚਮੈਂਟ ਨਹੀਂ, ਕੋਈ ਮੋਹ ਨਹੀਂ। ਘਰ ਵਾਲੀ ਦਾ, ਘਰ ਵਾਲੇ ਦਾ, ਪੁੱਤਰਾਂ ਦਾ, ਧੀਆਂ ਦਾ, ਮਹਿਲਾਂ ਦਾ, ਜਾਇਦਾਦਾਂ ਦਾ, ਸੋ ਨਿਰਮੋਹ ਹੋ ਜਾਂਦਾ ਹੈ।
ਹਾਂਜੀ ਹਾਂ ਨਿਰਮੋਹੀ ਤਾਂ ਸਗੋਂ ਵੱਡਾ ਮੋਹੀ ਹੋ ਗਿਆ ਉੱਥੇ। ਮੈਨੂੰ ਆ ਵੀ ਮਿਲ ਜਾ, ਮੈਨੂੰ ਆ ਵੀ ਮਿਲ ਜਾ, ਸਵਾਰਥ ਹੈ ਉਹਦਾ ਮਤਲਬ ਹੈ। ਉਹ ਤਾਂ ਮੋਹ ਹੈ ਕੋਈ ਉਹਦੇ 'ਚ ਜੇ ਪਦਾਰਥ ਨੂੰ ਇਕੱਠਾ ਕਰਨ ਦਾ। ਉਹ ਹੁੰਦਾ ਪ੍ਰੇਮ ਤੋਂ ਬਿਨਾਂ ਹੋ ਜਾਂਦਾ। ਹੁਣ ਜਿਵੇਂ ਕਹੋਗੇ ਤੁਸੀਂ ਸਵਾਰਥੀ ਜਿਹੜਾ ਹੈ ਮੋਹ ਤੋਂ ਬਿਨਾਂ ਨਹੀਂ ਹੁੰਦਾ, ਪ੍ਰੇਮ ਤੋਂ ਬਿਨਾਂ ਹੋ ਜਾਂਦਾ। ਮਤਲਬ ਇਹ ਰਹਿ ਗਿਆ ਉਹਦਾ, ਉਹ ਪ੍ਰੇਮ ਕਹੋਗੇ। ਇਸੇ ਤਰ੍ਹਾਂ 6 ਹੋ ਗਈਆਂ ਨਾ। 7ਵੀਂ ਫਿਰ ਤੁਰੀਆ ਪਦ, ਜਿਹਦੀ ਇੱਥੇ ਗੱਲ ਹੋ ਰਹੀ ਹੈ। ਤੁਰੀਆ ਪਦ, ਤੁਰੀਆ ਪਦ ਕੀ ਹੈ? ਉਹਨੂੰ ਸਰੀਰ ਨਾਲ ਵੀ ਕੋਈ ਅਟੈਚਮੈਂਟ ਨਹੀਂ, ਨਹੀਂ ਉਹਨੇ ਦੇਣਾ ਨੂੰ ਭੋਜਨ ਖਾਣ ਨੂੰ ਲੋੜ ਹੈ, ਕਿਸੇ ਨੂੰ ਇਹਨੇ ਸਰੀਰ ਨੂੰ ਰੱਖਣਾ ਕੋਈ ਦੇ ਦੇਵੇ ਆ ਕੇ, ਉਹਨੂੰ ਇਹਦੀ ਰੱਖਣ ਦੀ ਲੋੜ ਨਹੀਂ। ਸੋ ਤੁਰੀਆ ਪਦ ਵਾਲਾ 20 ਦਿਨ ਜੀ ਸਕਦਾ, ਉਹਨੂੰ ਲੋੜ ਹੀ ਨਹੀਂ। ਇਹ ਤੋਂ ਵੀ ਪਰਾਂ ਹੋ ਗਿਆ, ਸਰੀਰ ਤੋਂ ਵੀ ਪਾਸੇ ਹੋ ਗਿਆ। ਭਾਵਾ ਭਾਵਨਾ ਕਸਤਾ, ਹਾਂਜੀ ਸਪਤਮ ਤੁਰੀਆ ਮਾਹੇ, ਕੋਈ ਭਾਵ ਨਹੀਂ, ਕੋਈ ਭਾਵ ਨਹੀਂ ਕਿਸੇ ਗੱਲ ਦਾ। ਜਿਵੇਂ ਭਾਈ ਰਾਮ ਕੋਇਰ ਜੀ ਦੀ ਅਵਸਥਾ ਸੀ, ਸਿੱਖਾਂ ਦੇ ਨਾਲ ਦੇ ਚੇਲਿਆਂ ਨੇ ਭੋਜਨ ਖਵਾਈ ਜਾਣਾ, ਖਵਾਈ ਜਾਂਦੇ ਨੇ। ਮੈਨੂੰ ਨਹੀਂ ਵੀ ਲੋੜ, ਤੁਹਾਡੀ ਮਰਜ਼ੀ ਆ ਖਵਾ ਦਿਓ, ਨਹੀਂ ਤੇ ਨਾ ਵੀ ਸਹੀ ਤਾਂ ਵੀ ਕੋਈ ਨਹੀਂ, ਕਿਸੇ ਨੂੰ ਭੁੱਖ ਹੀ। ਇਸ ਕਰਕੇ ਉਹ ਅਵਸਥਾ ਤੁਰੀਆ ਪਦੀ ਹੈ। ਮਾਰੀ ਕਹਿੰਦੇ ਉਹ ਵੱਡਾ ਸਾਹਿਬ ਹੈ, ਉਹਨੂੰ ਮਿਲਣ ਵਾਲੀ ਅਵਸਥਾ ਜਿਹੜੀ ਤੁਰੀ ਹੈ ਇਹ ਵੀ ਬਹੁਤ ਵੱਡੀ ਹੈ, ਹਰ ਇੱਕ ਨਹੀਂ ਕੋਈ ਪ੍ਰਾਪਤ ਕਰਦਾ। ਇਹ ਵੀ ਬੜੀ ਉੱਚੀ ਪਦਵੀ ਹੈ, ਉੱਚਾ ਥਾਂ ਹੈ ਇਹ। ਹਾਂ ਚਲੋ ਅੱਗੇ ਤੁਹਾਡੇ ਕੋਲ ਕਿਹੜੀ ਆ ਹੁਣ? ਉੱਚੇ ਉੱਪਰ ਉੱਚਾ ਨਾਮ। ਹਾਂ, ਜਿੰਨਾ ਉਹ ਵਾਹਿਗੁਰੂ ਆਪ ਉੱਚਾ ਹੈ ਭਾਈ, ਉਹਦਾ ਨਾਂ ਵੀ ਉੱਚਾ, ਨਾਂ ਵੀ ਉਹਦਾ ਉੱਚਾ ਹੈ। ਉੱਚੇ ਉੱਪਰ ਉੱਚੇ ਉੱਪਰ ਉੱਚਾ ਨਾਮ, ਉੱਚਾ ਨਾਮ, ਉਹਦਾ ਨਾਮ ਉਦੋਂ ਵੀ ਉੱਚਾ ਹੈ। ਇਹਦੇ ਬਾਰੇ ਇੱਕ ਬਹੁਤ ਸੁੰਦਰ ਕਥਾ ਹੈ, ਸਰਵਣ ਕਰਿਓ ਧਿਆਨ ਜੋੜ ਕੇ। ਨਾਰਦ ਮੁਨੀ ਇੱਕ ਵਾਰੀ ਨਾ ਕ੍ਰਿਸ਼ਨ ਦੀ ਪੁਰੀ ਜਿਹੜੀ ਸੀ ਦਵਾਰਕਾਪੁਰੀ ਚਲਿਆ ਗਿਆ। ਉੱਥੇ ਗਿਆ ਅਤੇ ਗੋਪੀਆਂ ਸਾਰੀਆਂ ਨੂੰ ਮਿਲਿਆ, ਅਤੇ ਇੱਕ ਗੋਪੀ ਜਿਹੜੀ ਉਹਦੀ ਪਟਰਾਣੀ ਸੀ ਉਹਦਾ ਨਾਂ ਸੀ ਸਤਭਾਮਾ। ਕ੍ਰਿਸ਼ਨ ਦੀ ਸਾਰੀਆਂ ਵਿੱਚੋਂ ਸਤਭਾਮਾ ਨਾਂ ਸੀ। ਉਹ ਨਾਰਦ ਨੂੰ ਕਹਿਣ ਲੱਗੀ, ਨਾਰਦ ਜੀ ਸ਼ੁਕਰ ਆ ਗਏ ਹੋ ਤੁਸੀਂ, ਸਾਡੀ ਇੱਕ ਬੇਨਤੀ ਹੈ ਤੁਹਾਡੇ ਅੱਗੇ। ਕਹਿਣ ਲੱਗਾ ਕੀ? ਕ੍ਰਿਸ਼ਨ ਸਾਨੂੰ ਜਿਹੜਾ ਜਨਮ ਵਿੱਚ ਸਾਨੂੰ ਕ੍ਰਿਸ਼ਨੇ ਮਿਲਦਾ ਰਹੇ, ਸਾਡੀ ਇੱਛਾ ਹੈ ਕ੍ਰਿਸ਼ਨੇ ਮਿਲੇ ਸਾਨੂੰ। ਸੋ ਉਹ ਕਹਿਣ ਲੱਗਾ ਫਿਰ ਇੱਦਾਂ ਕਰੋ, ਜੇ ਇਹੀ ਤੁਹਾਡੀ ਇੱਛਾ ਕ੍ਰਿਸ਼ਨ ਮੈਨੂੰ ਦਾਨ ਕਰ ਦਿਓ, ਕ੍ਰਿਸ਼ਨੇ ਦਾਨ ਕਰ ਦਿਓ। ਚੱਲ ਕਹਿੰਦੀ ਕਰਤਾ। ਸਤਭਾਮਾ ਕਹਿੰਦੀ ਕ੍ਰਿਸ਼ਨ ਨੂੰ ਬਾਹੋਂ ਫੜਿਆ, ਕਹਿੰਦਾ ਚੱਲ ਵੀ ਮਿੱਤਰਾ ਮੇਰੇ ਨਾਲ, ਦਾਨ ਕਰ ਦਿੱਤਾ ਤੁਹਾਡੀ ਘਰ ਵਾਲੀ ਨੇ ਮੈਨੂੰ। ਅਤੇ ਉਹਦਾ ਪ੍ਰੇਮ ਜਾਣ ਕੇ ਤੁਰ ਪਏ ਨਾਲ। ਬਾਕੀ ਦਾ ਜਿਹੜਾ ਲਾਣਾ ਸੀ, ਹੋਰ ਗੋਪੀਆਂ ਸੀ, ਰੋਣ ਲੱਗ ਪਈਆਂ, ਚੀਕਾਂ ਮਾਰਨ। ਕਿਹੜਾ ਕੱਦੀ ਸੀ? 17,160 ਕੁ ਦੱਸੀ ਹੈ, ਇੰਨੀ ਕੁ ਦੱਸੀ ਹੈ। ਹਾਂ, ਅਤੇ ਉਹਨਾਂ ਦਾ ਚਿੰਗ ਚਿਹਾੜਾ ਪੈ ਗਿਆ, ਇਹ ਲੈ ਚੱਲਿਆ ਇਹਨੂੰ ਰਹਿਣ ਦੇ ਇਹਨੂੰ ਇੱਥੇ ਹੀ। ਸੋ ਕਹਿੰਦੇ ਵੀ ਨਹੀਂ ਦਾਨ ਕਰ ਦਿੱਤਾ ਸਤਭਾਮਾ ਨੇ, ਅਸੀਂ ਤਾਂ ਨਹੀਂ ਨਾ ਕਰਿਆ। ਫਿਰ ਉਹ ਇੱਕ ਨੇ ਕਰਦਾ, ਪਟਰਾਣੀ ਸੀ ਉਹਦੀ ਮੰਨੀ ਜਾਊਗੀ। ਫਿਰ ਕਹਿਣ ਲੱਗੇ ਜੀ ਹਾਂ ਇੱਕ ਗੱਲ ਹੈ, ਜੇ ਤੁਸੀਂ ਬਹੁਤਾ ਹਾਕ ਲਾਪ ਕਰਦੀ ਹੋ, ਰੋਨੀ ਹੋ, ਤਾਂ ਇੱਕ ਸ਼ਰਤ 'ਤੇ ਹੋ ਸਕਦਾ ਤੁਸੀਂ ਇਹਦੇ ਬਦਲੇ, ਮੈਂ ਦਾਨ 'ਚ ਲਿਆਇਆ ਇਹਨੂੰ, ਤੁਸੀਂ ਇਹਦੇ ਬਦਲੇ ਕੀ ਦਾਨ ਕਰੋਗੀਆਂ? ਕਰੋ ਦਾਨ ਜਿੰਨਾ ਕਹੇ। ਉਹ ਕਹਿੰਦੇ ਜਿੰਨੇ ਗਹਿਣੇ ਸਾਰੇ ਦੇ ਦਿੰਦੇ ਆ, ਜਿੰਨਾ ਦੁਆਰਕਾ ਦਾ ਤਾਨਾ ਦੇ ਦਿੰਦੇ ਆ। ਕਹਿੰਦੇ ਚਲੋ ਫਿਰ ਜੋਖ ਕੇ ਵੇਖ ਲੈਂਦੇ ਆ। ਇੱਕ ਪਾਲੜੇ 'ਚ ਕ੍ਰਿਸ਼ਨ ਨੂੰ ਬਿਠਾ ਲਿਆ ਤੱਕੜੀ ਦੇ, ਇੱਕ ਪਾਸੇ ਉਹਨਾਂ ਦੇ ਪਾ ਲਏ ਸਾਰੇ ਗਹਿਣੇ, ਸਾਰਾ ਦੁਆਰਕਾਪੁਰੀ ਦਾ ਪਾ ਲਿਆ ਧਨ, ਕਿਸੇ ਨਾਲ ਪਾਸਾ ਨਹੀਂ ਉੱਠਿਆ। ਸਾਰੀ ਮਾਇਆ ਜਿਹੜੀ ਸੀ ਉਹਦੇ ਨਹੀਂ ਜੋਗ ਸਕੀ। ਫਿਰ ਅਵਤਾਰ ਕਾਹਦਾ, ਜਿਹੜੀ ਸੰਸਾਰੀ ਝੂਠੀ ਮਾਇਆ ਕਿਤੇ ਉਹਨੂੰ ਬਰਾਬਰ ਜੋਖ ਦੇਵੇ, ਕਿਸੇ ਬੰਦੇ ਨੂੰ ਨਹੀਂ ਜੋਗ ਸਕਦੀ ਮਾਇਆ, ਉਹਦੇ ਬਰਾਬਰ ਨਹੀਂ ਚੜ੍ਹ ਸਕਦੀ। ਸੋ ਨਹੀਂ ਉਹ ਬਰਾਬਰ ਹੋਇਆ। ਫਿਰ ਰੋਣਾ ਸ਼ੁਰੂ ਕਰ ਦਿੱਤਾ, ਹੁਣ ਤਾਂ ਕੁਛ ਰਹਿ ਹੀ ਨਹੀਂ ਗਿਆ ਸਾਡੇ। ਫਿਰ ਉਹ ਕਹਿਣ ਲੱਗੇ ਚੰਗਾ, ਕ੍ਰਿਸ਼ਨ ਨੇ ਕਿਹਾ ਵੀ ਹੁਣ ਇਹਨੇ ਨਹੀਂ ਦੱਸਣਾ, ਨਾਰਦ ਨੇ ਆਪ ਉਹਨੇ ਕਹਿ ਦਿੱਤਾ। ਕਹਿੰਦਾ ਤੁਸੀਂ ਇੱਦਾਂ ਕਰੋ, ਇੱਕ ਤੁਲਸੀ ਦੇ ਪੱਤੇ ਉੱਤੇ ਵਾਹਿਗੁਰੂ ਦਾ ਨਾਂ ਲਿਖ ਦਿਓ, ਰੱਬ ਦਾ ਨਾਂ ਲਿਖ ਦਿਓ। ਨਾਂ ਲਿਖ ਕੇ ਇਹ ਗਹਿਣਿਆਂ ਵਿੱਚ ਪਾ ਦਿਓ ਪਲੜੇ 'ਚ। ਉਹਨਾਂ ਨੇ ਫਟਾਫਟ ਤੁਲਸੀ ਦਾ ਪੱਤਾ ਲਿਆ, ਰੱਬ ਦਾ ਨਾਂ ਲਿਖਿਆ, ਪਾ ਦਿੱਤਾ, ਅਤੇ ਕ੍ਰਿਸ਼ਨ ਵਾਲਾ ਪਾਸਾ ਉੱਪਰ ਅਤੇ ਨਾਂ ਵਾਲਾ ਜਿਹੜਾ ਸੀ ਨਹੀਂ ਚੱਕਿਆ ਗਿਆ। ਫਿਰ ਉਹ ਕਹਿਣ ਲੱਗੇ ਸ਼ਾਇਦ ਮਾਇਆ ਕਰਕੇ ਹੀ ਹੈ। ਉਹ ਕਹਿੰਦੇ ਕੱਢ ਦਿਓ ਬਾਹਰ। ਮਾਇਆ ਵੀ ਕੱਢ ਦਿੱਤੀ, ਧਨ ਕੱਢ ਦਿੱਤਾ, ਪਾਸਾ ਇਕੱਲਾ ਇੱਕ ਪੱਤਾ ਜਿਹਦੇ ਨਾਮ ਲਿਖਿਆ ਸਾਸਿਆਂ ਦੀ ਭਾਰੀ ਰਿਹਾ, ਉਹ ਦੂਜਾ ਪਲੜਾ ਉੱਚਾ ਰਿਹਾ, ਕਿਸੇ ਨਾਲ ਚੱਕਿਆ ਗਿਆ। ਸੋ ਇਸ ਕਰਕੇ ਸਾਧ ਸੰਗਤ ਉੱਚੇ ਉੱਪਰ ਉਹਦਾ ਨਾਮ ਜਿਹੜਾ ਹੈ ਭਾਈ, ਉਹਨੂੰ ਨਹੀਂ ਕੋਈ ਜੋਗ ਸਕਾ ਉਹਦੇ ਮੁਕਾਬਲੇ 'ਤੇ। ਉਹਦੇ ਪਲੜੇ 'ਚ ਕਿਹੜੀ ਚੀਜ਼ ਪਾਵਾਂਗੇ ਜਿਹੜੀ ਨਾਮ ਦੇ ਬਰਾਬਰ ਹੋਵੇਗੀ? ਨਹੀਂ ਤੁਲ ਸਕਦਾ। ਉੱਚਾ ਤੋਂ ਉੱਚਾ ਹੀ ਉਹਦਾ ਨਾਂ ਹੈ। ਏਵੜ ਉੱਚਾ, ਏਵੜ ਉੱਚਾ ਕਿਹਦੀ ਆ ਵਾਰੀ ਪੜ੍ਹਨਗੇ? ਪੜ੍ਹੋ ਜੀ। ਹੋਵੇ ਕੋਏ ਨਾ ਬੁੱਢ ਤੁਸੀਂ ਫੇਰ। ਏਵੜ ਉੱਚਾ ਹੋਵੇ ਕੋਏ। ਹਾਂ ਦਲਾਵਾਂ ਠੀਕ ਲੱਗੀਆਂ।
ਐਡਾ ਵੱਡਾ ਕੋਈ ਉੱਚਾ ਹੋਵੇ, ਹਾਂਜੀ, ਤਾਂ ਹੀ ਉਹਦੇ ਕਿਹਾ ਜਾ ਸਕਦਾ ਹੈ ਰੱਬ ਵਰਗਾ ਕੌਣ ਕੋਈ ਉੱਚਾ ਹੈ। ਉਹਦੇ ਨਾਮ ਦੇ ਮੁਕਾਬਲੇ 'ਤੇ ਕਿਹੜੀ ਚੀਜ਼ ਕੋਈ ਪੈ ਸਕਦੀ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਤੇ ਉੱਪਰ ਨਾਮ, ਸਾਰਿਆਂ ਤੋਂ ਉੱਚਾ ਨਾਮ ਹੈ। ਉਹਦੇ ਵਰਗਾ ਕੋਈ ਉੱਡਾ ਹੋਵੇ ਤਾਂ ਹੀ ਕੋਈ ਉਹਦਾ ਮੁਕਾਬਲਾ ਕਰ ਸਕਦਾ, ਕੰਪੇਅਰ ਕਰ ਸਕਦੇ ਹਾਂ। ਹਾਂਜੀ, ਰੱਬ ਵੀ ਉੱਚਾ ਬਹੁਤ ਹੈ, ਉੱਚੇ ਨਾਲ ਉੱਚਾ ਉਹਦਾ ਨਾਮ ਹੈ। ਅੱਗੇ ਤਿਸ ਉੱਚੇ ਕੋ ਜਾਣੇ ਸੋਏ, ਕਹੋ ਤੇ ਵਿਸਰਾਮ, ਤਿਸ ਤਿਸ ਕਹੋ। ਉੱਚੇ ਕੋ ਹਾਂ, ਜਾਣੇ ਸੋਏ, ਤਾਂ ਭਾਈ ਉਸ ਉੱਚੇ ਨੂੰ ਕੋਈ ਜਾਣ ਸਕਦਾ, ਉੱਡਾ ਉੱਚਾ ਕੋਈ ਹੋਵੇ। ਹਾਂ, ਉੱਡਾ ਉੱਚਾ ਕੋਈ ਹੈ ਹੀ ਨਹੀਂ। ਵਿਸਰਾਮ ਠੀਕ ਕਰ ਲਓ, ਸਾਰੇ ਬੋਲਿਓ। ਤਿਸ ਉੱਚੇ ਕੋ ਜਾਣੇ ਸੋਏ, ਠੀਕ ਹੋ ਗਿਆ। ਅੱਗੇ ਜੇਵੜ ਆਪ ਜਾਣੇ ਆਪ ਆਪ, ਫਿਰ ਪੜੋ। ਜੇਵੜ ਆਪ ਜਾਣੇ ਆਪ ਆਪ, ਜੇ ਵੱਡਾ ਆਪ, ਜਿੱਡਾ ਵੱਡਾ ਉਹ ਵਾਹਿਗੁਰੂ ਆਪ ਹੈ। ਉਹ ਆਪਣੇ ਆਪ ਹੈ ਵੀ ਆਪਣੇ ਸਰੂਪ ਨੂੰ ਭਾਈ ਜਾਣ ਸਕਦਾ ਹੈ। ਉਹ ਆਪਣੇ ਵੱਡਾ ਆਪ ਹੈ, ਜਿੰਨਾ ਵੱਡਾ ਉਹ ਆਪ ਹੈ। ਉਹ ਆਪਣੇ ਸਰੂਪ ਨੂੰ ਫਿਰ ਆਪ ਹੀ ਜਾਣ ਸਕਦਾ ਹੈ। ਜਿੱਡਾ ਵੱਡਾ ਉਹ ਆਪ ਹੈ, ਉਨਾ ਵੱਡਾ ਵੀ ਜਾਣਦਾ ਹੈ। ਨਾਨਕ ਨਦਰੀ ਕਰਮੀ ਦਾਤ, ਹਾਂ, ਮਹਾਰਾਜ ਜੀ ਕਹਿੰਦੇ ਇਹ ਨਦਰੀ ਜਿਹੜਾ ਵਾਹਿਗੁਰੂ ਹੈ ਨਾ, ਨਜ਼ਰ ਕਰਨ ਵਾਲਾ ਹੈ, ਉਹਨੂੰ ਕਹਿੰਦੇ ਨਦਰੀ, ਜੋ ਕਿਰਪਾ ਕਰਨ ਵਾਲਾ ਹੈ, ਨਜ਼ਰ ਕਰਨ ਵਾਲਾ ਹੈ। ਐਸਾ ਜਿਹੜਾ ਵਾਹਿਗੁਰੂ ਨਦਰੀ ਹੈ, ਕਰਮੀ ਦਾਤ, ਉਹਦੀ ਕਿਰਪਾ ਦੁਆਰਾ ਹੀ ਦਾਤ ਮਿਲਦੀ ਹੈ। ਆ ਮਨੁੱਖਾ ਜਨਮ ਮਿਲਿਆ, ਉਹਦੀ ਕਿਰਪਾ ਨਾਲ ਮਿਲਿਆ ਹੈ। ਹੋਰ ਕਿੰਨੀਆਂ ਦਾਤਾਂ ਆਪਾਂ ਨੂੰ ਮਿਲੀਆਂ ਨੇ, ਗਿਣਤੀ ਨਹੀਂ ਆ ਸਕਦੀ। ਇਹ ਕਰਮੀ ਕਿਰਪਾ ਨਾਲ ਮਿਲੀਆਂ ਨੇ ਸਾਰਾ ਕੁਛ। ਕਿਸੇ ਨੂੰ ਵਿੱਦਿਆ ਮਿਲੀ, ਸਾਸੰਗ, ਕਿਸੇ ਨੂੰ ਜਿਹੜਾ ਸੀ ਗਿਆਨ ਮਿਲਿਆ, ਕਿਸੇ ਨੂੰ ਜਿਹੜਾ ਸੀ ਪਦਾਰਥ ਮਿਲੇ, ਕਿਸੇ ਨੂੰ ਹੋਰ ਜਿਹੜੀਆਂ ਚੀਜ਼ਾਂ ਸੀ ਸਾਰੀਆਂ ਇੱਛਾਵਾਂ ਪੂਰੀਆਂ ਹੋਈਆਂ, ਅਤੇ ਇਹ ਦਾਤ ਉਹਦੀ ਹੈ। ਕਿਸੇ ਨੂੰ ਭਗਤੀ ਮਿਲੀ, ਕਿਸੇ ਨੂੰ ਸ਼ਕਤੀ ਮਿਲੀ। ਇਹ ਉਹ ਕਰਮੀ, ਉਹਦੀ ਕਿਰਪਾ ਦੀ ਦਾਤ ਹੈ। ਕਿਰਪਾ ਬਿਨਾਂ ਨਹੀਂ ਮਿਲਦਾ ਕੁਛ। ਹਾਂਜੀ, ਅੱਗੇ ਬਹੁਤਾ ਕਰਮ ਲਿਖਿਆ ਨਾ ਜਾਏ, ਨਾ ਜਾਏ, ਨਾ ਜਾਏ, ਬਹੁਤਾ ਕਰਮ ਬਹੁਤਾ ਕਰਮ ਲਿਖਿਆ ਨਾ ਜਾਏ। ਲਿਖਿਆ ਨਾ ਜਾਏ, ਉਹਦਾ ਕਰਮ, ਦੋ ਅਰਥ ਨੇ ਕਰਮ ਦੇ। ਕਰਤੱਵ, ਪਰਮੇਸ਼ਰ ਦਾ ਕਰਤੱਵ ਬਹੁਤ ਵੱਡਾ ਹੈ। ਕੌਂਕੜ ਹੈ ਨਾ, ਬਹੁਤ ਵੱਡਾ ਉਹਦਾ ਕਰਤੱਵ ਹੈ, ਨਹੀਂ ਲਿਖਿਆ ਜਾਂਦਾ। ਕਿਵੇਂ ਬਣਾਤਾ ਉਹਨੇ ਸੰਸਾਰ, ਉਹਦਾ ਕਰਤੱਵ ਹੈ। ਕਿਵੇਂ ਪਾਲਦਾ ਇਹਨੇ ਸੰਸਾਰ ਨੂੰ, ਉਹਦਾ ਕਰਤੱਵ ਹੈ। ਕਿਵੇਂ ਇਹ ਸੰਸਾਰ ਨੂੰ ਨਾਸ਼ ਕਰਦਾ, ਉਹਦਾ ਕਰਤੱਵ ਹੈ। ਫਿਰ ਕਿੰਨਿਆਂ ਨੂੰ ਜਿਹੜਾ ਹੈ ਆਪੋ ਆਪਣੇ ਕਾਰੋ ਵਿਹਾਰਾਂ ਵਿੱਚ ਕਰਮਾਂ ਅਨੁਸਾਰ ਲਾ ਦਿੱਤਾ, ਉਹਦਾ ਕਰਤੱਵ ਹੈ। ਕਰਮ ਨਾਮ ਫਾਰਸੀ ਬੋਲੀ ਵਿੱਚ ਅਨੁਗ੍ਰਹ ਦਾ ਵੀ ਹੈ, ਬਖਸ਼ਿਸ਼ ਦਾ ਵੀ ਹੈ। ਬਹੁਤ ਵੱਡਾ ਉਹਦਾ ਬਖਸ਼ਿਸ਼ ਹੈ, ਬਹੁਤ ਵੱਡਾ ਉਹਦਾ ਅਨੁਗ੍ਰਹ ਹੈ। ਲਿਖਿਆ ਨਹੀਂ ਜਾ ਸਕਦਾ, ਦੱਸਿਆ ਹੀ ਨਹੀਂ ਜਾ ਸਕਦਾ। ਹਾਂਜੀ, ਵੱਡਾ ਦਾਤਾ ਤਿਲ ਨ ਤਮਾਏ, ਹਾਂ, ਉਹ ਆਪ ਵੱਡਾ ਦਾਤਾ ਹੈ। ਸਿੱਧ ਕਹਿੰਦੇ ਜੋ ਦਾਤਾ, ਉਹਨੇ ਵੀ ਦਾਤਾ ਲੈਣ ਦੀ ਇੱਛਾ ਹੁੰਦੀ ਹੋਵੇਗੀ ਕੋਈ, ਵੀ ਮੈਨੂੰ ਕੋਈ ਦਾਤ ਦੇਵੇ। ਉਹਨੇ ਵੀ ਕੋਈ ਤਮਾਏ, ਮੈਨੂੰ ਇੱਛਾ ਹੈ ਰੱਬ ਨੂੰ, ਤਮਾ ਹੈ ਕੋਈ। ਮਾਰ ਕਹਿੰਦੇ ਤਿਲ ਨਾ ਤਮਾਏ, ਤਿਲ ਜਿੰਨੀ ਵੀ ਉਹਨੂੰ ਇੱਛਾ ਨਹੀਂ, ਤਿਲ ਜਿੰਨੀ ਵੀ ਉਹਨੂੰ ਕੋਈ ਤਮਾ ਨਹੀਂ, ਤ੍ਰਿਸ਼ਨਾ ਨਹੀਂ। ਹਾਂ, ਦਾਤਾ ਹੈ ਅਤੇ ਉਹ ਦੇ ਹੀ ਜਾਂਦਾ ਸਾਰਿਆਂ ਨੂੰ। ਇਹਦੇ 'ਤੇ ਇੱਕ ਵਾਰੀ ਇੱਕ ਗਾਥਾ ਆਉਂਦੀ ਹੈ, ਇਸਲਾਮਕ ਮਤਲਬ ਜਿਹੜੀ ਆਪਾਂ ਗੱਲ ਕਰਦੇ ਹਾਂ, ਮੂਸਾ ਪੈਗੰਬਰ, ਜਿਹਦਾ ਤੁਸੀਂ ਲਿਖਿਆ ਕਿ ਕਿਹੜਾ ਗ੍ਰੰਥ ਲਿਖਿਆ ਉਹਨੇ, ਤੌਰੇਤ। ਤੁਸੀਂ ਲਿਖਿਆ ਉਹਨੇ ਕਾਪੀਆਂ 'ਤੇ ਤੌਰੇਤ, ਜਿਹੜੀ ਕਿਤਾਬ ਹੈ ਮੂਸੇ ਨੇ ਲਿਖੀ ਹੈ। ਉਹ ਇੱਕ ਦਿਨ ਮੂਸਾ ਪੈਗੰਬਰ ਖੁਦਾ ਨੂੰ ਕਹਿਣ ਲੱਗਾ, ਖੁਦਾ ਤੈਨੂੰ ਜ਼ਿਆਦਾ ਹੀ ਰਜੇਵੇਂ ਨੇ। ਉਹ ਉਹਨਾਂ ਕੁਛ ਰਜੇਵਿਆਂ ਵਿੱਚੋਂ ਮੈਂ ਇੱਕ ਅੱਧਾ ਕੋਈ ਮੈਂ ਲੈ ਲੈਂਦਾ, ਕੋਈ ਡਿਊਟੀ ਮੈਨੂੰ ਦੇ ਦਿਓ, ਤੇਰੇ ਕੁਝ ਘੱਟ ਜਾਣਗੇ, ਅਤੇ ਥੋੜ੍ਹਾ ਤੈਨੂੰ ਵਿਹਲਾ ਕਰ ਦਈਏ। ਅਤੇ ਖੁਦਾ ਕਹਿਣ ਲੱਗੇ ਕੀ ਰਜੇਵਾਂ ਲੈਣਾ ਚਾਹੁੰਦਾ ਹੈ? ਕਹਿਣ ਲੱਗਾ ਸੰਸਾਰ ਦੀ ਰੋਜੀ ਦੇਣ ਦਾ ਡਿਊਟੀ ਮੈਨੂੰ ਦੇ ਦਿਓ। ਜਿਹੜਾ ਸਾਰਿਆਂ ਨੂੰ ਰੋਜੀ ਦੇਣੀ ਆ ਨਾ, ਇਹ ਮੈਂ ਦਿਆ ਕਰੂੰਗਾ। ਖੁਦਾ ਕਹਿਣ ਲੱਗੇ ਪਹਿਲਾਂ ਬਈ ਤੇਰੀ ਪ੍ਰੀਖਿਆ ਕਰਨੀ ਆ। ਤੂੰ ਪਹਿਲਾਂ ਇੱਕ ਨਗਰ ਨੂੰ ਰੋਜੀ ਦੇ, ਇੱਕ ਪਿੰਡ ਨੂੰ ਦੇ, ਇੱਕ ਸ਼ਹਿਰ ਨੂੰ ਦੇ। ਜੇ ਤਾਂ ਸਾਰੇ ਸ਼ਹਿਰ ਨੂੰ ਦੇ ਦਿੱਤੀ ਬਈ ਫਿਰ ਤਾਂ ਤੂੰ ਪਾਸ ਹੈ, ਫਿਰ ਤੈਨੂੰ ਸਾਰੇ ਸੰਸਾਰ ਦੀ ਰੋਜੀ ਲਾਉਣ ਦੀ ਡਿਊਟੀ ਤੈਨੂੰ ਲਾ ਦੇਣੀ ਹੈ। ਕਹਿੰਦੇ ਜੀ ਇੱਕ ਪਿੰਡ ਨੂੰ ਹੈ, ਹੋਰ ਦੇ ਦਿਓ ਦੋ ਚਾਰ। ਕਹਿੰਦੇ ਨਹੀਂ, ਪਹਿਲਾਂ ਇੱਕੋ ਹੀ ਠੀਕ ਹੈ, ਦੇ ਕੇ ਤਾਂ ਵੇਖ। ਚੰਗਾ ਜੀ, ਮੈਂ ਦੇਊਂਗਾ ਰੋਜੀ, ਇੱਕ ਪਿੰਡ ਦਾ ਤਾਂ ਇਹਨੂੰ ਰੋਜੀ ਤੂੰ ਦੇਣੀ ਬਈ। ਸੋ ਮੰਨ ਲਈ ਗੱਲ। ਸੋ ਦੇਣ ਲੱਗਾ ਰੋਜੀ, ਸਾਰਿਆਂ ਨੂੰ ਦੇਈ ਗਿਆ। ਜਦ ਮੂਹਰੇ ਸੂਰ ਆਇਆ ਨਾ, ਕਹਿੰਦੇ ਇਹਨੂੰ ਨਹੀਂ ਦੇਣੀ, ਇਹ ਤਾਂ ਸੂਰ ਹੈ। ਇਹਨੂੰ ਮੰਨਦੇ ਨੇ, ਸੂਰ ਨੂੰ ਬਦ ਮੰਨਦੇ ਨੇ ਮੁਸਲਮਾਨ, ਇਹਨੂੰ ਨਹੀਂ ਮੈਂ ਦੇਣੀ। ਸੂਰ ਨੂੰ ਮਾੜਾ ਮੰਨਦੇ ਨੇ ਮੁਸਲਮਾਨ, ਬਦ ਮੰਨਦੇ ਨੇ,
ਇਹਨੂੰ ਨਹੀਂ ਮੈਂ ਰੋਜੀ ਦੇਣੀ। ਮਾਰ ਛੱਡਿਆ ਵਿਚਾਰਾ ਭੁੱਖਾ। ਤੇ ਇੱਕ ਜਿਹੜਾ ਸੀ ਕੋਈ ਵਿਵਚਾਰੀ ਪੁਰਸ਼ ਸੀ, ਕਾਮੀ ਪੁਰਸ਼ ਸੀ, ਉਹਨੂੰ ਵੇਖ ਕਰਕੇ ਕਹਿੰਦਾ ਇਹਨੂੰ ਵੀ ਨਹੀਂ ਦੇਣੀ, ਇਹ ਵਿਵਚਾਰੀ ਹੈ, ਇਹ ਕਾਮੀ ਕਰੈਕਟਰਲੈਸ ਹੈ, ਨਹੀਂ ਦੇਣੀ। ਦੋਵਾਂ ਨੂੰ ਨਾ ਦਿੱਤੀ। ਖੁਦਾ ਨੇ ਪੁੱਛਿਆ ਮੂਸਿਆ ਰਿਜ਼ਕ ਦੇ ਦਿੱਤਾ ਸਾਰਿਆਂ ਨੂੰ? ਜੀ ਸਾਰੇ ਪਿੰਡ ਨੂੰ ਤਾਂ ਦੇ ਦਿੱਤਾ, ਪਰ ਦੋ ਨੂੰ ਨਹੀਂ ਦਿੱਤਾ। ਕਿਉਂ, ਕਿਹਨੂੰ ਨਹੀਂ ਦਿੱਤਾ? ਕਹਿੰਦਾ ਕਸੂਰ। ਕਿ ਉਹਨੂੰ ਕਿਉਂ ਨਹੀਂ ਦਿੱਤਾ? ਕਹਿੰਦਾ ਉਹ ਮਲੀਨ ਹੈ, ਮਾੜਾ ਹੈ, ਅਸੀਂ ਉਹਨੂੰ ਚੰਗਾ ਨਹੀਂ ਮੰਨਦੇ। ਹੋਰ ਕਿਹਨੂੰ ਨਹੀਂ ਦਿੱਤਾ? ਇੱਕ ਵਿਵਚਾਰੀ ਪੁਰਸ਼ ਸੀ, ਉਹਨੂੰ ਨਹੀਂ ਦਿੱਤਾ। ਖੁਦਾ ਕਹਿਣ ਲੱਗੇ ਤੇਰਾ ਮੂਸਿਆ ਕੰਮ ਸੀ ਰੋਜੀ ਦੇਣ ਦਾ, ਨਾ ਕਿ ਕਿਸੇ ਦੇ ਕਰਮ ਵੇਖਣ ਦਾ। ਤੇ ਤੂੰ ਤਾਂ ਜੇ ਤੈਨੂੰ ਰੋਜੀ ਦੇਣ ਡਿਊਟੀ ਲਾ ਦਿੱਤੀ, ਮਾਰੇਗਾ ਭੁੱਖਾ ਸਾਰੇ ਸੰਸਾਰ ਨੂੰ, ਲੈਣ ਦੇ ਤੇ ਨਹੀਂ ਦਿੱਤੀ ਜਾਣੀ। ਫਿਰ ਰੱਬ ਦੀ ਪ੍ਰੀਖਿਆ ਲੈਣੀ ਚਾਹੀ ਮੂਸੇ ਨੇ, ਵੀ ਇਹਨਾਂ ਦੀ ਪ੍ਰੀਖਿਆ ਲੈ ਕੇ ਤਾਂ ਦੇਖਾਂ। ਮੁਸਲਮਾਨ ਟੋਪੀ ਪਹਿਨਦੇ ਆ ਨਾ, ਟੋਪੀ ਦੇ ਵਿੱਚ ਇੱਕ ਡੱਬੀ ਦੇ ਵਿੱਚ ਕੀੜਾ ਪਾ ਕੇ ਲੁਕੋ ਕੇ ਜਿਹੜਾ ਟੋਪੀ ਥੱਲੇ ਰੱਖਿਆ ਹੋਇਆ ਸੀ ਪ੍ਰੀਖਿਆ ਲੈਣ ਲਈ। ਕਹਿਣ ਲੱਗਾ ਖੁਦਾ ਅੱਲਾ ਤੁਸੀਂ ਦੇ ਦਿੱਤੀ ਰੋਜੀ ਸਾਰਿਆਂ ਨੂੰ? ਮਾਰੇ ਕਹਿੰਦੇ ਦੇ ਦਿੱਤੀ ਸਾਰਿਆਂ ਨੂੰ, ਹੁਣੇ ਦੇ ਕੇ ਹਟਿਆ ਸਾਰਿਆਂ ਨੂੰ, ਸਭ ਨੂੰ ਦੇ ਦਿੱਤੀ। ਫਿਰ ਕਹਿਣ ਲੱਗਾ ਟੋਪੀ ਚੱਕੀ, ਡੱਬੀ ਖੜਕਾਈ, ਕਹਿਣ ਲੱਗਾ ਇਹ ਡੱਬੀ ਵਿੱਚ ਇੱਕ ਕੀੜਾ ਜੀਵ ਰੱਖਿਆ ਹੋਇਆ, ਇਹਨੂੰ ਵੀ ਦੇ ਦਿੱਤੀ? ਅੱਲਾ ਕਹਿੰਦੇ ਦੇ ਦਿੱਤੀ ਆ। ਖੋਲੀ ਡੱਬੀ ਤੋਂ ਵੇਖਿਆ ਤਾਂ ਕੀੜੇ ਦੇ ਮੂੰਹ ਸ਼ੱਕਰ ਦਾ ਦਾਣਾ ਪਿਆ ਹੋਇਆ। ਕਹਿਣ ਲੱਗਾ ਖੁਦਾ ਤੂੰ ਧੰਨ ਹੈ, ਇਹ ਕੰਮ ਤੇਰਾ ਹੀ ਆ, ਤੂੰ ਹੀ ਦੇ ਸਕਦਾ, ਇਹ ਦਾਤਾਂ ਤੇਰੀਆਂ ਹੀ ਨੇ, ਸਾਤੋਂ ਨਹੀਂ ਜੇ ਦਿੱਤਾ ਜਾਣਾ ਹੈ। ਇਸ ਕਰਕੇ ਵੱਡਾ ਦਾਤਾ ਹੈ, ਵੱਡਾ ਦਾਤਾ ਹੈ। ਤਿਲ ਨਾ ਤਮਾਏ, ਤਿਲ ਨਾ ਤਮਾਏ, ਨਹੀਂ ਉਹਨੂੰ ਇੱਛਾ ਤਿਲ ਜਿੰਨੀ ਵੀ ਕਿਸੇ ਪ੍ਰਕਾਰ ਦੀ ਦੇਈ ਜਾਂਦਾ, ਦੇ ਦਾਦੇ ਲੈ ਦੇ ਥੱਕ ਪਾਹੇ, ਦੇਈ ਜਾਂਦਾ ਲੈਣ ਵਾਲੇ ਥੱਕ ਜਾਂਦੇ ਸਗੋਂ। ਚਲੋ ਕੀਤੇ ਮੰਗਾ ਜੋਧ ਮੰਗਾ ਹੈ, ਮੰਗਾ ਹਾਂ ਗੱਗਾ ਹੈ ਸਾਰੀ ਗਹਿ ਪੜਾਂਗੇ ਨਾ, ਮੰਮੇ ਦੀ ਟਿੱਪੀ ਨਾਲ ਲਾ ਦਾਂਗੇ, ਮੰਗਾ ਹੈ। ਮੰਗਾ ਇਹਨੂੰ ਮੰਗੇ ਵੀ ਨਹੀਂ ਪੜਨਾ, ਮੰਗਾ ਨਹੀਂ ਪੜਨਾ, ਮੰਗੇ ਨਹੀਂ ਪੜਨਾ, ਕੀ ਪੜਨਾ ਹੈ? ਮੰਗਾ। ਫਿਰ ਪੜਿਓ ਸਾਰੇ। ਕੀਤੇ ਮੰਗਾ ਜੋਧ ਅਪਾਰ। ਅੱਛਾ ਅੱਗੇ ਕਿਵੇਂ ਪੜ੍ਹਦੇ ਹੋ ਜੀ ਦੱਸੋ ਜਰਾ, ਆਪੋ ਆਪਣੇ ਦੱਸਣਗੇ ਹੁਣ। ਕੀਤੇ ਮੰਗੇ ਪੜ੍ਹਦੇ ਆ, ਬਸ ਮੰਗੇ ਹੀ ਗਏ, ਬਸ ਫਿਰ ਮਾਇਆ ਨਾਲੇ ਮੰਗੇ ਗਏ। ਪੜ੍ਹਨਾ ਮੰਗਾ ਮੰਗਾ। ਹੁਣ ਪਾਠ ਸੁੱਧਾ ਨਾ। ਸੋ ਕੀਤੇ ਮੰਗਾ, ਕੀਤੇ ਮੰਗਣ ਵਾਲੇ ਨੇ ਕਿਉਂ ਕੀ ਮੰਗਦੇ ਨੇ? ਵੀ ਜੋਧ, ਜੋਧ ਦੇ ਨਾਮ ਸੂਰਮੇ, ਅਪਾਰ, ਅਪਾਰ ਵਾਹਿਗੁਰੂ ਦੇ ਕੋਲੋਂ, ਅਪਾਰ ਪਰਮੇਸ਼ਰ ਦੇ ਕੋਲੋਂ ਜਿਹੜੇ ਯੋਧੇ ਨੇ, ਬਹਾਦਰ ਨੇ, ਸੂਰਮੇ ਬਹਾਦਰੀ ਮੰਗਦੇ ਨੇ। ਮਾਰ ਸਾਨੂੰ ਤਕੜੇ ਯੋਧੇ ਬਣਾਈ, ਅਸੀਂ ਧਰਮ ਜਦੋਂ ਜਿੱਤਾਂ ਪ੍ਰਾਪਤ ਕਰੀਏ, ਦੁਸ਼ਮਣ ਦੇ ਮੂਹਰੇ ਡਟ ਕੇ ਮੁਕਾਬਲਾ ਕਰਨ ਯੋਗ ਹੋਈਏ, ਮੈਦਾਨੇ ਜੰਗ ਵਿੱਚ ਛੱਡ ਕੇ ਭੱਜਣਾ ਨਾ ਕਰੀਏ, ਸ਼ਹਾਦਤਾਂ ਪਾਈਏ, ਇੱਦਾਂ ਦੇ ਸਾਨੂੰ ਬਹਾਦਰ ਬਣਾ। ਸਾਥੀਓ ਯੋਧੇ ਵੀ ਚਾਰ ਪ੍ਰਕਾਰ ਦੇ ਹੁੰਦੇ ਆ, ਉਹ ਵੀ ਲਿਖ ਲਓ। ਇੱਕ ਸੂਰਮਾ, ਇੱਕ ਰਥੀ ਸੂਰਮਾ, ਰਥੀ ਰਾ ਰਥ ਤੇ ਮੈਥੀ ਰਥੀ, ਇਹ ਨਾ ਸਮਝ ਰੱਥ ਚਲਾਉਣਾ ਨਾ ਸਮਝ ਲਓ, ਦੱਸਾਂਗੇ ਉਹਦੇ ਅਰਥ। ਸੂਰਮਾ, ਰਥੀ ਸੂਰਮਾ, ਇੱਕ ਮਹਾਰਥੀ ਸੂਰਮਾ, ਇੱਕ ਅਤਰਥੀ ਸੂਰਮਾ, ਚਾਰ ਪ੍ਰਕਾਰ ਦੇ ਯੋਧੇ ਹੁੰਦੇ ਆ। ਸੋ ਸੂਰਮਾ ਕਿਹੜਾ ਹੁੰਦਾ ਹੈ? ਜਿਹੜਾ ਇਕੱਲੇ ਇਕੱਲੇ ਨਾਲ ਯੁੱਧ ਕਰੇ, ਇਕੱਲੇ ਇਕੱਲੇ ਨਾਲ ਲੜਾਈ ਕਰਨ ਨੂੰ ਸਮਰੱਥ ਹੋਵੇ, ਉਹ ਹੁੰਦਾ ਸੂਰਮਾ। ਤੇ ਰਥੀ ਸੂਰਮਾ ਜਿਹੜਾ ਸੈਂਕੜਿਆਂ ਨਾਲ ਲੜੇ, 100 ਨਾਲ ਲੜਨ ਦੀ ਸਮਰੱਥਾ ਹੋਵੇ, 100 ਇੱਕ ਪਾਸੇ ਹੋਣ, ਇਕੱਲਾ ਇੱਕ ਪਾਸੇ ਹੋਵੇ ਲੜੇ ਤੇ ਜਿੱਤ ਪ੍ਰਾਪਤ ਕਰੇ, ਉਹਨੂੰ ਕਹਿੰਦੇ ਨੇ ਰਥੀ ਸੂਰਮਾ। ਦੂਜਾ ਸਾਧ ਸੰਗ, ਤੀਜਾ ਮਹਾਰਥੀ ਸੂਰਮਾ ਜਿਹੜਾ ਹਜ਼ਾਰਾਂ ਨਾਲ ਲੜੇ। ਤੇ ਚੌਥੀ ਕਿਸਮ ਦਾ ਸੂਰਮਾ ਦਾ ਅਤਰਥੀ ਸੂਰਮਾ ਜਿਹੜਾ ਲੱਖਾਂ ਨਾਲ ਲੜੇ। ਜਿਵੇਂ ਹੁਣ ਸ਼ਹਾਦਤ ਆ ਰਿਹਾ ਨਾ, ਸਾਹਿਬਜ਼ਾਦਿਆਂ ਦਾ ਜੋੜ ਮੇਲਾ, ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਦਾ। ਅਜੀਤ ਸਿੰਘ ਜੀ ਨੇ ਚਮਕੌਰ ਦੀ ਗੜੀ ਵਿੱਚ ਲੱਖਾਂ ਨਾਲ ਯੁੱਧ ਕੀਤਾ। ਸੋ ਕਿਹੜਾ ਸੂਰਮਾ ਹੋਏ ਉਹ? ਅਤਰਥੀ ਸੂਰਮੇ ਹੋਏ। ਸੋ ਇਹ ਕਈ ਉਹ ਯੋਧੇ ਇਹ ਮੰਗਦੇ ਨੇ, ਮਾਰ ਸਾਨੂੰ ਅਤਰਥੀ ਸੂਰਮੇ ਬਣਾ, ਅਸੀਂ ਇਹਨਾਂ ਦੇ ਲੜਨ ਦੇ ਸਮਰੱਥ ਹੋਈਏ, ਯੋਧੇ ਬਣੀਏ। ਹਾਂ ਇਹ ਵੀ ਮੰਗਦੇ ਨੇ ਉਹਦੇ ਕੋਲ। ਹਾਂ ਕਈ ਵਿਚਾਰੇ ਜਿਹੜੇ ਨੇ ਉਹ ਕਾਇਰਤਾ ਹੀ ਮੰਗਦੇ ਨੇ, ਨਾ ਸਾਤੋਂ ਨਹੀਂ ਬਣਾ ਯੁੱਧ 'ਚ ਲੜਿਆ ਜਾਣਾ। ਜਿਵੇਂ ਦਰਬਾਰ ਸਾਹਿਬ ਦੇ ਅਟੈਕ ਵੇਲੇ ਮੌਕਾ ਆਇਆ ਸੀ ਨਾ, ਉਸ ਵੇਲੇ ਸਾਰੇ ਅਕਾਲੀਆਂ ਨੇ ਸਾਈਨ ਕੀਤੇ ਸੀ ਪਹਿਲਾਂ, ਜਦੋਂ ਮੋਰਚਾ ਲੱਗਿਆ ਕਿ ਆਪਣੇ ਖੂਨ ਕੱਢ ਕੇ ਸੂਈ ਮਾਰਨੀ। ਸਾਰਿਆਂ ਨੇ ਉਦੋਂ ਇੱਕ ਫਾਰਮ ਭਰੇ ਸੀ ਦਰਬਾਰ ਸਾਹਿਬ ਦੇ ਅਟੈਕ ਤੋਂ ਪਹਿਲਾਂ 1983 ਵਿੱਚ ਸੂਈ ਕੱਢ ਕੇ ਫਾਰਮ 'ਤੇ ਖੂਨ ਨਾਲ ਸਾਈਨ ਕੀਤੇ ਸੀ ਵੀ ਜੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਅਸੀਂ ਇੱਥੇ ਸ਼ਹੀਦੀਆਂ ਪਾਵਾਂਗੇ ਅਤੇ ਮੁਕਾਬਲੇ ਕਰਾਂਗੇ ਡਟ ਕੇ। ਸਭ ਤੋਂ ਪਹਿਲਾਂ ਲੌਂਗੋਵਾਲ ਨੇ ਸਾਈਨ ਕਰੇ ਸੀ, ਮੁੜ ਕੇ ਟੌੜੇ ਨੇ ਕਰਤੇ, ਬਾਦਲਾਂ ਨੇ ਪਾਰਟੀ ਸਾਰੇ ਚੋਲ ਕਰ ਗਏ।
ਸਹਿ ਨੇ ਕਰਤੇ ਵੀ ਕਿਹੜਾ ਕੋਈ ਹੋਣਾ ਹੈ, ਪਰ ਰੱਬ ਨੇ ਅਜ਼ਮਾਇਸ਼ ਕੀਤੀ। ਅਟੈਕ ਹੋਇਆ, ਸਾਰੇ ਬਾਹਾਂ ਖੜੀਆਂ ਕਰਕੇ ਸਾਧ ਸੰਗਤ ਜੀ ਭੱਜੇ ਉੱਥੋਂ, ਅਤੇ ਸ਼ਹੀਦਾਂ ਦੇ ਖੂਨ ਦੇ ਵਿੱਚ ਪੈਰ ਲਵੇੜ ਕੇ ਜਿਹੜੇ ਨਿਕਲੇ ਉੱਥੋਂ। ਇਸ ਕਰਕੇ ਭਾਈ ਉਕੈਰ ਵੀ ਨੇ, ਕਈ ਲੋਕ ਡਰਪੋਕ ਨੇ, ਅਸੀਂ ਨਹੀਂ ਕਰ ਸਕਦੇ, ਭੱਜ ਜਾਂਦੇ ਨੇ ਮੈਦਾਨ ਛੱਡ ਕੇ। ਅੱਜ ਉਹ ਤਾਂ ਬੈਠੇ ਨੇ ਸੱਚਖੰਡ ਵਿਚਾਲੇ ਸ਼ਹੀਦੀਆਂ ਪਾ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਹਰ ਦਾ ਹੱਥ ਹੈ, ਹਰਗੋਬਿੰਦ ਸਾਹਿਬ ਜੀ ਦਾ। ਉਹ ਪਤਾ ਨਹੀਂ ਕਿਹੜੇ ਨਰਕ ਜਗੋਤੇ ਖਾਂਦੇ ਹੋਣਗੇ, ਇੰਦਰਾ ਗਾਂਧੀ ਦੇ ਨਾਲੇ ਬੈਠੇ ਹੋਣਗੇ ਵਿਚਾਰੇ। ਚਲੋ ਅੱਗੇ। ਕੇਤਿਆ ਗਣਤ ਨਹੀਂ ਵਿਚਾਰ। ਹਾਂ ਕੇਤਿਆ, ਹੁਣ ਵਿਸਰਾਮ ਬੜੇ ਔਖੇ ਨੇ ਬਈ, ਇਹ ਗਣਤ ਦੇ ਵਿਸਰਾਮ ਨਹੀਂ ਕਰਨਾ, ਇਹ ਪੌੜੀ 'ਚ ਬੜੇ ਡੂੰਘੇ ਵਿਸਰਾਮ ਨੇ ਯਾਦ ਕਰਨੇ ਪੈਣੇ ਤੁਹਾਨੂੰ। ਇੱਥੋਂ ਜਿਹੜੇ ਸ਼ੁਰੂ ਹੁੰਦੇ ਅੱਗੇ, ਕੇਤਿਆ ਇੱਥੇ ਹੀ ਵਿਸਰਾਮ, ਗਣਤ ਨਹੀਂ ਵਿਚਾਰ, ਗਣਤ ਨਹੀਂ ਵਿਚਾਰ। ਸੋ ਉਹਦੀ ਜਿਹੜੀ ਗਿਣਤੀ ਹੈ ਨਾ, ਹਿਸਾਬ ਕਿਤਾਬ ਸਾਰਾ ਹੈ, ਉਹ ਕੇਤਿਆ ਕਿਤਨੀਓ ਹੈ, ਉਹਦਾ ਵਿਚਾਰ ਇਹ ਨਹੀਂ ਹੋ ਰਿਹਾ ਕਿੰਨਾ ਕੁ ਉਹਦਾ ਗਣਤ ਹੈ, ਕਿੰਨਾ ਕੁ ਉਹਦਾ ਲੇਖਾ ਹੈ, ਕਿੰਨਾ ਕੁ ਉਹਦਾ ਹਿਸਾਬ ਹੈ ਸਾਰਾ। ਹਾਂਜੀ ਅੱਗੇ, ਕੇਤੇ 'ਤੇ ਵਿਸਰਾਮ ਕਰੋ। ਕੇਤੇ ਖਪ ਟੁੱਟੈ ਵੇਕਾਰ। ਕੇਤੇ ਖਪ ਟੁੱਟ ਹੈ ਵੇਕਾਰ। ਖਪ ਟੁੱਟੈ ਵੇਕਾਰ। ਕਿਤਨੇ ਹੀ ਵਿਕਾਰਾਂ ਵਿੱਚ ਜਿਹੜੇ ਨੇ ਖਪ ਕੇ ਜਿਹੜੇ ਨੇ ਟੁੱਟ ਰਹੇ ਨੇ, ਨਾਸ ਹੋ ਰਹੇ ਨੇ, ਉਹ ਵੀ ਕਿਤਨੇ ਹੀ ਨੇ। ਹਾਂਜੀ ਕੇਤੇ ਲੈ ਮੁਕਰ ਪਾਹ। ਇੱਥੇ ਵੀ ਕੇਤੇ 'ਤੇ ਵਿਸਰਾਮ ਹੈ। ਕੇਤੇ ਲੈ ਮੁਕਰ ਪਾਹ। ਕਿਤਨੇ ਹੀ ਇੰਨੇ ਲੋਕ ਨੇ, ਅਗਲੇ ਤੋਂ ਲੈ ਲੈਣਾ, ਕਰਜ਼ਾ ਲੈ ਲੈਣਾ, ਚੀਜ਼ ਲੈ ਲੈਣੀ, ਵਾਪਸ ਨਹੀਂ ਮੋੜਨੀ, ਮੁੱਕਰ ਜਾਣਾ ਹੈ। ਮੈਂ ਤੇ ਤੋਂ ਕਦੋਂ ਲਈ ਸੀ, ਓਏ ਮੈਂ ਤੇ ਤੋਂ ਕਦੋਂ ਲਈ ਸੀ, ਮੁੱਕਰ ਜਾਂਦੇ ਨੇ। ਇਹ 'ਤੇ ਇੱਕ ਸਾਖੀ ਵੀ ਆਉਂਦੀ ਹੈ। ਸੁਥਰਾ ਜੀ ਹੋਏ ਨੇ, ਸੁਥਰਾ ਛੇਵੇਂ ਪਾਤਸ਼ਾਹ ਤੋਂ ਲੈ ਕੇ, ਉਹ ਹਸਾਉਣ ਦਾ ਬੜਾ ਉਹਦਾ ਸੁਭਾਅ ਸੀ, ਹਸਾਉਣ ਵਾਲੀਆਂ ਗੱਲਾਂ ਬੜੀਆਂ ਕਰਦਾ ਸੀ ਸੁਥਰਾ ਜੀ। ਅਤੇ ਉਹ ਚਲੋ ਇੱਕ ਹਸਾਉਣ ਵਾਲੀ ਗੱਲ 'ਤੇ ਵੀ ਮੈਨੂੰ ਯਾਦ ਆ ਗਿਆ, ਸੰਗਤਾਂ ਰਹਿ ਰਸ ਦਾ ਪਾਠ ਕਰਦੀਆਂ ਸੀ, ਅਤੇ ਉਹ ਰਹਿ ਰਸ ਦਾ ਪਾਠ ਕਰਦਿਆਂ ਕੋਲੋਂ ਜਿਹੜਾ ਸੀ, ਉਹ ਕਈ ਕੁਛ ਬੋਲ ਕੇ ਪੜ੍ਹ ਰਹੇ ਸੀ। ਕਿਤੇ ਪਵਨ ਪਾਣੀ ਬੈ ਸੰਤਰ, ਕਿਤੇ ਕਾਨ ਮਹੇਸ਼, ਜਾਂ ਇਉਂ ਸੀ ਗਾਵੈ ਤੁਹਾਨੂੰ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਤੁਹਾਨੂੰ ਦੁਆਰੇ ਪਾਠ ਹੋ ਰਿਹਾ ਸੀ। ਉਹ ਜਦੋਂ ਉਹ ਪੜ੍ਹ ਰਹੇ ਸੀ, ਕਹਿੰਦੇ ਗਾਉਂਦੇ ਹੋਣਗੇ ਤੁਹਾਨੂੰ ਕੀ, ਕੋਲ ਦੀ ਕਹਿ ਕੇ ਲੰਘ ਗਿਆ। ਉਹ ਰਹਿ ਰਸ ਪੜ੍ਹਨ ਵਾਲੇ ਕਹਿਣ ਲੱਗੇ ਸਾਨੂੰ ਡਿਸਟਰਬ ਕਰ ਗਿਆ, ਇਹ ਬੋਲ ਗਿਆ ਕੁਝ ਹੋਰ ਹੈ, ਜਾ ਕੇ ਸ਼ਿਕਾਇਤ ਵਾਲੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਹਾਰਾਜ ਜੀ ਤੁਹਾਡਾ ਸੁਥਰਾ ਬਹੁਤ ਤੰਗ ਕਰਦਾ, ਇਹਨੂੰ ਸਮਝਾ ਲਓ। ਅਸੀਂ ਰਹਿ ਰਸ ਦਾ ਪਾਠ ਕਰਦੇ ਹੋਈਏ ਅਤੇ ਸਾਨੂੰ ਕਹਿ ਗਿਆ ਗਾਉਂਦੇ ਹੋਣਗੇ ਉਹ ਤੁਹਾਨੂੰ ਕੀ। ਅਤੇ ਮਹਾਰਾਜ ਨੇ ਬੁਲਾ ਲਿਆ, ਉਹ ਸੁਥਰਿਆ ਤੂੰ ਇਹਨਾਂ ਨੂੰ ਪਾਠ ਨਹੀਂ ਕਰਨ ਦਿੰਦਾ, ਇੱਦਾਂ ਬੋਲ ਗਿਆ ਕੋਲ ਦੀ। ਮਹਾਰਾਜ ਮੈਂ ਤਾਂ ਇਉਂ ਕਿਹਾ ਸੀ ਇਹਨਾਂ ਨੂੰ ਵੀ ਪੌਣ ਤਾਂ ਗਾਉਂਦੀ ਹੈ, ਪਾਣੀ ਵੀ ਗਾਉਂਦਾ ਹੈ, ਪਰ ਤੁਸੀਂ ਤਾਂ ਨਹੀਂ, ਇਹਨਾਂ ਨੂੰ ਪੁੱਛੋ ਵੀ ਇਹ ਗਾਉਂਦੇ ਸੀ ਕਿ ਮੇਰੇ ਵਾਲੇ ਪਾਸੇ ਧਿਆਨ ਸੀ ਇਹਨਾਂ ਦਾ। ਹਾਂਜੀ ਮਹਾਰਾਜ ਕਹਿੰਦੇ ਸੁਥਰਿਆ ਧੰਨ ਹੈ ਤੇਰੀਆਂ ਇਹਨਾਂ ਗੱਲਾਂ ਵਿੱਚ ਕੋਈ ਨਾ ਕੋਈ ਜਿਹੜਾ ਗਿਆਨ ਹੈਗਾ। ਇਹੋ ਜਿਹਾ ਹਸਾਉਣ ਦੇ ਵਾਲਾ ਸੁਭਾਅ ਸੀ। ਤੋ ਇੱਕ ਵਾਰੀ ਕੀ ਕਹਿੰਦੇ, ਚਿੜੀ ਫੜ ਲਈ, ਚਿੜੀ ਫੜ ਕੇ ਹੱਥ ਵਿੱਚ ਕਹਿਣ ਲੱਗਾ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਮਹਾਰਾਜ ਦੱਸੋ ਮੇਰੇ ਹੱਥ ਵਿੱਚ ਚਿੜੀ ਹੈ, ਜੀਂਦੀ ਹੈ ਕਿ ਮਰੀ ਹੋਈ ਹੈ। ਉਹਦਾ ਸੁਭਾਅ ਮਤਲਬ ਸੀ ਵੀ ਜੇ ਇਹਨਾਂ ਨੇ ਕਿਹਾ ਵੀ ਜੀਂਦੀ ਹੈ ਮੈਂ ਘੁੱਟ ਕੇ ਮਾਰ ਦੂੰ। ਅਤੇ ਮਹਾਰਾਜ ਕਹਿੰਦੇ ਇਹ ਤਾਂ ਸੁਥਰਿਆ ਤੂੰ ਹੀ ਜਾਣਦਾ ਕਿ ਜੀਂਦੀ ਹੈ ਕਿ ਮਰੀ ਹੈ। ਇਸ ਤਰ੍ਹਾਂ ਦਾ ਹਾਸੀ ਦਾ ਸੁਭਾਅ ਹੁੰਦਾ ਸੀ। ਇਹ ਹੁਣ ਉਹ ਸੁਥਰਾ ਜਿਹੜਾ ਸੀ, ਉਹ ਮਹਾਰਾਜ ਇੱਕ ਹਲਵਾਈ ਸੀ, 10ਵੇਂ ਪਾਤਸ਼ਾਹ ਤੱਕ ਰਿਹਾ ਸੁਥਰਾ। ਅਤੇ ਬਾਬੇ ਉੱਥੇ ਬੈਠੇ ਨੇ, ਪਰਮਜੀਤ ਸਿੰਘ ਨੇ, ਉਹਦਾ ਮਕਬਰਾ ਉੱਥੇ ਬਣਿਆ ਹੋਇਆ ਹੈ ਕੁਰਸ਼ੇਤਰ ਸੁਥਰੇ ਦਾ, ਉੱਥੋਂ ਦਾ ਸਥਾਨ ਬਣਿਆ। ਅਤੇ ਇਹ ਜਿਹੜਾ ਸੀ ਹਲਵਾਈ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਂ ਲਿਆ ਕਰੇ, ਮਹਾਰਾਜ ਨੇ ਜੀ ਇੰਨੇ ਲੱਡੂ ਮੰਗਾਏ ਨੇ ਅਤੇ ਛਕ ਲਿਆ ਕਰੇ, ਇੰਨੀਆਂ ਅੱਜ ਜੀ ਜਲੇਬੀਆਂ ਮੰਗਾਈਆਂ ਨੇ ਛਕਿਆ ਕਰੇ। ਮਹਾਰਾਜ ਨਾਂ 'ਤੇ ਲਿਖਾਈ ਗਿਆ ਆਧਾਰ ਜਿਹੜਾ ਸੀ। ਅਕਸਰ ਇੱਕ ਦਿਨ ਹਲਵਾਈ ਨੇ ਪੁੱਛ ਲਿਆ ਮਹਾਰਾਜ ਤੇ ਪਾਤਸ਼ਾਹ ਜੀ, ਇਹਨੂੰ ਪੁੱਛਿਆ ਸੁਥਰੇ ਨੂੰ, ਜਿਹੜਾ ਲੱਡੂ ਜਲੇਬੀਆਂ ਲੈਂਦੀਆਂ ਸੀ ਹਿਸਾਬ ਕਿਤਾਬ ਮੁਕਾ ਦਿੰਦੇ, ਅਤੇ ਕਹਿੰਦਾ ਲਿਖਾਇਆ ਤਾਂ ਹੁਣ ਗੁਰੂ ਸਾਹਿਬ ਦੇ ਨਾਂ 'ਤੇ ਹੀ ਹੈ ਅਤੇ ਦੇਣਗੇ ਆਪੇ। ਸਤਿਗੁਰੂ ਕੋਲ ਜਾ ਹਲਵਾਈ ਕਹਿਣ ਲੱਗਾ ਮਹਾਰਾਜ ਜੀ ਤੁਹਾਡਾ ਸੁਥਰਾ ਹੀ ਨਹੀਂ ਹੁਣ ਤੱਕ ਮਿਠਾਈ ਖਾ ਚੁੱਕੇ ਹੈ, ਅਤੇ ਤੁਹਾਡੇ ਹਿਸਾਬ ਦੇ ਨਾਲ ਲੇਖਾ ਲਿਖਾਉਂਦਾ ਰਿਹਾ। ਮਹਾਰਾਜ ਬੁਲਾ ਰਿਹਾ, ਉਹ ਸੁਥਰਿਆ ਤੂੰ ਆ ਸਾਡਾ ਨਾਂ ਲਿਖਾਇਆ ਉੱਥੇ, ਅਤੇ ਪੈਸੇ ਤੇਰਾ ਪਿਓ ਦੇ ਉੱਥੇ ਮੋੜਨੇ ਸੀ। ਕਹਿੰਦੇ ਪਿਓ ਤਾਂ ਹੈਗੇ ਹੀ ਹੋ ਨਾ, ਲਿਆਉਂਗੇ ਆਪ। ਮਹਾਰਾਜ ਕਹਿੰਦੇ ਜਿਹੜਾ ਹੈ ਬਈ ਨਹੀਂ, ਜਿਹੜਾ ਛਕਦਾ ਉਹਨੂੰ ਵੀ ਮੋੜਨੇ ਚਾਹੀਦੇ ਨੇ, ਜਿਹੜਾ ਛਕੇ ਉਹ ਮੋੜੇ। ਮਹਾਰਾਜ ਫਿਰ ਮੈਂ ਛਕਦਾ ਤਾਂ ਕਿਉਂਕਿ ਸੱਚੇ ਪਾਤਸ਼ਾਹ ਤੁਹਾਡੀ ਬਾਣੀ ਤਾਂ ਕਹਿੰਦੀ ਹੈ ਨਾ, ਕੇਤੇ ਲੈ ਮੁਕਰ ਪਾਹੇ। ਅਤੇ ਸਤਿਗੁਰੂ ਕਹਿਣ ਲੱਗੇ ਸੁਥਰਾ ਅਗਲੀ ਪੰਕਤੀ ਵੀ ਪੜ੍ਹ, ਜਿਹੜੀ ਇਹਦੋਂ ਅਗਲੀ ਹੈ। ਮਹਾਰਾਜ ਉਹ ਮੇਰੇ ਤੋਂ ਜ਼ਰੂਰੀ ਪੜ੍ਹਾ, ਕੋਈ ਹੋਰ ਸਕ ਤੋਂ ਪੜ੍ਹਾ ਲਓ। ਇਉਂ ਸੀ ਬਸ।
सो महाराज ने चलो हिसाब किताब चुकाया भी सिक्खा मेरा सो चली केते लै लै मुकर पाए ਲੈ ਮੁਕਰ ਪਾਏ केते ही लै लै के शख्स का के मुकर पैंदे ने नहीं मोड़ते। चलो हुण इत्थे पढ़ियो ਕੀਤੇ हुण सारे ਮੂਰਖ थों केते ते खाही खाए नहीं हुण सारे थों केते ते थोड़ो लगूगा एक ही लाइन बना दी ਕੀਤੇ हुण मूर्ख ते लगू केते मूर्ख ਕੀਤੇ ਮੂਰਖ की ने ਖਾਹੀ ਖਾਏ किन्ने ही मूर्ख ने जिहड़ी उदों तुहानूं मूर्खां दी साखी सुनाई सी वो किन्ने उहदां दे मूर्ख ने मूर्खताई करके खाही खाए ਖਾਹੀ ਖਾਏ खाही जिहड़े ने खाना करदे ने मूँह दे उत्ते छित्र पलेट जिहड़ी है खाए मूर्ख ने ਜਾਂ ਤਾਂ ਖਾਈ ਹੋ ਜਾਂਦੇ ਨੇ ਖਾਈ ਜਾਂਦੇ ਨੇ ਛਕੀ ਜਾਂਦੇ ਨੇ ਤੇ ਖਾਹੀ ਜਿਹੜਾ ਪਰਮੇਸ਼ਰ ਆ ਉਹਨੂੰ ਨਹੀਂ ਯਾਦ ਕਰਦੇ ਫਿਰ ਜਿਹੜਾ ਯਾਦ ਹੀ ਨਹੀਂ ਕਰਨਾ ਖਾਈ ਹੋ ਜਾਣਾ ਹੈ ਖਾਣ ਵਾਲੇ ਨੂੰ ਯਾਦ ਨਹੀਂ ਕਰਨਾ ਮਰ ਕਹਿੰਦੇ ਖਾਹੀ ਖਾਏ ਫਿਰ ਜਦੋਂ ਪਰਲੋਕ ਨੂੰ ਜਾਣਗੇ ਮੂੰਹ ਤੇ ਫਿਰ ਭਾਈ ਛਿੱਤਰੇ ਹੀ ਖਾਈ ਜਾਣਗੇ ਫਿਰ ਉਹਨਾਂ ਦੇ ਚੋਟਾਂ ਪੈਣਗੀਆਂ ਮੂਰਖਾਂ ਦੇ ਖਾਹੀ ਹਾਂਜੀ ਕੀਤਿਆ ਦੁਖ ਭੂਖ ਸਦਮਾਰ ਇਹ ਵਿਸਰਾਮ ਕੀਤਿਆ ਤੇ ਕਰਨਾ ਹੈ ਕੀਤਿਆ ਕੀਤਿਆ ਹੁਣ ਯਾਦ रहेंगे ना विश्राम सारे हाँ। दुख भूख सदमार ਭੂਖ ਸਦਮਾਰ कितने जिन्हें बार कहते भाई उन्होंने दुख ही बने रहते हैं कर्म अनुसार भुखे ही रहते हैं तृष्णा बुझती हो नहीं लखपति होगा कहना मैं अज किहड़ा बुझ गई करोड़पति हो जा करोड़पति होगा मैं अरबांपति हो जा ऐदा के तृष्णालू ने भुख नहीं बुझती सदमार फिर सदा ही उन्होंने पाई मार जी दुखों की पैंदी रही है सदा ही उन्होंने जी भुख बनी हो रही है नहीं रजते तृप्ते नहीं होंगे संतोखे नहीं होंगे हाँ जी ਜਾਂ केते ने भाई हुण दूजा पक्ष लो जपन वालियां दा कहनो इन्ना भी जी नाम की भुख लगी रही है मैं जरा पासा जी जपजी साहब का करिया कल एक होर मैं करा अज एक मूल मंत्र की माला करी है कल मैं 2 कर लवां नाम की भुख लगी रही है सो उन्होंने फिर जरा सी जां दुख भाई केतियां दुख की है अमृत वेला उठना दुख लगता है ना तो अमृत वेले उठ के इशनान करना फिर ठंडे पानी नाल दुख जा लगता है वही तो कहते सौण का वेला उस वेले ठालते हैं तो वही तो वधिया घराड़ा राग उदों चलता है वो जरा थोड़ा जिहा उठना दुख महसूस होंदा है पर मार कहते दुख दारू जे किते ये दुख नूं सहार दुख कट के ना थोड़ा जिहा उदम करके अमृत वेला संभाल लवें कर लवें इशनान मार के चौंकड़ा बह जवें कागर बिरती करके तो सिमरन कर लवें शुरू तो नितनेम जपजी साहब तो लैकर के सारा जो अमृत वेले मुक जाए फिर वो तड़का लग गया जिवें आप ढाडी लग गई उस दिन आउंदे ने तड़के सो वो तड़का लग गया वखरा ही स्वाद बन जाता है इवें जिहड़े किते सवेरे वेले अमृत वेले तड़का है तड़का है तड़के उठना जो तड़का लग गया फिर सारा दिन सासंग जिहड़ा चढ़दी कला च लंघदा सवेरे तड़का लग्या होवे फिर सारा मन एकागर रहिंदा शांत रहिंदा काम विच चढ़दी कला रहिंदी है सो चंगे पासे चंगियां चीज़ों के दर्शन होंदे ने इस करके मैं जिन्हें कि दुख सहार लिया ना अमृत वेले वाला तकड़े होकर जप लिया तो फिर जरा असी नाम की लगी जिन्होंने भुख सद मार उन्होंने सदे फिर बकारा मार लिया फिर बकार उदो हावी नहीं होंगे वो उत्ते उन्होंने ही बकारा मार लिया मौत नूं भी मार लिया चलो ਇਹ ਭੀ भी नहीं देखो खब्बे पासे ये भी पुराना पक्या हुआ है ਇਹ ਪੈ भाई दलावां लग गई भाबे नूं सारी पे ਇਹ ਪੈ ਇਹ ਪੈ हुण पहला महार की याद करानी पऊ तां तो पता चलू हाँ जी सचन सियारी की बोलोगे से ਸੇ हाल सियारी हे कक्कन सियारी के कक्कन सियारी गगन सियारी गगन सियारी गगन सियारी ने फिर इत्थे भी पब्बन सियारी पे ਪੈ फिर की औखा सी ਇਹ ਪੈ भाई पढ़ दो या भी पढ़ दो फिर ये रोज़ का ही इदा ही पढ़ना भी पढ़ दो सारे ये भी दात तेरी दात आर बनी जाने फिर दात केड़ी मिलने हैं जी मिलनी सी वो भी रह गई शुद्ध पाठ करने करके सब पढ़ो पब्बन सियारी पे ਇਹ ਪੈ ਇਹ पे दात तेरी विश्राम कित्थे करना है तेरी ते जाके ब्रेक मारने हैं हुण इहदा इत्थे विश्राम है ਦਾਤ तेरी ते ਦਾਤਾ ਇਹ पे दात तेरी ਇਹ ਪੈ ਦਾਤ ਤੇਰੀ दातार ਦਾਤਾ ऐ दातार वाहिगुरू ये भी दात तेरी अमृत वेले उठण की गल जिहड़ी है नाम की लगनी सच्चे नाम की लग है भूख ये जिहड़ी भुख लगनी है सच्चे नाम की ये भी तेरी ओ दात है जंज कईयां नूं दुख मिलते हैं
ਭੁੱਖੇ ਹੀ ਰਹਿੰਦੇ ਨੇ, ਇਹ ਵੀ ਤੇਰੀ ਉਹ ਦਾਤ ਹੈ। ਹਾਂਜੀ, ਇਸ ਕਰਕੇ ਵਿਸ਼ਰਾਮ ਕਰੋ ਦੁਬਾਰੇ ਫੇਰ। ਇਹ ਭੈ ਦਾਤ ਤੇਰੀ ਦਾਤਾਰ। ਆ ਕਈ ਦਾਤ ਦੇ ਰੁਕ ਗਏ ਸੀ, ਫੇਰ ਬੋਲੋ ਸਪਟ। ਇਹ ਭੈ ਦਾਤ ਤੇਰੀ ਦਾਤਾਰ। ਹੁਣ ਠੀਕ ਹੋਇਆ, ਅੱਗੇ ਚਲੋ। ਇਹ ਵੀ ਤੇਰੀ, ਹਾਂ ਅੱਗੇ। ਬੰਦ ਖਲਾਸੀ ਭਾਣੇ ਹੋਏ। ਪਾਣੇ ਨਹੀਂ, ਪਾਣੇ ਨੂੰ ਕੀ ਹੈ? ਭਾਣੇ ਹਾਂ, ਦੁਲਾਮਾ ਨੇ ਲਾਓ ਫਿਰ। ਬੰਦ ਖਲਾਸੀ ਬੰਦ ਖਲਾਸੀ ਭਾਣਾ ਹੋਏ। ਭਾਣੇ ਹੋਏ। ਸੋ ਬੰਦ ਜੇਲ੍ਹ ਵਿੱਚ ਜਾਣਾ ਬੰਦ ਹੋ ਜਾਣਾ ਜੀ। ਹਾਂਜੀ, ਉਹ ਵੀ ਮਹਾਰਾਜ ਤੇਰੇ ਭਾਣੇ 'ਚ ਹੈ। ਕਿਸੇ ਨੂੰ ਜੇ ਚੱਲ ਸਾਰੀ ਉਮਰ ਜੇਲ੍ਹਾਂ 'ਚ ਬੈਠੇ ਨੇ, ਅਜੇ ਵੀ ਗੁਰੂ ਕੇ ਖਾਲਸੇ 1400-1500 ਭਾਵੇਂ ਸਰਕਾਰ ਕਹਿੰਦੇ ਉਹ ਕਰਦੀਆਂ ਦੀ ਆ ਗਈ ਆ ਉੱਥੇ, ਅਜੇ ਵੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਉਹਨਾਂ ਦੇ ਸਿੱਖ ਜਿਹੜੇ ਨੇ ਇੱਦਾਂ ਵਿਚਾਰੇ ਜੇਲ੍ਹਾਂ 'ਚ ਪਏ ਹੋਏ ਨੇ। ਬੰਦ ਖਲਾਸੀ, ਜੇਲ੍ਹ 'ਚੋਂ ਖਲਾਸੀ ਹੋ ਜਾਣੀ, ਨਿਕਲ ਜਾਣਾ, ਜੇਲ੍ਹ 'ਚ ਬੰਦ ਹੋ ਜਾਣਾ, ਜੇਲ੍ਹਾਂ 'ਚੋਂ ਨਿਕਲਣਾ। ਇਹ ਮਹਾਰਾਜ ਤੇਰੇ ਭਾਣੇ 'ਚ ਹੋ ਰਿਹਾ ਸਾਰਾ ਕੁਛ, ਤੇਰਾ ਭਾਣਾ, ਭਾਣੇ ਅਨੁਸਾਰ ਹੋ ਰਿਹਾ। ਚਾ ਬੰਦ ਖਲਾਸੀ, ਬੰਦ ਖਲਾਸੀ ਬੰਦ ਮਾਤਾ ਦੇ ਗਰਭ ਜਿਹੜੀ ਆ ਭਾਈ ਬੰਦੀ ਖਾਨਾ, ਇਹ ਵੀ ਮਾਂ ਦਾ ਗਰਭ ਵੀ ਉਹ ਬੰਦੀ ਖਾਨੇ ਵਿੱਚ ਪਿਆ ਹੋਇਆ ਜੀਵ। ਸਾਧ ਸੰਗਤ ਜੀ, ਉਹਦੇ ਭਾਣੇ ਵਿੱਚ ਖਲਾਸੀ ਹੁੰਦੀ ਆ, ਬਾਹਰ ਆਉਂਦਾ ਹੈ, ਨਿਕਲਦਾ ਹੈ। ਜੇ ਉਹਦਾ ਪਾਣਾ ਨਾ ਹੋਵੇ, ਕਈ ਵਾਰੀ ਗਰਭ ਵਿੱਚ ਸੜ ਕੇ ਮਰ ਜਾਂਦੇ ਨੇ ਵਿਚਾਰੇ, ਜਨਮ ਨਹੀਂ ਲੈਣਾ ਮਿਲਦਾ। ਇਸ ਤੇ ਪਾਸਾ ਬੰਦ ਖਲਾਸੀ ਤੇਰੇ, ਇਹ ਤੇਰੇ ਭਾਣੇ 'ਚ ਹੀ ਹੋ ਰਿਹਾ ਸਾਰਾ ਕੁਛ। ਹਾਂਜੀ, ਹੋਰ ਆਖ ਨ ਸਕੈ ਕੋਏ। ਨਾ ਇਹ ਵਿਸ਼ਰਾਮ ਹੋਰ ਤੇ ਹੋਊਗਾ। ਹੋਰ ਹੋਰ ਅੱਗੇ ਆਖ ਨ ਸਕੈ ਕੋਏ। ਹਾਂਜੀ, ਹੋਰ ਇਸ ਤੋਂ ਬਾਅਦ ਭਾਣੇ ਤੋਂ ਬਾਅਦ ਜਿਹੜਾ ਹੈ ਭਾਈ ਕਿ ਮੈਂ ਬਿਨਾਂ ਭਾਣਾ ਮੰਨੇ ਤੋਂ ਕੋਈ ਮੁਕਤੀ ਹੋ ਜਾਵਾਂ, ਬਿਨਾਂ ਭਾਣਾ ਮੰਨੇ ਮੈਂ ਉਹਦੇ ਪ੍ਰਭੂ ਨੂੰ ਮਿਲ ਲਵਾਂ। ਮੈਂ ਕਹਿੰਦੇ ਹੋਰ ਜਿਹੜਾ ਵੀ ਕੋਈ ਕਹਿੰਦਾ ਨਾ, ਇਹ ਆਖ ਨਾ ਸਕਾ ਕੋਈ, ਕਹਿ ਨਹੀਂ ਸਕਦਾ ਕਿ ਭਾਣੇ ਤੋਂ ਬਿਨਾਂ ਕੋਈ ਮੁਕਤ ਹੋ ਸਕੇ, ਨਹੀਂ ਕੋਈ ਕਹਿ ਸਕਦਾ। ਹਾਂ ਅੱਗੇ, ਜੇ ਕੋ ਖਾਇ ਕੇ ਆਖਣ ਪਾਏ। ਇਹ ਖਾਇਕ ਤੇ ਵਿਸ਼ਰਾਮ ਹੈ, ਇਹਨੂੰ ਕਈ ਇਕੱਠਾ ਹੀ ਪੜ ਜਾਂਦੇ ਨੇ। ਜੇ ਕੋ ਖਾਏ ਕੇ ਬਣੀ ਜਾਂਦੇ ਨੇ, ਕੱਕਾ ਨਾਲ ਹੀ ਲਾਦਾ ਖੱਖੇ ਦੇ, ਅੱਡ ਅੱਡ ਪੜ੍ਹਨੇ। ਜੇ ਕੋ ਖਾਇਕ, ਜੇ ਕੋ ਖਾਇ ਕ ਆਖਣ ਪਾਏ। ਆਖਣ ਪਾਏ। ਖਾਇਕ ਦਾ ਅਰਥ ਆ ਮੂਰਖ। ਜੇ ਕੋਈ ਮੂਰਖ ਕਹੇ ਮੈਂ ਉਹਦੇ ਭਾਣਾ ਮੰਨੇ ਤੋਂ ਬਿਨਾਂ ਹੀ ਜਿਹੜਾ ਸਾਨੂੰ ਪਾ ਲਿਆ, ਹਾਂਜੀ, ਆਖਣ ਪਾਏ, ਆਖੇ ਵੀ ਮੈਂ ਪਾ ਲਿਆ ਹੈ, ਖਾਇਕ ਨਾਮ ਮੂਰਖ ਦਾ। ਅੱਗੇ ਉਹਦੀ ਹਾਲਤ ਕੀ ਹੋਊਗੀ ਫਿਰ? ਉਹ ਜਾਣੈ। ਉਹ ਜਾਣਾ, ਉਹ ਨਹੀਂ, ਉਹ ਜਾਣਾ। ਉਹ ਜਾਣੈ ਹਾਂ, ਜੇਤੀਆਂ ਮੋਹ ਖਾਏ। ਮੋਹੇ ਖਾਏ, ਕਈ ਮੂੰਹ ਨੂੰ ਪੜੀਆਂ, ਜੇਤੀਆਂ ਮੂੰਹ ਖਾਏ ਪੜੀਆਂ ਜਾਂਦੇ ਨੇ। ਮੂੰਹ ਨਹੀਂ ਹੈਗਾ, ਅਰਥ ਮੂੰਹ ਦਾ ਹੀ ਹੈ। ਕਈ ਹੋਰ ਵਧੀਆ ਪਾਠ ਕਰਦੇ ਨੇ, ਆਪਣੇ ਆਪ 'ਚ ਦਿਖਾਉਂਦੇ ਨੇ ਕਰਕੇ, ਆਪਣੇ ਅਰਥ ਬਣਾ ਕੇ ਕਹਿਣਗੇ ਉਹ ਜਾਣਾ ਜੁੱਤੀਆਂ ਮੂੰਹ ਖਾਏ। ਆਪਣੇ ਇਹ ਵੀ ਪੜ੍ਹਿਆ ਜਾਂਦਾ, ਉਹ ਅਰਥ ਆਪਣੇ ਬਣਾ ਲਵੇ, ਆਪਣੇ ਮੂੰਹ 'ਤੇ ਜੁੱਤੀਆਂ ਉਹ ਖਾਂਦਾ। ਪਰ ਅਰਥ ਭਾਵੇਂ ਜੁੱਤੀਆਂ ਹੀ ਲਾਉਣਾ ਪਊ, ਪਰ ਪਾਠ ਤਾਂ ਜੇਤੀਆ ਆ ਨਾ। ਜੇਤੀਆ ਦਾ ਅਰਥ ਜਿਤਨੀਆਂ, ਜੇਤੀਆ ਦਾ ਅਰਥ ਜੁੱਤੀਆਂ ਨਹੀਂ, ਜਿਤਨੀਆਂ। ਪਰ ਉਹੀ ਜਾਣਦਾ ਜਿਹੜਾ ਮੂਰਖ ਕਵੇ ਨਾ ਮੈਂ ਭਾਣੇ ਤੋਂ ਬਿਨਾਂ ਉਹਨੂੰ ਜਾਣ ਲਿਆ। ਮਾੜੀ ਕਹਿੰਦੇ ਫਿਰ ਉਹੀ ਜਾਣ ਸਕਦਾ ਹੈ ਵੀ ਉਹਦੇ ਮੂੰਹ ਦੇ ਉੱਤੇ ਕਿੰਨੀਆਂ ਕੁਮਾਰਾਂ ਪੈਂਦੀਆਂ ਨੇ। ਹਾਂਜੀ, ਜੇਤੀਆਂ ਮੈਨੇ ਜਿਤਨੀਆਂ, ਜਿਤਨੀਆਂ ਉਹ ਮੂੰਹ 'ਤੇ ਖਾਂਦਾ ਹੈ, ਖਾਏ ਮੈਨੇ ਖਾਂਦਾ, ਜਿਤਨੀਆਂ ਉਹ ਮੂੰਹ 'ਤੇ ਖਾਂਦਾ ਹੈ, ਫਿਰ ਉਹੀ ਜਾਣਦਾ ਵੀ ਕਿੰਨੀ ਕੁਮਾਰ ਪੈਣੀ ਹੈ। ਜਿਹੜਾ ਕਹੇ ਮੈਂ ਭਾਣਾ ਮੰਨੋ ਤੇ ਬਿਨਾਂ ਉਹਨੂੰ ਪਾ ਲਿਆ। ਅੱਗੇ ਆਪੇ ਜਾਣੇ ਆਪੇ ਦੇ। ਦੇ ਨਹੀਂ, ਦੇ ਦੇ ਫਿਰ ਈੜੀ ਨੂੰ ਥੋੜ੍ਹਾ ਗੁੱਸੇ ਕਰਨਾ ਹੈ, ਉਹਨੂੰ ਵੀ ਬੁਲਾਓ। ਦੇ, ਜੇ ਨਾ ਈੜੀ ਲੱਗੀ ਫਿਰ ਦੇ। ਦੇ ਪੜੋ ਸਾਰੇ, ਆਪੇ ਜਾਣਾ ਹੈ, ਆਪੇ ਜਾਣੈ ਆਪੇ ਦੇ। ਆਪੇ ਦੇ ਉਹ ਆਪੇ ਹੀ ਜਾਣਦਾ ਭਾਈ ਪਰਮੇਸ਼ਰ। ਆਪੇ ਇਹ ਜਿਹੜਾ ਹੈ ਪੇ ਦਾਤਾਂ ਦਿੰਦਾ ਹੈ। ਹਾਂਜੀ, ਆਪੇ ਹੀ ਸਜ਼ਾਵਾਂ ਦਿੰਦਾ ਹੈ। ਓਕੇ, ਆਹ ਨਵਾਂ ਪਾਠ ਆ, ਦੇਖੋ ਕਿਵੇਂ ਪੜ੍ਹਨ ਗਿਆ। ਆਖੈ ਸੇ ਭੇ ਕਈ ਕੇ। ਅੱਧੇ ਤਾਂ ਬੋਲੇ ਹੀ ਨਹੀਂ, ਕਿਤੇ ਪੁਰਾਣਾ ਹੀ ਆਊਗਾ, ਪੁਰਾਣਾ ਹੀ ਆਊਗਾ ਜਿਹੜਾ ਅੱਗੇ। ਪਤਾ ਅੱਗੇ ਕੀ ਪੜ੍ਹਦੇ? ਆਖੇ ਪੜ੍ਹਦਾ, ਆਖੈ ਸੇ ਭੇ ਕਈ ਕੇ। ਹੋਰ ਰਹਿਤਾ ਨਹੀਂ ਕੋਈ ਸਰ। ਸੇ ਤੇ ਵਿਸਰਾਮ ਕਰਨਾ ਹੈ। ਆਖੈ ਸੇ, ਆਖੈ ਸੇ पे के ਭੇ ਕਈ ਕੇ। पढ़ो सारे। आख्या से
आखे अच्छा से लो जी महाराज सवारी आउंदी उठो सारे हुण हाँ ਇਹਨੂੰ ਪਤਾ ਕਿਵੇਂ ਪੜ੍ਹਦੇ ਨੇ ਕਿ ਪਾਠੀ ਆਖਿਆ ਸੀਪੀ ਕੇ ਸੀਪੀ ਲਾਉਂਦੇ ਨੇ ਉਹ ਸੀਟੀ ਜੀ ਵਜਾਉਂਦੇ ਉਹ ਸੀਪੀਓ ਪੜ੍ਹੀ ਜਾਂਦੇ ਪਰ ਪੜ੍ਹਨਾ ਸੱਚਨ ਸਾਰੀ ਸੇ ਪਰ ਬਨ ਸਾਰੀ ਪੇ ਉਦਾਂ ਹੀ ਵਿਸਰਾਮ ਕਰ ਆਖਿਆ ਸੇ ਪੇ ਕੇ ਹਾਂ ਸੋ ਇਹ ਜਿਹੜਾ ਆਖਣ ਵਾਲੇ ਨੇ ਨਾ ਸੇ ਮੈਨੇ ਉਹ ਭੇ ਮੈਨੇ ਫਿਰ ਜਾਂ ਬਹੜੋ ਸੋ ਇੱਦਾਂ ਜਿਹੜੇ ਆਖਣ ਵਾਲੇ ਨੇ ਉਹ ਜਿਹੜੇ ਨੇ ਆਖਣ ਵਾਲੇ ਭਾਈ ਵੀ ਭਾਣੇ 'ਚ ਰਹਿਣ ਵਾਲੇ ਭਾਣੇ ਨੂੰ ਮੰਨਣ ਦੀ ਗੱਲ ਕਰਨ ਵਾਲੇ ਉਹ ਜਿਹੜੇ ਆਖਦੇ ਨੇ ਭਾਣੇ ਬਾਰੇ ਭੇ ਮੈਨੇ ਫਿਰ ਕੇ ਕੋਈ ਹੈ ਕਈ ਕਹਿੰਦੇ ਕੋਈ ਹੈ ਜਿਹੜਾ ਭਾਣੇ ਵਿੱਚ ਰਹਿਣ ਵਾਲਾ ਭਾਣੇ ਦੀ ਗੱਲ ਨੂੰ ਆਖਦਾ ਜਾਂ ਉਹਦੇ ਨਾਮ ਨੂੰ ਆਖਦਾ ਉਹ ਫਿਰ ਉਹ ਜਿਹੜਾ ਭਾਈ ਕੋਈ ਹੋਈ ਹੈ ਕੋਟ ਨਾਨਕ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੇਤ ਕਰੁਣਾ ਵਿੱਚ ਕੋਈ ਕਦਾ ਹੀ हैन बिरले ना ही कणे फैल फकड़ संसार अके पढ़ियो ने दोबारे भला फिर पकायो हुण ते होई ना गल वेखो भुल्लणगे नहीं हुण इदां करिया होया पर हुण पुराना ना याद लियाओ सीपी वाला से ते विश्राम करके ते पे उधर जाओ जिसनों बख्शे अगे सिफत सलाह सच्चे नूं कन्ना ला के साला जिस नूं वो भाई वाखरू अपनी सिफत क्यों हुंदी है जिहड़ा कल्ला बैठ के उहदा जस गावे कल्ला उहदे गुणां नूं कवे वो सिफत हुंदी है संगत च बैठ के जिहड़ा गाउणा है वो सलाह हुंदी है जिस नूं बख्शे ते ये भी पढ़ना किवें पढ़दे जिस नूं बख्शे नो नहीं कोई पढ़दा नूं पढ़दे रोज़ नूं जिस नूं बख्शे देखो नन्ने नूं की लग्या है फिर लाओ हुई जिस नो बख्शे ते विश्राम जिस नो बख्शे सिफत सालाह जिस नूं अपनी सिफत करनी अपनी सलाह करनी वो बख्श देवे भाई बख्शिश वाला ही है बख्शिश नाल जपिया जाता है बख्शिश नाल ही उसकी सिफत करता कोई ਉਹਦੀ ਬਖਸ਼ਿਸ਼ ਨਾਲ ਉਹਦੀ ਸਲਾਹ ਕਰਦਾ ਵਡਿਆਈ ਕਰਦਾ ਓਕੇ ਨਾਨਕ ਪਾਤਸ਼ਾਹੀ ਨਾਨਕ ਤੇ ਵਿਸਰਾਮ ਸਾਹੀ ਪਾਤਸ਼ਾਹ ਹਾਂ ਫਿਰ ਜਿਹਨੂੰ ਉਹ ਸਿਫਤ ਬਖਸ਼ ਦਿੰਦਾ ਨਾ ਉਹਨੂੰ ਬਣਾ ਕੀ ਦਿੰਦਾ ਪਾਤਸ਼ਾਹੀ ਪਾਤਸ਼ਾਹ ਹੋ ਪਾਤਸ਼ਾਹ ਦਾ ਪਾਤਸ਼ਾਹ ਬਣਾ ਦਿੰਦਾ ਹੈ ਸ਼੍ਰੋਮਣੀ ਬਾਦਸ਼ਾਹ ਬਣਾ ਦਿੰਦਾ ਹੈ ਜਿਹਨੂੰ ਆਪਣੀ ਸਿਫਤ ਬਖਸ਼ ਦੇਵੇ ਹਾਂ ਤੇ ऐसी ਉਹਦੀ ਵਡਿਆਈ है जिवें गुरु नानक साहब जी ने वो बख्शा सी ना उन्होंने जिन्हें होलां खवाइयां सीआं मरदाने नूं मारे क्या थी आओ बहो सुल्तान वो बच्चे नूं राजा बनाता सी बच्चे ने बख्शिश कर दी तो राजा बना दिता सो इस करके भाई पातशाहियां बख्श दिंदा है ਉਹਦੀ सिफत करन वाले नूं सो इत्थे तक सी सवेर वालियां दा ये सारी पौड़ी हुण विश्रामा समेत पढ़ के सुनाओ भला करोगे ठीक बहुता कर्म बोलो सारे बहुता कर्म लिखिया ना जाए अगे बड़ा दाता तिल न तमाए किते मंगह जोध अपार कित्या गणत नहीं विचार रुको बहुत ठीक पढ़िया तुसीं केत्या ते विश्राम कीता शाबाश गुड अगे किते हप टुटह बेकार ये भी ठीक पढ़िया है किते ले मुकर पाह ठीक पढ़िया किते दे विश्राम कीता है किते मूर्ख खाई खाए बड़ी बख्शिश हो गई है भी कित्या दुख भूख सद मार ठीक कहते आते बड़े इंटेलिजेंट सारे आज थे ए पे दात तेरी दातार ਇੱਥੇ ਕੁਝ ਦੀ ਗੜਬੜ ਹੋ ਗਈ ਕਿੱਥੇ ਸੀ ਵਿਸਰਾਮ ਤੇਰੀ ਤੇ पढ़ो पढ़ो वो पेच गवाच गए ना दात तेरी दातार हाँ आगे खलासी पाने होए ठीक और आँख न सके कोई ਇਹਦਾ ਵਿਸਰਾਮ ਕਿੱਥੇ ਹੈ हाँ ठीक है वेरी गुड हाँ हाँ बस देखो खाए कर आखण पाए गुड ओ जाने त्या मुँह खाए ठीक है जुतियां तो बच गए आपे जाने
ਆਪੇ ਦੇ ਗੁੱਡ, ਆਖੈ ਸੇ ਏ ਕੇ ਬਹੁਤ ਠੀਕ, ਸੀਪੀ ਬਚ ਗਈ, ਜਿਸ ਨੂੰ ਆਖੇ ਗੁੱਡ, ਨਾਨਕ ਪਾਤਸ਼ਾਹੀ ਪਾਤਸ਼ਾਹ। ਵੈਰੀ ਗੁੱਡ। ਇਹ ਤਾਂ ਨਾ ਜਪਜੀ ਸਾਹਿਬ ਦਾ ਸੁੱਧ ਪਾਠ। ਸਤਿਗੁਰੂ ਮਹਾਰਾਜ ਜੀ ਗੁਰਤਾ ਗੱਦੀ ਦਿੰਦੇ ਆ ਉਹਨੂੰ, ਫਿਰ ਜਿਹੜਾ ਸ਼ੁੱਧ ਹੋ ਜਾ ਕਿਸੇ ਦਾ, ਇੰਨੀ ਬਖਸ਼ਾਂ ਹੁੰਦੀਆਂ ਨੇ। ਸਭ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।